ਗੱਲਾਂ ਦਾ ਜਵਾਬ ਜਾਣਨ ਲਈ ਕਾਲ ਕਰੋ ਕਰਨ ਕੌਰ ਪੱਡਾ 416 710 20 416 710 2020 ਕਰਨ ਕੌਰ ਪੱਡਾ ਤੁਹਾਨੂੰ ਵਧੀਆ ਬੈਂਕ ਤੋਂ ਵਧੀਆ ਟਰਮ ਐਂਡ ਕੰਡੀਸ਼ਨ ਤੇ ਵਧੀਆ ਇੰਟਰਸਟ ਰੇਟ ਲੈ ਕੇ ਦੇਣਗੇ। ਕਰਨ ਕੌਰ ਪੱਡਾ 416 710 2020। ਜੀਟੀਏ ਦੇ ਵਿੱਚ ਤੁਸੀਂ ਲੋਕਲ ਰੀਅਲਟਰ ਦੇ ਭਾਲ ਵਿੱਚ ਸੀ ਤਾਂ ਨਾਮ ਚਿੱਤੇ ਰੱਖੋ ਰਾਜਤੂਰ 416 823 1921 416 823 1921। ਤੁਸੀਂ ਨਵੇਂ ਇਨਵੈਸਟਮੈਂਟ ਪ੍ਰਾਪਰਟੀ ਵੇਖਣੀ ਚਾਹੁੰਦੇ ਹੋ, ਤੁਸੀਂ ਪੁਰਾਣਾ ਘਰ ਬਾਏ ਕਰਨਾ ਸੈਲ ਕਰਨਾ ਚਾਹੁੰਦੇ ਹੋ, ਨਵੇਂ ਪ੍ਰੋਜੈਕਟ ਦਾ ਹਰ ਇੱਕ ਦਾ ਐਕਸੈਸ ਹੁੰਦਾ ਇਹਨਾਂ ਕੋਲ। ਰਾਜਤੂਰ ਦੇ ਕੋਲ 416 823 1921 416 823 1921। ਸ਼ੁਰੂ ਤੋਂ ਲੈ ਕੇ ਐਂਡ ਤੱਕ ਤੁਹਾਡੀ ਪੂਰੀ ਮਦਦ ਕਰਨਗੇ। ਰਾਜਤੂਰ 416 823 1921। ਤੁਸੀਂ ਘਰਾਂ ਦੇ ਵਿੱਚ ਕੋਈ ਰੈਨੋਵੇਸ਼ਨ ਦਾ ਕੰਮ ਕਰਵਾਉਣਾ ਚਾਹੁੰਦੇ ਹੋ, ਲੀਗਲ ਬੇਸਮੈਂਟ ਬਣਾਉਣੀ ਚਾਹੁੰਦੇ ਹੋ, ਵਾਸ਼ਰੂਮ ਅਪਗ੍ਰੇਡ ਕਰਵਾਉਣੇ ਨੇ, ਕਿਚਨ ਅਪਗ੍ਰੇਡ ਕਰਵਾਉਣੀ ਹੈ ਜਾਂ ਘਰ ਦੇ ਵਿੱਚ ਨਵੀਂ ਫਲੋਰਿੰਗ ਪਵਾਉਣੀ ਹੈ ਤਾਂ ਨਾਮ ਚਿੱਤੇ ਰੱਖੋ KHK ਬਿਲਡਰ 647 381 8680 647 381 8680। ਤੁਹਾਡੇ ਘਰ ਆ ਕੇ ਫ੍ਰੀ ਐਸਟੀਮੇਟ ਦੇ ਕੇ ਜਾਣਗੇ। ਡੀਲ ਬਣਾਉਣ ਤੋਂ ਬਾਅਦ ਦਾ ਜੈਕ ਸ਼ੋ ਦਾ ਨੇਮ ਲਿਓ, ਤੁਹਾਨੂੰ ਹੋਰ ਡਿਸਕਾਊਂਟ ਦੇਣਗੇ। KHK ਬਿਲਡਰ 647 381 8680 647 381 8680। ਤੁਸੀਂ GTA 'ਚ ਨਵਾਂ ਪੁਰਾਣਾ ਘਰ ਖਰੀਦਣਾ ਚਾਹੁੰਦੇ ਹੋ, ਵੇਚਣਾ ਚਾਹੁੰਦੇ ਹੋ, ਕੋਈ ਡਿਟੈਚ ਸੈਮੀ ਟਾਊਨ ਹੋਮ ਜਾਂ ਕੋਈ ਇਨਵੈਸਟਮੈਂਟ ਪ੍ਰਾਪਰਟੀ ਬਾਏ ਕਰਨੀ ਹੈ ਸੈਲ ਕਰਨੀ ਹੈ, ਕੋਂਡੋ ਬਾਏ ਕਰਨਾ ਸੈਲ ਕਰਨਾ, ਕੋਈ ਅਪਾਰਟਮੈਂਟ ਬਿਲਡਿੰਗ ਬਾਏ ਕਰਨੀ ਹੈ ਸੈਲ ਕਰਨੀ ਹੈ, ਕਾਲ ਕਰੋ ਤਰਨ ਅਰੋੜਾ 647 928 1056 647 928 1056। ਤੁਹਾਨੂੰ ਸ਼ੁਰੂ ਤੋਂ ਲੈ ਕੇ ਐਂਡ ਤੱਕ ਤੁਹਾਡੀ ਪੂਰੀ ਮਦਦ ਕਰਨਗੇ। ਤਰਨ ਅਰੋੜਾ 647 928 1056। ਤੁਸੀਂ ਲੋਕਲ ਰੀਅਲਟਰ ਦੀ ਭਾਲ ਦੇ ਵਿੱਚ ਸੀ ਤਾਂ ਇੱਕ ਨਾਮ ਚੇਤੇ ਰੱਖੋ ਰਜਿੰਦਰ ਬਾਤਿਸ਼। ਹੋਮ ਲਾਈਫ ਪੈਰਾਡਾਈਜ਼ ਰੀਅਲਟੀ ਨਾਲ ਕੰਮ ਕਰਦੇ ਨੇ ਰਜਿੰਦਰ ਬਾਤਿਸ਼। 647 853 8000 647 853 8000। ਰਜਿੰਦਰ ਬਾਤਿਸ਼ ਜੀ ਕਹਿੰਦੇ ਕਿ ਅਸੀਂ ਪੈਕੇਜ ਲਈ ਕੰਮ ਨਹੀਂ ਕਰਦੇ, ਕਮਿਸ਼ਨ ਲਈ ਕੰਮ ਨਹੀਂ ਕਰਦੇ, ਕਲਾਇੰਟ ਦੀ ਵੱਧ ਤੋਂ ਵੱਧ ਸੇਵਿੰਗ ਕਰਵਾ ਕੇ ਦਿੰਦੇ ਨੇ। ਰਜਿੰਦਰ ਬਾਤਿਸ਼ 647 853 8000। ਤੁਸੀਂ ਕੋਈ ਘਰ ਖਰੀਦਣਾ ਚਾਹੁੰਦੇ ਹੋ, ਵੇਚਣਾ ਚਾਹੁੰਦੇ ਹੋ, ਕਿਸੇ ਪਾਸੇ ਇਨਵੈਸਟਮੈਂਟ ਕਰਨੀ ਹੈ, ਘਰ ਰੀਸੇਲ ਕਰਨਾ, ਕਾਲ ਕਰੋ ਰਜਿੰਦਰ ਬਾਤਿਸ਼ 647 853 8000। ਤੁਸੀਂ ਇੰਡੀਆ, ਅਮਰੀਕਾ, ਪਾਕਿਸਤਾਨ ਕਿਤੇ ਵੀ ਜਾਣਾ ਚਾਹੁੰਦੇ ਹੋ ਤਾਂ ਸਸਤੀਆਂ ਹਵਾਈ ਟਿਕਟਾਂ ਲਈ ਸੰਪਰਕ ਕਰੋ ਕੋਮਲ ਜੀ ਨੂੰ 905 239 7711। ਆਲ ਲਿੰਕ ਟਰੈਵਲ ਨਾਲ ਕੰਮ ਕਰਦੇ ਕੋਮਲ ਜੀ 905 239 7711। ਤੁਸੀਂ ਕਿਤੇ ਵਕੇਸ਼ਨ ਤੇ ਜਾਣਾ ਚਾਹੁੰਦੇ ਹੋ ਤਾਂ ਵਕੇਸ਼ਨ ਦੇ ਪੈਕੇਜ ਲੈਣ ਲਈ ਕਾਲ ਕਰੋ 905 239 7711। ਵਧੀਆ ਤੇ ਸਸਤੀਆਂ ਹਵਾਈ ਟਿਕਟਾਂ ਲਈ ਕਾਲ ਕਰੋ 905 239 7711। ਬਸ ਇੱਕ ਦੇ ਦਿਓ ਮੈਨੂੰ। ਹਾਂਜੀ, ਸਤਿ ਸ੍ਰੀ ਅਕਾਲ ਜੀ। ਮੇਰਾ ਨਾਮ ਹੈਗਾ ਮਨਦੀਪ ਸਿੰਘ ਰਾਏ। ਸਤਿ ਸ਼੍ਰੀ ਅਕਾਲ ਜੀ, ਮੈਂ ਸ਼ਿਵੰਦਰ ਸਿੰਘ ਪਵਾਰ। ਸਵਾਗਤ ਕਰਦੇ ਹਾਂ ਤੁਹਾਡਾ 1690 ਆਵਾਜ਼ ਦੀ ਦੁਨੀਆ ਨਾਲ ਜੁੜ ਚੁੱਕੇ ਸਾਰੇ ਸਰੋਤਿਆਂ ਦਾ। ਤੁਸੀਂ ਸਾਨੂੰ ਜਿਹੜੇ ਵੀ ਮਾਧਿਅਮ ਨਾਲ ਦੇਖ ਰਹੇ ਹੋ, ਤਹਿਲਕਾ ਮੀਡੀਆ ਦੀ ਐਪਸ, TV, ਸਾਰਿਆਂ ਦਾ ਸਵਾਗਤ ਕਰਦੇ ਹਾਂ ਜੀ। ਆਸ ਕਰਦੇ ਹਾਂ ਤੁਹਾਡਾ ਵੀਕ ਬਹੁਤ ਵਧੀਆ ਰਿਹਾ ਹੋਊਗਾ ਅਤੇ ਅੱਜ ਜਿਹੜਾ ਸੈਟਰਡੇ ਆ ਉਹ ਵੀ ਬਹੁਤ ਵਧੀਆ ਜਾਊਗਾ। ਜਿਨ੍ਹਾਂ ਦਾ ਨਹੀਂ ਵੀ ਵਧੀਆ ਲੰਘਿਆ, ਜ਼ਿੰਦਗੀ ਆ ਇਹਦਾ ਹੀ ਨਾਮ ਜ਼ਿੰਦਗੀ ਆ। ਦੁੱਖ ਸੁੱਖ ਦਿਨ ਰਾਤ ਇਹ ਆਪਣੇ ਨਾਲ ਚੱਲਣੇ ਨੇ। ਮੈਟਰ ਬਸ ਇਹ ਕਰਦਾ ਹੈ ਕਿ ਤੁਸੀਂ ਉਹਨੂੰ ਡੀਲ ਕਿੱਦਾਂ ਕਰਦੇ ਹੋ। ਜੇ ਕੋਈ ਦੁੱਖ ਆਇਆ ਤਾਂ ਉਹਨੂੰ ਕਿੱਦਾਂ ਡੀਲ ਕਰਦੇ ਹੋ, ਜੇ ਕੋਈ ਸੁੱਖ ਆ ਤਾਂ ਉਹਨੂੰ ਕਿੱਦਾਂ ਡੀਲ ਕਰਦੇ ਹੋ। ਕੁਝ ਦਿਨ ਪਹਿਲੇ ਇੱਥੇ ਵਾਨ, ਵੁੱਡਬ੍ਰਿਜ, ਹੋਰ ਸਾਰੇ ਬਹੁਤ ਧੁੰਦ ਪੈ ਰਹੀ ਆ, ਬਹੁਤ ਜ਼ਿਆਦਾ ਫੌਗੀ ਹੁੰਦਾ ਅਤੇ ਮੈਂ ਘਰੋਂ ਨਿਕਲਿਆ ਨਾਲ ਦੀ ਨਾਲ ਇੰਨੀ ਜ਼ਿਆਦਾ ਧੁੰਦ ਸੀ ਕਿ 20 ਫੁੱਟ ਤੇ ਦਿਖਦਾ ਨਹੀਂ ਸੀ ਕੁਛ। ਥੋੜਾ ਜਿਹਾ ਅੱਗੇ ਜਾ ਕੇ ਨਾ ਮਨਦੀਪ ਏਦਾਂ ਲੱਗਿਆ ਵੀ ਨਾ ਸਾਹਮਣੇ ਸੂਰਜ ਏਦਾਂ ਨਿਕਲ ਰਿਹਾ ਵੀ ਇਹ ਮੇਰੀ ਸਪੇਸ ਆ, ਧੁੰਦ ਤੂੰ ਕਿੱਦਾਂ ਲੈ ਸਕਦੀ ਹੈ ਮੇਰੀ ਸਪੇਸ। ਸੋ ਇਹ ਜਿਹੜੇ ਆ ਦੁੱਖ ਹੁੰਦੇ ਨੇ ਵੀ ਧੁੰਦਾਂ ਦੀ ਤਰ੍ਹਾਂ ਹੀ ਹੁੰਦੇ ਨੇ। ਇਹ ਜਦੋਂ ਆਉਂਦੇ ਨੇ ਬਹੁਤ ਜ਼ਿਆਦਾ ਸੰਘਣੇ ਹੁੰਦੇ ਨੇ। ਇਹ ਤੁਹਾਡੇ ਉੱਤੇ ਡਿਪੈਂਡ ਕਰਦਾ ਤੁਸੀਂ ਕਿੱਦਾਂ ਨਿਕਲ ਕੇ ਆਉਂਦੇ ਹੋ। ਸੂਰਜ ਆਪਦੀ ਥਾਂ ਕਿਸੇ ਹੋਰ ਨੂੰ ਲੈਣ ਨਹੀਂ ਦਿੰਦਾ। ਸੋ ਤੁਸੀਂ ਦੇਖਣਾ ਇਹ ਡੀਲ ਤੁਸੀਂ ਕਿੱਦਾਂ ਕਰਨਾ ਹੈ ਉਸ ਦੁੱਖ ਨਾਲ। ਉਹ ਸੋਚੋ ਕਿੱਦਾਂ ਨਿਕਲਣਾ। ਜੇ ਕੋਈ ਦੁੱਖ ਆਉਂਦਾ ਤਾਂ ਉਹ ਧੁੰਦ ਦੀ ਤਰ੍ਹਾਂ ਹੀ ਹੁੰਦਾ, ਉਹਨੇ ਨਿਕਲਣਾ ਹੀ ਆ, ਉਹਨੇ ਜਾਣਾ ਹੀ ਜਾਣਾ। ਜਿਵੇਂ ਸੂਰਜ ਨੇ ਆਉਣਾ ਹੀ ਆਉਣਾ ਤਾਂ ਉਹਨੇ ਦੁੱਖ ਨੇ ਵੀ ਜਾਣਾ ਹੀ ਜਾਣਾ। ਤੁਸੀਂ ਦੇਖਣਾ ਕਿ ਤੁਸੀਂ ਕਿੰਨੀ ਕੁ ਸ਼ਕਤੀ ਨਾਲ ਗਾਂਹ ਵੱਧਦੇ ਹੋ। ਆਪਣੇ ਨਾਲ ਜੈਗ ਹੋਣੀ ਆਪਣੀ ਸ਼ੋਅ ਤੇ ਦ ਜੈਗ ਸ਼ੋਅ ਤੇ ਜੁੜੇ ਹੋਏ ਨੇ। ਜੈਗ ਹੋਣਾ ਦਾ ਸਵਾਗਤ ਕਰਦੇ ਹਾਂ। ਅੱਜ ਕੱਲ੍ਹ ਜੈਗ ਹੋਣੀ ਭਾਰਤ ਫੇਰੀ ਤੇ ਨੇ। ਜਿਵੇਂ ਕੋਈ ਪ੍ਰਧਾਨ ਮੰਤਰੀ ਗਏ ਹੁੰਦੇ ਨੇ, ਸਾਡਾ ਪ੍ਰਧਾਨ ਮੰਤਰੀ ਅਸੀਂ ਫਿਰ ਇੱਧਰੋਂ ਹੀ ਉਹ ਕਰ ਲਈਦਾ। ਜੈਗ ਹੋਣੀ ਅੱਜ ਕੱਲ੍ਹ ਭਾਰਤ ਫੇਰੀ ਤੇ ਨੇ। ਆਪਣੇ ਜਿਹੜਾ ਮੋਗਾ ਅਤੇ ਕੀ ਕਹਿੰਦੇ ਨੇ ਉਹਨੂੰ ਦੇਸ਼ ਪੰਜਾਬ 'ਚ ਘੁੰਮ ਰਹੇ ਨੇ। ਆਪਾਂ ਨੂੰ ਉੱਥੇ ਦੀ ਸਿਆਸਤ ਕੀ ਚੱਲ ਰਿਹਾ, ਕੀ ਹੋਇਆ ਪੂਰੇ ਵੀਕ ਦੇ ਵਿੱਚ, ਹਾਲਾਂਕਿ ਸਾਰਿਆਂ ਨੂੰ ਪਤਾ ਹੀ ਆ। ਜਿਹੜੇ ਲੋਕ ਸਾਡੇ ਨਾਲ ਜੁੜੇ ਹੋਏ ਨੇ ਜਾਂ ਜੁੜਦੇ ਨੇ ਸਭ ਨੂੰ ਪਤਾ ਹੀ ਆ, ਬਟ ਫਿਰ ਵੀ ਆਪਾਂ ਅੱਜ ਇੱਕ ਛੋਟੀ ਜਿਹੀ ਜਿਹੜੀ ਆ ਉਹ ਇੱਕ ਝਾਤ ਮਾਰਾਂਗੇ ਉਹਨਾਂ ਚੀਜ਼ਾਂ ਤੇ। ਜੈਕ ਤੁਹਾਡਾ ਸਵਾਗਤ ਹੈ ਜੀ। ਜੇ ਤੁਹਾਨੂੰ ਆਵਾਜ਼ ਆ ਰਹੀ ਹੈ ਤਾਂ ਪਲੀਜ਼ ਦੱਸ ਦਿਓ।
ਜੀ ਸ਼ਿਵਿੰਦਰ ਵੀਰ ਸਤਿ ਸ੍ਰੀ ਅਕਾਲ ਤੇ ਮਨਦੀਪ ਵੀਰ ਸਤਿ ਸ੍ਰੀ ਅਕਾਲ, ਕੀ ਹਾਲ ਚਾਲ ਹੈ ਜੀ? ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੈਕ ਬਸ ਜੀ ਵਧੀਆ। ਸਾਨੂੰ ਸਤਿ ਸ਼੍ਰੀ ਅਕਾਲ ਕਰਤੀ, ਤੁਹਾਡੇ ਸਰੋਤਿਆਂ ਨੂੰ ਤੁਸੀਂ ਆਪਦੇ ਸ਼ੋਅ ਤੇ ਇਤਨਾ ਸਵਾਗਤ ਕੀਤਾ ਨਾ, ਸਤਿ ਸ਼੍ਰੀ ਅਕਾਲ ਕੀਤੀ। ਬਾਈ ਜੀ ਉਹਨਾਂ ਨਾਲ ਰੂਬਰੂ ਹੋ ਲਓ, ਤੁਸੀਂ ਇੱਥੇ ਹੀ ਹੋ, ਅਸੀਂ ਤਾਂ ਤੁਹਾਨੂੰ ਉਹ ਕਰਕੇ ਕਰੀਦਾ ਵੀ ਇਹ ਜੈਕ ਸਾਹਿਬ ਇੱਥੇ ਹੀ ਖੜੇ ਨੇ। ਔਰ ਬਿਲਕੁਲ ਵੀਰ ਸਰ, ਜਿੰਨੇ ਜੈਕ ਸ਼ੋ ਨਾਲ 1690 ਨਾਲ ਤਹਿਲਕਾ ਮੀਡੀਆ ਨਾਲ ਜਿੰਨੇ ਆਪਣੇ ਸਰੋਤੇ ਜੁੜੇ ਆ, ਸਾਰਿਆਂ ਨੂੰ ਇੱਕ ਵਾਰ ਪਿਆਰ ਭਰੀ ਸਤਿ ਸ਼੍ਰੀ ਅਕਾਲ, ਸਲਾਮ ਅਤੇ ਨਮਸਕਾਰ ਹੈ ਦੋਸਤੋ। ਸੋ ਅੱਜ ਜਿਵੇਂ ਸ਼ਿਵਿੰਦਰ ਵੀਰ ਦੱਸ ਕੇ ਹਟਿਆ ਕਿ ਧੁੰਦਾਂ ਦਾ ਮੌਸਮ ਜਿਹਾ, ਵੈਸੇ ਸ਼ਿਵਿੰਦਰ ਇੰਡੀਆ ਵੱਲ ਦੀ ਜਿਹੜੀ ਫੀਲਿੰਗ ਆਉਂਦੀ ਹੋਣੀ ਆ ਜੇ ਧੁੰਦ ਦੇ ਵਿੱਚ ਆਪਾਂ ਕਾਰ ਡਰਾਈਵ ਕਰਦੇ ਆ ਹਾਂਜੀ, Yep. ਬਿਲਕੁਲ ਉਹ ਤਾਂ ਹੈਗਾ। ਬਸ ਇਹ ਹੈ ਕਿ ਲੋਕਾਂ ਨੂੰ ਧੁੰਦ ਦੇ ਵਿੱਚ ਇੱਥੇ ਮੈਨੂੰ ਲੱਗਦਾ ਜਾਂ ਤਾਂ ਤੁਰਨਾ ਨਹੀਂ ਆਉਂਦਾ ਜਾਂ ਚੱਲਣਾ ਨਹੀਂ ਆਉਂਦਾ, ਗੱਡੀਆਂ ਚਲਾਉਣੀਆਂ ਨਹੀਂ ਆਉਂਦੀਆਂ। ਬਹੁਤ ਜ਼ਿਆਦਾ ਲੋਕ ਇੰਨੀ ਸੰਘਣੀ ਧੁੰਦ ਦੇ ਬਾਵਜੂਦ ਵੀ ਲਾਈਟ ਉਹ ਨਹੀਂ ਕਰਦੇ ਹੈਗੇ ਕਿ ਹਾਂਜੀ 4-ਵੇ ਫਲੈਸ਼ਰ ਚਲਾ ਲਈਏ। ਜ਼ਰੂਰ 4-ਵੇ ਫਲੈਸ਼ਰ ਚਲਾ ਲਿਆ ਕਰੋ। ਪਿੱਛੇ ਜੇ ਮੈਂ ਇੱਕ ਜੈਗ ਦੇਖਿਆ ਆ ਰਿਹਾ ਸੀਗਾ ਇਧਰੋਂ ਵੰਡਰਲੈਂਡ ਦੀ ਸਾਈਡ ਤੋਂ, ਤੇ ਰਾਈਟ ਮੁੜਨ ਨੂੰ ਖੜਾ ਸੀ ਰਦਰਫੋਰਡ ਤੇ ਮਤਲਬ ਇੱਕ ਭੈਣ ਆਪਣੀ ਉਹ ਬੀਬੀ ਕੋਈ ਬੀਮਰ ਚਲਾ ਰਹੀ ਸੀ, ਉਹਨਾਂ ਦੇ ਨਾਲ ਫੈਮਿਲੀ ਵੀ ਬੈਠੀ ਸੀ, ਮੂਹਰੇ ਲਾਈਟ ਨਹੀਂ ਚੱਲ ਰਹੀ ਉਹਨਾਂ ਦੀ, ਹਨਾ ਲਾਈਟ ਪਤਾ ਨਹੀਂ ਜਾਂ ਤਾਂ ਕੁਝ ਹੋਇਆ ਸੀ, ਕਿਉਂਕਿ ਵੈਸੇ ਤਾਂ ਆਪਣੇ ਇੱਥੇ ਡੇ ਲਾਈਟ ਵੀ ਆਪਣੀ ਉਹ ਹੋ ਜਾਂਦੀ ਹੈ ਨਾ, ਕਿਉਂਕਿ ਦਿਨੇ ਵੀ ਚੱਲਦੀਆਂ ਰਹਿੰਦੀਆਂ ਜਿਹੜੀਆਂ ਲਾਈਟਾਂ ਨੇ, ਪਤਾ ਨਹੀਂ ਕਿਉਂ ਨਹੀਂ ਉਹਨਾਂ ਦੀ। ਮੈਂ ਉਹਨਾਂ ਨੂੰ ਹੌਰਨ ਮਾਰ ਕੇ ਉਹਨਾਂ ਨੂੰ ਬੜਾ ਸਮਝਾਉਣ ਦੀ ਟਰਾਈ ਕੀਤੀ ਕਿ ਤੁਹਾਡੀ ਲਾਈਟ ਨਹੀਂ ਚੱਲ ਰਹੀ, ਲਾਈਟ ਨਹੀਂ ਚੱਲ ਰਹੀ। ਉਹਨਾਂ ਨੂੰ ਲੱਗਿਆ ਕਿਤੇ ਮੈਂ ਤੰਗ ਕਰਦਾ, ਛੇੜਦਾ, ਬਟ ਜੇ ਕਿਤੇ ਉਹ ਭੈਣ ਹੋਰੀ ਸੁਣ ਰਹੇ ਹੋਣ ਤਾਂ ਮੈਂ ਉਹਨਾਂ ਨੂੰ ਸਿਰਫ ਇਹ ਕਹਿ ਰਿਹਾ ਸੀਗਾ ਵੀ ਬਈ ਲਾਈਟ ਜਗਾ ਲਓ, ਤੂੰ ਨਜ਼ਰ ਨਹੀਂ ਆਉਂਦੀ ਭੈਣੇ, ਨਾ ਤੇਰੀ ਗੱਡੀ ਇੱਕ ਤਾਂ ਗੱਡੀ ਕਾਲੀ ਆ, ਉਤੋਂ ਧੁੰਦ ਪਈ ਹੋਈ ਆ, ਉਤੋਂ ਫੈਮਿਲੀ ਬਿਠਾਈ ਹੋਈ ਆ ਨਾਲ। ਤੇ ਪਲੀਜ਼ ਜਿਨ੍ਹਾਂ ਨੂੰ ਐਂ ਲੱਗਦਾ ਵੀ ਅਸੀਂ ਬਹੁਤ ਮਾਹਿਰ ਆ, ਤੁਸੀਂ ਮਾਹਿਰ ਹੋ ਸਕਦੇ ਹੋ, ਪਰ ਹੋ ਸਕਦਾ ਜਿਹੜਾ ਤੁਹਾਡੇ ਮੂਹਰੇ ਚੱਲ ਰਿਹਾ ਉਹ ਮਾਹਿਰ ਨਹੀਂ ਹੈਗਾ, ਹੋ ਸਕਦਾ ਜਿਹੜਾ ਤੁਹਾਡੇ ਪਿੱਛੇ ਆ ਰਿਹਾ ਉਹ ਮਾਹਿਰ ਨਹੀਂ ਹੈਗਾ, ਹੋ ਸਕਦਾ ਜਿਹੜਾ ਉਹਦੇ ਮੂਹਰੇ ਤੋਂ ਮੂਹਰੇ ਚੱਲ ਰਿਹਾ ਉਹ ਮਾਹਿਰ ਨਹੀਂ ਹੈਗਾ, ਤੇ ਉਹ ਕੋਈ ਐਕਸੀਡੈਂਟ ਕਰਦਾ ਤੁਹਾਡੇ ਤੋਂ ਰੁਕਣਾ ਨਹੀਂ। ਸੋ ਪਲੀਜ਼ ਜਿਹੜਾ ਇੱਕ ਸੇਫ ਡਿਸਟੈਂਸ ਆ ਉਹ ਬਣਾ ਕੇ ਚੱਲਿਆ ਕਰੋ। ਨਾਲ ਦੀ ਨਾਲ ਜੇ ਤੁਹਾਨੂੰ ਲੱਗੇ ਕਿ ਧੁੰਦ ਪੈ ਰਹੀ ਹੈ ਬਹੁਤ ਜ਼ਿਆਦਾ, ਤਾਂ ਪਲੀਜ਼ 4-ਵੇ ਫਲੈਸ਼ਰ ਔਨ ਕਰ ਲਿਆ ਕਰੋ। ਕੋਈ ਫਰਕ ਨਹੀਂ ਪੈਂਦਾ, 4-ਵੇ ਫਲੈਸ਼ਰ ਨਾਲ ਤੁਹਾਡਾ ਕੋਈ ਜ਼ਿਆਦਾ ਬਿੱਲ ਨਹੀਂ ਆ ਰਿਹਾ ਹੁੰਦਾ, ਉਹ ਉਹਦੇ ਵਿੱਚ ਹੀ ਤੁਹਾਡਾ ਕਵਰ ਹੋ ਜਾਂਦਾ, ਗੈਸ ਜ਼ਿਆਦਾ ਨਹੀਂ ਫੁਕਦੀ ਉਹਦੇ ਨਾਲ, ਨਾ ਹੀ ਕੋਈ ਬੈਟਰੀ ਦੀ ਲਾਈਫ ਘਟ ਜਾਂਦੀ ਹੈ ਜਾਂ ਵੱਧ ਜਾਂਦੀ ਹੈ। ਸੋ ਪਲੀਜ਼ ਉਹਨੂੰ ਔਨ ਕਰ ਲਿਆ ਕਰੋ 4-ਵੇ ਫਲੈਸ਼ਰ ਨੂੰ, ਤੇ ਜ਼ਰੂਰ ਆਪਦੀਆਂ ਲਾਈਟਾਂ ਸਵੇਰੇ ਦੇਖ ਕੇ ਚੱਲਿਆ ਕਰੋ ਕਿ ਸਾਡੀਆਂ ਜਿਹੜੀਆਂ ਮੇਨ ਫਲੱਡ ਲਾਈਟਸ ਨੇ ਉਹ ਚੱਲ ਰਹੀਆਂ ਨੇ, ਉਹ ਚੱਲਦੀਆਂ ਪਈਆਂ ਨੇ ਜਾਂ ਨਹੀਂ ਚੱਲ ਰਹੀਆਂ। ਤੇ ਮੇਰੀ ਗੁਜ਼ਾਰਿਸ਼ ਬਾਈਆਂ ਨੂੰ ਵੀ ਰਹੂਗੀ, ਆਪਦੀਆਂ ਘਰ ਵਾਲੀਆਂ ਦੀ ਗੱਡੀ ਚੈੱਕ ਕਰ ਲਿਆ ਕਰੋ। ਤੁਸੀਂ ਭਾਵੇਂ ਤੰਗ ਆਏ ਹੋਏ ਹੋ, ਬਟ ਕੋਈ ਹੋਰ ਹੋ ਸਕਦਾ ਨਾ ਤੰਗ ਆਇਆ ਹੋਵੇ ਜਿਹੜਾ ਜਿਹਦੇ ਵਿੱਚ ਭੈਣ ਹੋਰੀ ਮਾਰ ਦੇਣ, ਠੀਕ ਹੈ। ਸੋ ਪਲੀਜ਼ ਇਹ ਚੀਜ਼ ਦਾ ਧਿਆਨ ਰੱਖਿਓ ਜੀ। ਜੈਗ ਜੀ ਤੁਹਾਡੇ ਵੀਰ ਆਪਾਂ ਥੋੜੀ ਜਿਹੀ ਗੱਲਬਾਤ ਕਰੀਏ। ਹਾਂਜੀ, ਤੁਹਾਡੇ ਵੀ ਧੁੰਦਾਂ ਸ਼ੁਰੂ ਹੋ ਗਈਆਂ ਜੈਗ ਕਿ ਨਹੀਂ ਉੱਥੇ? ਧੁੰਦਾਂ ਨਹੀਂ ਵੀਰ, ਪਤਾ ਨਹੀਂ ਕੀ ਗੱਲ ਆ, ਪੰਜਾਬ ਦੀ ਮੈਂ ਸਿਫਤ ਕੀ ਕਰਤੀ ਇੱਕ ਦੋ ਵਾਰੀ, ਪਿਛਲੇ ਸ਼ੋਅ 'ਚ ਆਪਾਂ ਗੱਲ ਕੀਤੀ ਸੀ ਪਰਾਲੀ ਦੀ। ਇਸ ਵਾਰ ਲੋਕ ਜਿਹੜਾ ਝੋਨੇ ਨੂੰ ਪਰਾਲੀ ਨੂੰ ਵੀ ਅੱਗ ਨਹੀਂ ਲਾ ਰਹੇਗੇ ਪਰ ਅੱਜ ਦਾ ਦਿਨ ਪੰਜਾਬ ਦੇ ਵਿੱਚ ਵੀਰ, ਹਾਂਜੀ, ਕਿਉਂਕਿ ਮੇਰੇ 2-3 ਫਰੈਂਡ ਸੀ, ਇੱਕ ਤਾਂ ਜਥੇਦਾਰ ਤੋਤਾ ਸਿੰਘ ਦਾ ਪਿੰਡ ਆ ਦਿਦਾਰ ਸਿੰਘ ਵਾਲਾ, ਮੋਗੇ ਜ਼ਿਲ੍ਹੇ 'ਚ ਹੀ ਆ ਪੈਂਦਾ, ਨਿਹਾਲ ਸਿੰਘ ਵਾਲਾ ਦੇ ਕੋਲੇ। ਹਾਂਜੀ ਹਾਂਜੀ, ਇੱਧਰ ਬੱਦਨੀ, ਨਿਹਾਲ ਸਿੰਘ ਵਾਲਾ, ਇੱਧਰ ਨੂੰ ਅੱਜ ਮੈਂ ਗਿਆ ਸੀ ਆਪਣੇ 2-3 ਫਰੈਂਡਾਂ ਨੂੰ ਮਿਲਣ ਜੀ, ਤੇ ਉਹ ਬਈ ਬੁਰਾ ਹਾਲ ਹੀ ਹੋ ਗਿਆ ਵੀਰ। ਅੱਛਾ ਜੀ। ਹਰ ਪਿੰਡ ਦੇ ਵਿੱਚ ਲੋਕਾਂ ਨੇ ਅੱਗ ਲਾਈ ਹੋਈ ਆ, ਅਤੇ ਫਿਰ ਮੈਂ ਆਪਣੇ ਦੋਸਤਾਂ ਨੂੰ ਜਿਨ੍ਹਾਂ ਨੂੰ ਮਿਲਿਆ ਉਹਨਾਂ ਨਾਲ ਫਿਰ ਮੈਂ ਗੱਲ ਵੀ ਕੀਤੀ ਵੀ ਇਹ ਕੀ ਹੋ ਗਿਆ ਵੀ ਸਡਨਲੀ ਕੱਲ ਤੱਕ ਕਿਸੇ ਵੀ ਪਿੰਡ 'ਚ ਅੱਗ ਨਹੀਂ ਸੀ ਤੇ ਅੱਜ ਸਾਰੇ ਪਿੰਡਾਂ ਦੇ ਵਿੱਚ ਇੰਨੀਆਂ ਅੱਗਾਂ ਕਿਉਂ ਲੱਗ ਰਹੀਆਂ ਨੇ। ਸੋ ਕਿਉਂਕਿ ਮੈਂ ਇੱਕ ਦਿਨ ਜਾ ਰਿਹਾ ਸੀ ਇੱਧਰ ਨੂੰ ਕੋਟਕਪੂਰਾ ਸਾਈਡ ਮੋਗੇ ਤੋਂ, ਤੇ ਉੱਥੇ ਰਸਤੇ ਵਿੱਚ ਮੈਂ ਦੇਖਿਆ ਕਿ ਕਾਫੀ ਜਿਵੇਂ 10-15 ਕਿੱਲਿਆਂ ਦੇ ਵਿੱਚ ਨਾ ਸਰਕਾਰ ਦਾ ਕੋ ਬਣਾਇਆ ਹੋਇਆ ਜਿੱਥੇ ਉਹ ਪਰਾਲੀ ਜਮ੍ਹਾਂ ਕਰਦੇ ਨੇ। ਸੋ ਉੱਥੇ ਵੱਡੇ ਵੱਡੇ ਢੇਰ ਲੱਗੇ ਹੋਏ ਨੇ ਪਰਾਲੀ ਦੇ, ਬਟ ਉਹ ਪਿੰਡਾਂ ਦੇ ਵਿੱਚ ਵੀ ਕਾਫੀਆਂ 'ਚ ਲੱਗੇ ਹੋਏ ਨੇ। ਉਹ ਕਹਿੰਦੇ ਵੀ ਅਸੀਂ ਕੀ ਕਰੀਏ, ਸਰਕਾਰ ਹੁਣ ਚੱਕ ਹੀ ਨਹੀਂ ਰਹੀ। ਉਹ ਲੋਕਾਂ ਨੇ ਖੇਤਾਂ ਦੇ ਵਿੱਚ ਵੀ ਉਹ ਢੇਰ ਲਾ ਕੇ ਰੱਖੇ ਕਿ ਇਹਨੂੰ ਚੱਕ ਕੇ ਲੈ ਜਾਓ, ਉਹ ਅੱਕ ਕੇ ਲੋਕਾਂ ਨੇ ਹੁਣ ਉਹਨੂੰ ਅੱਗ ਲਾਉਣੀ ਸ਼ੁਰੂ ਕਰਤੀ ਆ। ਜੀ 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 ਜੀ, ਸਰਕਾਰ ਨੇ ਉਹਨੂੰ ਚੱਕਿਆ ਨਹੀਂ ਤੇ ਉਸ ਧੂਏ ਦੇ ਨਾਲ ਕਾਫੀ ਬੁਰਾ ਹਾਲ ਹੋਇਆ। ਕਿਉਂਕਿ ਮੈਂ ਤੁਹਾਨੂੰ ਪਤਾ ਕਿ ਮੈਂ ਉਹ ਥੋੜਾ ਸ਼ੌਕੀਆ ਮੋਟਰਸਾਈਕਲ ਲਿਆ, ਤੇ ਉਹਦੇ 'ਤੇ ਮੈਂ ਜ਼ਿਆਦਾ ਡਰਾਈਵ ਕਰਨੀ ਪਸੰਦ ਕਰਦਾ, ਬਟ ਤੁਹਾਨੂੰ ਮੂੰਹ ਦੇ ਉੱਪਰ ਰੁਮਾਲ ਬੰਨ੍ਹ ਕੇ, ਐਨਕਾਂ ਲਾ ਕੇ ਤੇ ਆਪਣੇ ਆਪ ਨੂੰ ਚੰਗੀ ਤਰ੍ਹਾਂ ਤਾਂ ਕਵਰ ਕਰਕੇ ਤੁਸੀਂ ਜਾਓਗੇ ਫਿਰ ਠੀਕ ਆ, ਬਟ ਅਦਰਵਾਈਜ਼ ਉੱਥੇ ਧੂਏ ਦੇ ਵਿੱਚ ਦੀ ਲੰਘਣਾ ਵੀ ਮੁਸ਼ਕਲ ਹੋ ਜਾਂਦਾ, ਇੰਨਾ ਧੂਆ ਹੁੰਦਾ ਰੋਡ ਦੇ ਉੱਪਰ। ਜੀ ਜੀ, ਬਸ ਆਪਣੇ ਧੂਆ ਜਿਹੜਾ ਹੁੰਦਾ ਆਪਣੇ ਧੁੰਦੀ ਕਹਿ ਲਓ, ਜੇ ਤੁਸੀਂ ਹੈਲਮਟ ਵੀ ਪਾ ਲਓ, ਕਰਕੇ ਆਈ ਵਾਸ ਡਰਾਈਵਿੰਗ ਮਾਈ ਬਾਈਕ ਔਨ ਫਰਾਈਡੇ, ਆਈ ਥਿੰਕ ਥਰਸਡੇ, ਇੱਥੇ ਧੁੰਦ ਸੀ ਨਾ, ਉਹ ਹੈਲਮਟ ਜਿਹੜਾ ਉਹਦੇ ਉੱਤੇ ਹੀ ਪਾਣੀ ਜੰਮ ਜਾਂਦਾ ਸੀ, ਤੁਹਾਨੂੰ ਹੈਲਮਟ ਲਾਉਣਾ ਪੈਣਾ ਸੀ।
ਸੋ ਇਟਸ ਪ੍ਰੀਟੀ ਹਾਰਡ ਤੋਂ ਜੀ, ਵਿੱਚ ਤੁਸੀਂ ਮਨਦੀਪ ਹੈਲਮਟ ਵੀ ਨਹੀਂ ਪਾ ਜਿਹੜੀ, ਸਕਦੇ। ਆਪਣੇ ਹਾਂਜੀ ਹਾਂਜੀ ਜਿਹੜੀ ਭਾਈ। ਕੈਨੇਡਾ ਦੀ ਮਨਦੀਪ ਉਹ ਕੱਲੀ ਧੁੰਦ ਆ, ਹਾਂਜੀ। ਇੱਥੇ ਵੀਰ ਨਾਲ ਇਹ ਧੂਆਂ ਵਾ ਤੇ ਇਹ ਜਦੋਂ ਅੱਛਾ, ਤੁਹਾਡੇ ਅੱਛਾ, ਨੱਕ ਦੇ ਠੀਕ ਕੋਲੇ ਹੈ। ਆਉਂਦਾ ਤੁਸੀਂ ਸਾਹ ਵੀ ਨਹੀਂ ਲੈ ਸਕਦੇ। ਠੀਕ ਹੈ, ਮੈਂ ਸਮਝ ਜੇ ਗਿਆ। ਤੁਸੀਂ ਦੇਖ ਲਓ ਵੀ ਉਹ ਅੱਧਾ ਪੌਣਾ ਕਿਲੋਮੀਟਰ ਜਾਂ 1 ਕਿਲੋਮੀਟਰ ਤੱਕ ਧੂਆਂ ਆਉਂਦਾ ਤੇ ਤੁਹਾਨੂੰ ਸਾਹ ਲੈਣਾ ਵੀ ਔਖਾ ਹੋ ਜਾਂਦਾ ਉਨੀ ਜਗ੍ਹਾ ਦੇ ਵਿੱਚ। ਜਿਹੜਾ ਉੱਥੇ ਧੂਆਂ ਮਨਦੀਪ ਉਹ ਸਮੋਕ ਹੀ ਆ। ਅੱਛਾ, ਮੇਰੀ ਠੀਕ ਹੈ। ਸਮੋਕ ਆ, ਕਿਉਂਕਿ ਅੱਗ ਲਾਈ ਹੋਈ ਹੈ ਸੜਕਾਂ, ਤੁਸੀਂ ਚੱਲ ਰਹੇ ਹੋ ਬਟ ਸਾਈਡਾਂ ਤੇ ਅੱਗ ਲੱਗੀ ਹੋਈ ਠੀਕ ਹੈ, ਠੀਕ ਹੈ, ਸਮਝ ਗਿਆ। ਸੋ ਤੁਸੀਂ ਉਹ ਕਰ ਹੀ ਨਹੀਂ ਸਕਦੇ, ਸਾਹ ਨਹੀਂ ਲੈ ਸਕਦੇ। ਇੱਕ ਤਾਂ ਇੱਕ ਉਹ ਅੱਖਾਂ 'ਚ ਵੜਦਾ, ਜੀ ਮੇਰੇ ਚੁੱਭਦਾ ਬਹੁਤ ਆ, ਹਨਾ। ਮੇਰੇ ਫਰੈਂਡ sure. ਦੇ ਨਾਲ ਸ਼ਿਵਨ ਹਾਂਜੀ ਸੌਰੀ ਸ਼ਿਵਿੰਦਰ, ਮੈਂ ਨਾ ਆਪਣੇ ਫਰੈਂਡ ਨੂੰ ਇਹ ਪੁੱਛਿਆ, ਮੈਂ ਕਿਹਾ ਯਾਰ ਤੁਸੀਂ ਵੇਟ ਕਰ ਲਓ, ਸਰਕਾਰ 2-4 ਦਿਨਾਂ ਨੂੰ ਚੱਕ ਲੂ, 10 ਦਿਨਾਂ ਨੂੰ ਚੱਕ ਲੂ, ਜੀ। ਉਹ ਫਿਰ ਅਗਲੀ ਫਸਲ ਦੀ ਤਿਆਰੀ ਕਰਨੀ ਹੁੰਦੀ ਹੈ। ਮੈਂ ਆਪਣੇ ਫਰੈਂਡ ਨੂੰ ਇਹ ਗੱਲ ਕਹੀ, ਮੈਂ ਕਿਹਾ ਵੀ ਇਹ ਫਿਰ ਆਪਾਂ ਜਿਹੜੇ ਆਪਣੇ ਬੱਚੇ ਹੋਣੇ ਅੱਗੇ ਉਹਨਾਂ ਦੇ ਵਾਸਤੇ ਆਪਾਂ ਕੰਡੇ ਬੀਜ ਰਹੇ ਆ। ਜੀ। ਜਿਹੜਾ ਅੱਜ ਆਪਣਾ ਪਾਣੀ 'ਚ ਜ਼ਹਿਰਾਂ ਘੁਲ ਗਈਆਂ ਨੇ, ਆਪਣਾ ਪੰਜਾਬ ਦਾ ਜਿਹੜਾ ਵਾਤਾਵਰਨ ਆ ਉਹ ਖਰਾਬ ਹੋ ਗਿਆ। ਮੈਂ ਕਿਹਾ ਵੀ ਇਹ ਆਪਣੇ ਜਿਹੜੇ ਦਾਦੇ ਪੜਦਾਦੇ ਜਾਂ ਦਾਦੇ ਆ ਜਾਂ ਆਪਣੇ ਪਿਓ ਦੀ ਉਮਰ ਦੇ ਜਿਨ੍ਹਾਂ ਨੇ ਖੇਤੀ ਕੀਤੀ ਆ, ਉਹਨਾਂ ਦੇ ਕੰਡੇ ਬੀਜੇ ਹੋਏ ਆਪਾਂ ਚੁਗਣੇ ਸ਼ੁਰੂ ਕਰਤੇ ਨੇ। ਵੀ ਆਪਾਂ ਤਾਂ ਕੰਡੇ ਬੀਜਣੇ ਬੰਦ ਕਰ ਦੋ ਕਿ ਆਪਣੇ ਬੱਚਿਆਂ ਨੂੰ ਅੱਗੇ ਨਾ ਚੁਗਣੇ ਪੈਣ। ਜੈਗ ਪ੍ਰੋਬਲਮ ਪਤਾ ਕੀ ਆ, ਅਸੀਂ ਲੋਕ ਸਰਕਾਰਾਂ ਦੇ ਆਖੇ ਆ ਗਏ ਉਦੋਂ। ਝੋਨਾ ਸਾਡੀ ਫਸਲ ਨਹੀਂ ਹੈਗੀ ਜੈਗ, ਸਾਡੇ ਪੰਜਾਬ ਦੀ ਫਸਲ ਨਹੀਂ ਹੈਗੀ, ਹਨਾ। ਤੇ ਪਰ ਹੁਣ ਸਾਡੇ ਕੋਲੇ ਕੋਈ ਉਹਦਾ ਅਲਟਰਨੇਟਿਵ ਵੀ ਨਹੀਂ ਹੈਗਾ ਸਾਨੂੰ। ਆ ਜਿਵੇਂ ਹੁਣ ਪਿੱਛੇ ਜੇ ਮੂੰਗੀ ਦਾ ਕਿਹਾ ਸੀਗਾ, ਮਾਨ ਸਾਹਿਬ ਨੇ ਜ਼ਿਕਰ ਕੀਤਾ ਸੀ, ਸਾਡੇ ਮਾਨਯੋਗ ਜਿਹੜੇ ਸੀਐਮ ਸਾਹਿਬ ਨੇ। ਪਰ ਜਿਹੜੇ ਮੂੰਗੀ ਦੇ ਕਾਸ਼ਤਕਾਰ ਸੀਗੇ ਉਹਨਾਂ ਨੂੰ ਪੈਸੇ ਨਹੀਂ ਮਿਲਦੇ ਜਦੋਂ, ਹਨਾ। ਫਿਰ ਉਹ ਬੰਦਾ ਕੀ ਕਰੇ? ਉਹ ਬੰਦੇ ਕੋਲੇ ਕੋਈ ਅਲਟਰਨੇਟਿਵ ਤਾਂ ਦੇਣ ਨਾ, ਸਰਕਾਰਾਂ ਨਹੀਂ ਅਲਟਰਨੇਟਿਵ ਦੇਣੇ ਹੁੰਦੇ ਨੇ, ਕਿਸੇ ਹੋਰ ਨੇ ਤਾਂ ਦੇਣੇ ਨਹੀਂ। ਪਰ ਜਿਹੜਾ ਇਹ ਝੋਨਾ, ਇਹ ਸਾਡੀ ਫਸਲ ਤਾਂ ਹੈ ਨਹੀਂ, ਪਰ ਅਸੀਂ ਲੋਕ ਨਾਲੇ ਤਾਂ ਅਸੀਂ ਆਪਦੇ ਪਾਣੀ ਗੰਧਲੇ ਕਰ ਲਏ, ਨਾਲੇ ਪਾਣੀ ਨੀਵੇਂ ਕਰਤੇ, ਚੌਲ ਖਵਾ ਕੇ ਲੋਕਾਂ ਨੂੰ। ਅਸੀਂ ਆਪ ਤਾਂ ਖਾਂਦੇ ਨਹੀਂ, ਹਨਾ। ਅਸੀਂ ਆਪਣੇ ਵਾਸਤੇ ਤਾਂ ਉਗਾਣੇ ਨਹੀਂ ਹੈਗੇ ਉਹ, ਤੇ ਉਹ ਉਗਾਣੇ ਤਾਂ ਅਸੀਂ ਦੇਸ਼ ਵਾਸਤੇ ਨੇ ਜਾਂ ਵਿਦੇਸ਼ਾਂ ਵਾਸਤੇ ਨੇ। ਵਿਦੇਸ਼ਾਂ 'ਚ ਸਾਡਾ ਚਾਵਲ ਜਾ ਨਹੀਂ ਰਿਹਾ, ਠੀਕ ਹੈ। ਚਾਵਲ ਦਾ ਦਾਣਾ ਦੇਖ ਕੇ ਕਹਿੰਦੇ ਨੇ ਵੀ ਇੱਕ ਤਾਂ ਜੀ ਛੋਟਾ, ਦੂਜਾ ਕੀ ਕਹਿੰਦੇ ਨੇ ਉਹਨੂੰ, ਇਹਦੇ ਵਿੱਚ ਸਪਰੇਅ ਬਹੁਤ ਆ। ਸੋ ਇਹ ਚੀਜ਼ਾਂ ਆਪਾਂ ਨੂੰ ਦੇਖਣੀਆਂ ਪੈਣੀਆਂ। ਆਪਾਂ ਅੱਗੇ ਵਧਣ ਤੋਂ ਪਹਿਲੇ ਇੱਕ ਵਾਰੀ ਮੈਂ ਫੇਰ ਦੱਸਦਾ ਜੀ, 1690 AM ਜਿਨ੍ਹਾਂ ਨੇ ਹੁਣੇ ਟਿਊਨ ਇਨ ਕੀਤਾ, ਤੁਸੀਂ ਕਾਲ ਕਰ ਸਕਦੇ ਹੋ 905-405-0002 ਤੇ ਕਰ ਸਕਦੇ ਹੋ ਜੀ। ਜੇ ਕੋਈ ਵੀ ਸੁਝਾਅ ਜਾਂ ਕੋਈ ਗੱਲ ਕਰਨੀ ਚਾਹੁੰਦੇ ਹੋ, ਕਿਸੇ ਵੀ ਟੌਪਿਕ ਤੇ ਗੱਲ ਕਰਨੀ ਚਾਹੁੰਦੇ ਹੋ, ਅੱਜ ਆਪਾਂ ਓਪਨ ਟਾਕ ਸ਼ੋ ਰੱਖਾਂਗੇ। ਹਾਲਾਂਕਿ ਦੋ ਜਿਹੜੇ ਵਿਸ਼ੇ ਮੇਨ ਚੱਲ ਰਹੇ ਨੇ, ਇੱਕ ਤਾਂ ਜਿਹੜੇ ਸੁਧੀਰ ਸੂਰੀ ਜਿਨ੍ਹਾਂ ਦਾ ਕਤਲ ਕਰ ਦਿੱਤਾ ਗਿਆ ਕੱਲ ਸਵੇਰ, ਉੱਥੇ ਦੀ ਜਿਹੜੀ ਕੱਲ ਸਵੇਰ ਸੀ, ਤੇ ਦੂਜਾ ਅੱਜ ਅੰਮ੍ਰਿਤਪਾਲ ਹੋਣਾ ਨੂੰ, ਜਿਹੜੇ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਬਣ ਚੁੱਕੇ ਨੇ, ਉਹਨਾਂ ਨੂੰ ਵੀ ਨਜ਼ਰਬੰਦ ਕਰ ਦਿੱਤਾ ਗਿਆ ਮੋਗੇ ਦੇ ਇੱਕ ਪਿੰਡ ਦੇ ਵਿੱਚ। ਉਹਦੀ ਜਾਣਕਾਰੀ ਆਪਾਂ ਲੈਣੇ ਆ, ਸ਼ਾਇਦ ਆਪਣੇ ਜੈਗ ਹੋਣਾ ਕੋਲੇ ਹੋਊਗੀ। ਤੇ ਨਾਲ ਦੀ ਨਾਲ ਅੱਜ ਜਿਹੜਾ ਵੀਕ ਹੈ ਇਹ ਬਹੁਤ ਹੀ ਸਿੱਖਾਂ ਲਈ ਬਹੁਤ ਹੀ ਮੰਦਭਾਗਾ ਉਹ ਚੜਿਆ ਸੀਗਾ। ਨਵੰਬਰ ਦਾ ਮਹੀਨਾ 84 ਦੇ ਵਿੱਚ ਜਦੋਂ ਇੰਦਰਾ ਗਾਂਧੀ ਨੂੰ ਸੋਧਾ ਲਾਇਆ ਗਿਆ, ਤੇ ਉਸ ਤੋਂ ਬਾਅਦ ਜੋ ਦਿੱਲੀ ਦੀਆਂ ਸੜਕਾਂ ਤੇ ਕਾਨਪੁਰ ਦੀਆਂ ਸੜਕਾਂ ਤੇ ਬਾਕੀ ਹੋਰ ਜਿਹੜੇ ਦੇਸ਼ ਦੀਆਂ ਜਿੱਥੇ ਸਾਡੀ ਸਿੱਖ ਕਮਿਊਨਿਟੀ ਵਸਦੀ ਸੀ, ਉਹਨਾਂ ਵਾਸਤੇ, ਉਹਨਾਂ ਲਈ ਨਾ ਭੁੱਲਣਯੋਗ ਜਿਨ੍ਹਾਂ ਦੇ ਪਰਿਵਾਰਾਂ ਨਾਲ ਬੀਤੀ। ਤੇ ਮੈਨੂੰ ਲੱਗਦਾ ਹੈ ਕਿ ਜਿਹੜੇ ਵੀ ਆਪਾਂ ਜਿਹੜੇ ਸੁਹਿਰਦ ਲੋਕ ਆ, ਚਾਹੇ ਕਿਸੇ ਦੇ ਪਰਿਵਾਰ 'ਚ ਬੀਤੀ ਜਾਂ ਨਹੀਂ ਬੀਤੀ, ਉਹਨਾਂ ਦਾ ਜੇ ਦੁੱਖ ਥੋੜਾ ਜਿਹਾ ਉਹਨਾਂ ਦੇ ਨਾਲ ਸ਼ਰੀਕ ਹੋ ਜਾਓਗੇ ਤਾਂ ਮੈਨੂੰ ਲੱਗਦਾ ਕਿ ਸ਼ਾਇਦ ਆਪਾਂ ਉਹਨਾਂ ਦਾ ਦੁੱਖ ਵੰਡਾ ਲਾਂਗੇ। ਬਹੁਤ ਵੱਡਾ ਇੱਕ ਭਾਣਾ ਵਾਪਰਿਆ ਸੀਗਾ, ਘਰਾਂ ਤੋਂ ਬੇਘਰ ਕਰਤੇ ਸੀਗੇ ਦਿੱਲੀ ਵਾਲੇ ਲੋਕ, ਕਾਨਪੁਰ ਵਾਲੇ ਲੋਕ। ਜਿਉਂਦੇ ਹੀ ਇਹਨਾਂ ਨੇ ਕੋਲੇ ਦੀਆਂ ਖਾਨਾਂ ਦੇ ਵਿੱਚ ਤੇ ਜਿਹੜੇ ਲੋਹੇ ਦੇ ਕਾਰਖਾਨੇ ਸੀ ਜਿਨ੍ਹਾਂ 'ਚ 400 ਡਿਗਰੀ ਜਿਹੜਾ ਸੈਲਸੀਅਸ ਹੈ ਉਹ ਟੈਂਪਰੇਚਰ ਹੋ ਜਾਂਦਾ, ਉਹਨਾਂ ਦੇ ਵਿੱਚ ਜਿਉਂਦੇ ਹੀ ਪਾਤੇ ਸੀਗੇ, ਜਿਉਂਦੇ ਹੀ ਬੰਦ ਕਰਤਾ ਸੀਗਾ। ਉਹਨਾਂ ਦੇ ਵਿੱਚ ਸਿੱਖਾਂ ਨੂੰ, ਧੀਆਂ ਭੈਣਾਂ ਦੀ ਬੇਪਤੀ ਕੀਤੀ ਸੀ ਇਹਨਾਂ ਦਿਨਾਂ ਦੇ ਵਿੱਚ, ਤੇ ਕੋਈ ਹਾਲ ਨਹੀਂ ਸੀ। ਜੇ ਆਪਾਂ ਜਦੋਂ ਆਪਾਂ ਕੋਈ ਜਿਵੇਂ ਜੋਗੀ ਇੱਕ ਮੂਵੀ ਪਿੱਛੇ ਜੇ ਕੀਤੀ ਆ ਦਿਲਜੀਤ ਦੋਸਾਂਝ ਨੇ, ਜਦੋਂ ਤੁਸੀਂ ਉਹ ਮੂਵੀ ਦੇਖੋਗੇ ਤੁਹਾਨੂੰ ਮਤਲਬ ਇੱਕ ਆਮ ਬੰਦਾ ਦੇਖ ਹੀ ਨਹੀਂ ਸਕਦਾ, ਬੰਦੇ ਦਾ ਰੋਣਾ ਨਹੀਂ ਰੁਕਦਾ ਵੀ ਆ ਕੀ ਹੋ ਰਿਹਾ। ਬਹੁਤ ਲੋਕਾਂ ਨੇ ਨਾਵਲ, ਕਹਾਣੀਆਂ ਵੀ ਲਿਖੀਆਂ ਇਹਨਾਂ ਚੀਜ਼ਾਂ ਤੇ, ਬੜੇ ਉਹਦੇ ਨਾਲ ਲਿਖੀਆਂ, ਬੜੀਆਂ ਮਤਲਬ ਇੱਕ ਉਹ ਬਣਾ ਕੇ ਲਵ ਸਟੋਰੀਜ਼ ਬਣਾ ਕੇ ਲਿਖੀਆਂ ਕਿ ਕੀ ਚੱਲ ਰਿਹਾ ਸੀਗਾ ਤੇ ਉਸ ਤੋਂ ਬਾਅਦ ਕਿੱਦਾਂ ਕੀ ਵਾਪਰਿਆ ਉੱਥੇ। ਸੋ ਦੁੱਖ 'ਚ ਥੋੜਾ ਜਿਹਾ ਸ਼ਰੀਕ ਹੋ ਜਾਈਏ। ਜੇ ਤੁਸੀਂ ਕੋਈ ਇਹਦੇ ਬਾਬਤ ਵੀ ਗੱਲ ਕਰਨੀ ਚਾਹੁੰਦੇ ਹੋ, ਤੁਸੀਂ ਕਰ ਸਕਦੇ ਹੋ 905-405-0002 ਤੇ। ਜੀ ਜੈਕ, ਜੀ ਮਨਦੀਪ। ਜੀ ਵੀਰ, ਸੋ
ਆਪਾਂ ਬਿਲਕੁਲ ਸੁਰਿੰਦਰ ਵੀਰ ਆਪਾਂ ਕਾਲ ਜੋੜ ਲਈਏ ਜੈਕ। ਜੀ ਹੋ ਸਤਿ ਸ਼੍ਰੀ ਅਕਾਲ ਜੀ। ਹਾਂਜੀ ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਨੇ ਭਾਜੀ? ਬਸ ਠੀਕ ਹੈ ਬਾਈ, ਸਤਿ ਸ਼੍ਰੀ ਅਕਾਲ ਬਾਈ ਜੀ, ਕੀ ਹਾਲ ਚਾਲ ਆ? ਜੈਕ ਬਾਈ ਨੂੰ ਵੀ ਗੁੱਡ ਇਵਨਿੰਗ ਜੀ, ਉੱਥੇ ਵੀ ਉਹਦੇ ਗੁੱਡ ਮਾਰਨਿੰਗ ਆ। ਹਾਂ ਬਿਲਕੁਲ ਬਿਲਕੁਲ। ਜੈਕ ਬਾਈ ਤੁਹਾਨੂੰ ਆਵਾਜ਼ ਆ ਰਹੀ ਹੈ? ਹਾਂਜੀ ਹਾਂਜੀ ਆਉਂਦੀ ਹੈ। ਹਾਂਜੀ ਵੀਰ ਆਵਾਜ਼ ਥੋੜੀ ਕੱਟ ਹੋ ਗਈ ਸੀ। ਹਾਂਜੀ ਸਰ ਹੁਣ ਦੱਸੋ ਕੀ ਕਹਿ ਰਹੇ ਬਾਈ ਹੁਣਾਂ ਨੇ ਤੁਹਾਨੂੰ ਗੁੱਡ ਇਵਨਿੰਗ ਬੁਲਾਈ ਹੈ ਜੀ, ਕਹਿੰਦੇ ਗੁੱਡ ਇਵਨਿੰਗ ਆਉਣਾ ਵਾਸਤੇ ਤਾਂ ਪੰਜਾਬ ਫਿਰਦੇ ਨੇ। ਸਤਿ ਸ਼੍ਰੀ ਅਕਾਲ ਵੀਰ ਜੀ, ਕੀ ਹਾਲ ਚਾਲ ਹੈ ਜੀ? ਹਾਂਜੀ ਹਾਂਜੀ ਵਧੀਆ ਵਧੀਆ ਜੀ। ਤੇ ਭਾਈ ਤੁਸੀਂ ਆ ਗੱਲ ਕਰਦੇ ਸ਼ੂਟਿੰਗ ਹੋ ਗਈ ਉਹਨਾਂ ਦੀ ਕੱਲ। ਸੌਰੀ ਉਹ ਦੋਨੋਂ ਮਿਕਸ ਹੋ ਗਈਆਂ। ਆਪਾਂ ਜੈਗ ਹੁਣਾਂ ਦੀ ਉਹ ਕਰਦੇ ਹਾਂ। ਇੱਕ ਮਿੰਟ, ਤੁਸੀਂ ਕੀ ਗੱਲ ਕਰ ਰਹੇ ਸੀ ਬਾਈ ਜੀ? ਮੈਂ ਪੁੱਛਣਾ ਸੀਗਾ ਭਾਈ ਆ ਸੂਰੀ ਦੀ ਕਹਿੰਦੇ ਮੌਤ ਹੋ ਗਈ ਨਾ, ਮੈਂ ਸੋਸ਼ਲ ਮੀਡੀਆ ਦੇਖ ਰਿਹਾ ਸੀ, ਗੱਲ ਸਹੀ ਆ ਇਹ? ਸੂਰੀ ਦੀ ਮੌਤ ਹੋ ਗਈ? ਹਾਂਜੀ ਭਾਜੀ, ਕੱਲ ਦੀ ਹੋਈ ਪਈ ਆ। ਜਦੋਂ 5 ਗੋਲੀਆਂ ਚਲਾਈਆਂ ਸੀ, ਜਿਨ੍ਹਾਂ ਚੋਂ 2 ਗੋਲੀਆਂ ਲੱਗੀਆਂ ਨੇ ਸੁਧੀਰ ਸੂਰੀ ਤੇ ਸੰਦੀਪ ਸਿੰਘ ਸਨੀ ਨਾਂ ਦਾ ਵਿਅਕਤੀ ਆ ਜਿਹਨੇ ਗੋਲੀਆਂ ਮਾਰੀਆਂ ਨੇ। ਐਕਚੁਅਲ ਦੇ ਵਿੱਚ ਹੈਗਾ ਤਾਂ ਇਹ ਵਿਵਾਦ ਜਿਹੜਾ ਸੀਗਾ ਉਹ ਦੁਕਾਨਦਾਰਾਂ ਦਾ ਆਪਸ ਦਾ ਵਿਵਾਦ ਸੀਗਾ, ਕਿਉਂਕਿ ਉਹ ਅੰਮ੍ਰਿਤਸਰ ਪਹੁੰਚੇ ਸੀਗੇ, ਜਿੱਥੇ ਦੀਵਾਲੀ ਤੋਂ ਬਾਅਦ ਤੁਹਾਨੂੰ ਪਤਾ ਹੀ ਹੈ ਜਿਹੜੇ ਇਹ ਆਪਣਾ ਹਿੰਦੂ ਧਰਮ ਦੇ ਵਿੱਚ ਨਾ ਇੱਕ ਆ ਬਹੁਤ ਹੈ, ਜਦੋਂ ਇਹ ਜਿਹੜੀਆਂ ਮੂਰਤੀਆਂ ਬਣਾਉਂਦੇ ਨੇ ਨਾ, ਇਹ ਗਾਰਬੇਜ ਕਰ ਦਿੰਦੇ ਨੇ। ਜੇ ਕੋਈ ਮਾੜੀ ਮੋਟਾ ਟੁੱਟ ਗਿਆ, ਕੋਈ ਹੱਥ ਟੁੱਟ ਗਿਆ, ਕੋਈ ਕੁਛ ਹੋਰ, ਕੋਈ ਹਨਾ ਕਿਤੇ ਥੱਲੇ ਗਿਰ ਗਈ ਤਾਂ ਉਹਨੇ ਟੁੱਟਣਾ ਹੀ ਆ, ਰਾਈਟ? ਤੇ ਉਹਨਾਂ ਨੂੰ ਇਹ ਗਾਰਬੇਜ ਕਰ ਦਿੰਦੇ ਨੇ। ਉਹ ਗਾਰਬੇਜ ਕੀਤੀਆਂ ਹੋਈਆਂ ਸੀਗੀਆਂ ਤੇ ਉਹਦੇ ਇਹ ਉਹਨਾਂ ਨੇ ਕਿਹਾ ਜਾ ਕੇ ਪਹਿਲੇ ਤਾਂ ਵੀ ਇਹਨਾਂ ਨੂੰ ਚੱਕੋ ਇੱਥੋਂ ਦੀ, ਵੀ ਇਹ ਕਿਵੇਂ ਸੁੱਟ ਸਕਦੇ ਨੇ ਤੁਸੀਂ, ਠੀਕ ਹੈ? ਸਾਡੇ ਗੁਰੂ ਸਾਹਿਬਾਨ ਨੇ ਜਿਹੜੇ ਉਹਨਾਂ ਦੇ ਗੁਰੂ ਸਾਹਿਬਾਨ ਨੇ ਹਿੰਦੂ ਧਰਮ 'ਚ। ਤੇ ਨਾਲ ਦੀ ਨਾਲ ਉੱਥੇ ਧਰਨਾ ਦੇਣਾ ਸ਼ੁਰੂ ਕਰਤਾ ਸੀ ਉਹਨਾਂ ਨੇ। ਤੇ ਪਤਾ ਨਹੀਂ ਕਿੱਥੋਂ ਇੰਨੀ ਪੁਲਿਸ ਦੀ ਮੌਜੂਦਗੀ ਦੇ ਵਿੱਚ ਸੀ ਤਾਂ ਉਹ ਦੁਕਾਨਦਾਰੀ ਜਿਹੜੇ ਬਾਈ, ਪਰ ਇਹਨੂੰ ਰੰਗਤ ਦੇ ਰਹੇ ਨੇ ਬਾਅਦ 'ਚ ਮੀਡੀਆ ਵਾਲੇ ਕਿ ਸਿੱਖ ਹਿੰਦੂਆਂ 'ਚ ਪਾੜਾ ਪੈ ਗਿਆ। ਕਈ ਚੈਨਲ ਅੱਜ ਕੱਲ ਅੱਗ ਲਾਊ ਚੈਨਲ ਬਣੇ ਹੋਏ ਨੇ ਤੇ ਬੜੀ ਇਹਨਾਂ ਨੇ ਤੂਲ ਦਿੱਤੀ ਇਸ ਗੱਲ ਨੂੰ। ਫਿਰ ਉਹਦੇ ਮੁੰਡੇ ਦਾ ਬਿਆਨ ਆ ਗਿਆ ਜੀ, ਕਹਿੰਦਾ ਮੈਂ ਸਿੱਖ ਰਹਿਣ ਨਹੀਂ ਦੇਣਾ ਇੱਕ ਵੀ। ਤੇ ਇਸ ਉਹਦੇ ਤੇ ਇਹ 2% ਨਹੀਂ, ਕਹਿੰਦਾ ਹੁਣ ਇਹ ਤਿਆਰੀ ਕਰ ਲੈਣ 1% ਹੀ ਰਹਿ ਜਾਣਗੇ। ਤੇ ਕਿਹਦੇ ਮੁੰਡੇ ਦਾ ਬਿਆਨ ਆ ਗਿਆ ਜੀ? ਸੁਧੀਰ ਸੂਰੀ ਦੇ ਮੁੰਡੇ ਦਾ ਜੀ। ਅੱਛਾ ਅੱਛਾ, ਹਾਂਜੀ ਹਾਂਜੀ। ਉਹਦਾ ਤਾਂ ਉਹਨੇ ਤਾਂ ਪੂਰੀ ਗਾਲ ਕੱਢ ਕੇ, ਭੈਣ ਦੀ ਗਾਲ ਕੱਢ ਕੇ, ਮੈਂ ਵੈਸੇ ਤੁਹਾਨੂੰ ਦੱਸਦਾ ਜੀ, ਉਹਨੇ ਦਿੱਤਾ ਜਿਹੜਾ ਬਿਆਨ ਦਿੱਤਾ, ਉਹਦਾ ਬਿਆਨ ਉੱਤੇ ਪਿਆ ਹੋਣਾ ਪੂਰਾ। ਉਹਨੇ ਭੈਣ ਦੀ ਗਾਲ ਕੱਢ ਕੇ ਸਿੱਖ ਸਾਰੀ ਕਮਿਊਨਿਟੀ ਨੂੰ ਵੰਗਾਰਿਆ ਕਿ 2% ਤੁਸੀਂ ਕਹਿੰਦੇ ਹੋ ਨਾ ਵੀ ਤੁਸੀਂ 2% ਆ, ਤੇ ਤੁਹਾਨੂੰ ਪਤਾ ਲੱਗ ਜੂਗਾ ਵੀ ਤੁਸੀਂ ਜਦੋਂ 1% ਰਹਿ ਗਏ। ਇਹੋ ਜਿਹਾ ਚਲੋ ਉਹ ਤਾਂ ਚਲੋ ਭਾਈ ਕਹਿਣ ਤਾਂ ਜੋ ਮਰਜ਼ੀ ਕਹੀ ਜਾਣ, 2% ਬੰਦਿਆਂ ਨੇ ਇਲਾਜ ਕੀਤਾ ਹੁਣ ਤੱਕ ਸਾਰਾ ਤੇ, ਠੀਕ ਹੈ ਜੀ। ਚਲੋ ਉਹਦਾ ਕੋਈ ਨਹੀਂ, ਵੈਸੇ ਵੀ ਇੱਕ ਆਪਾਂ ਦੇਖੀਏ ਤਾਂ ਪੂਰੇ ਵਰਲਡ 'ਚ ਜਿਹੜੇ 1% ਜਿਹੜੀ ਬੰਦੇ ਬੈਠੇ ਨੇ ਕਹਿੰਦੇ ਉੱਪਰ, ਹਨਾ, ਹਾਂਜੀ, ਜਿਹੜੇ ਬਹੁਤ ਅਮੀਰ ਲੋਕ ਨੇ ਉਹ ਵੀ ਇਲਾਜ ਕਰ ਰਹੇ ਨੇ, ਹਨਾ। ਬਿਲਕੁਲ ਬਿਲਕੁਲ। ਤੇ ਉਹ ਤਾਂ ਭਾਈ ਦੇਖੋ, ਮੈਂ ਵੀ ਦੇਖ ਰਿਹਾ ਸੀਗਾ ਵੀ ਇੱਕ ਲੇਡੀ ਵੀ, ਇੱਕ ਹਿੰਦੂ ਲੇਡੀ, ਉਹਨੇ ਪਾਇਆ ਵੀ ਕਹਿੰਦੀ ਇਹ ਉਹਨਾਂ ਦਾ ਆਪਣਾ ਵਿਵਾਦ ਹੀ ਸੀਗਾ ਨਾ। ਅੱਛਾ, ਇਹ ਕਰਦਾ ਕੋਈ, ਮੈਂ ਦੇਖ ਰਿਹਾ ਸੀਗਾ ਟਿਕਟੌਕ ਤੇ ਨਾ, ਵੀ ਸੂਰੀ ਦੀ ਜਿਹੜੀ ਮੌਤ ਹੋਈ ਆ ਜੀ, ਉਹਨਾਂ ਦਾ ਜਿਵੇਂ ਤੁਸੀਂ ਦੱਸ ਰਹੇ ਹੋ ਨਾ, ਦੇਖੋ ਦੁਕਾਨ ਦਾ ਕੋਈ ਆਪਣਾ ਵਿਵਾਦ ਸੀਗਾ ਆਪਣਾ। ਤੇ ਭਾਈ ਸੂਰੀ ਵੀ ਤਾਂ ਹੁਣ ਦੇਖੋ ਜੀ, ਇਹ ਸ਼ਰੇਆਮ ਭਾਈ ਇੰਨੇ ਬਿਆਨ ਦਿੰਦਾ ਸੀਗਾ ਨਾ, ਆਪਾਂ ਇਹਨੂੰ ਘੱਟੋ ਘੱਟ 20 ਸਾਲ 25 ਸਾਲ ਤੱਕ ਜਦੋਂ ਮੈਂ ਜੰਮਿਆ ਭਾਈ ਦੇਖੀ ਜਾਂਦਾ ਇਹਨਾਂ ਦੇ ਬਿਆਨ ਭਾਈ ਨਾ, ਸਿੱਖਾਂ ਦੇ ਖਿਲਾਫ ਕਿੰਨੇ ਬਿਆਨ ਦਿੰਦਾ ਸੀ ਇਹ ਨਾ। ਬਿਲਕੁਲ। ਉਹਨੇ ਆਪਣੀ ਜਿਹੜੀ ਸਿਆਸਤ ਚਲਾਈ ਹੋਈ ਸੀ, ਉਹਦਾ ਕੋਈ ਤੁਸੀਂ ਦੇਖੋ ਉਹਦਾ ਕੋਈ ਕੰਮ ਤਾਂ ਹੈ ਨਹੀਂਗਾ ਨਾ, ਤਾਂ ਉਹਨੇ ਕੋਈ ਹਿੰਦੂ ਕਮਿਊਨਿਟੀ ਵਾਸਤੇ ਕੁਝ ਚਾਹੀਦਾ ਕੀਤਾ, ਨਾ ਹੀ ਮੈਨੂੰ ਲੱਗਦਾ ਉਹ ਕੋਈ ਆਪਦੇ ਘਰ ਆਪਦੇ ਰਿਸ਼ਤੇਦਾਰਾਂ ਲਈ ਕੋਈ ਚਾਹੀਦਾ ਕਰਕੇ ਗਿਆ ਹੋਇਆ। ਤੇ ਸਿਰਫ ਕੀਤਾ ਤਾਂ ਉਹਨੇ ਕਿ ਇਹੀ ਆ, ਵਿਵਾਦਤ ਬਿਆਨ ਦੇ ਕੇ ਤੇ ਸਿਕਿਉਰਿਟੀ ਲਈ ਰੱਖੀਆਂ। ਇਸ ਤੋਂ ਇਲਾਵਾ ਤਾਂ ਉਹਨਾਂ ਦੀ ਕੋਈ ਕੰਟਰੀਬਿਊਸ਼ਨ ਨਹੀਂ ਹੈਗੀ। ਜਿਹੜੀ ਇੱਕ ਸਮਾਜ ਦੇ ਵਿੱਚ ਬੰਦੇ ਦੀ ਕੰਟਰੀਬਿਊਸ਼ਨ ਕਹਿੰਦੇ ਹੁੰਦੀ ਹੈ, ਜਿਹੜੇ ਇਦਾਂ ਦੇ ਲੋਕ ਨੇ। ਹੁਣ ਉਹਨਾਂ ਦੇ ਬੇਟੇ ਦਾ ਜਿਹੜਾ ਅੱਜ ਨਵਾਂ ਉਹ ਆਇਆ ਜੀ, ਉਹ ਆਇਆ ਕਿ ਇੱਕ ਤਾਂ ਉਹਨੇ ਮਾਫੀ ਮੰਗੀ ਆ, ਦੂਜਾ ਉਹਨੇ ਕੀਤਾ ਕਿ ਜਿਹੜੇ ਅੰਮ੍ਰਿਤਸਰ ਦੇ ਡੀਸੀ ਨੇ ਤੇ ਡੀਸੀਪੀ ਨੇ, ਕਮਿਸ਼ਨਰ ਆਫ ਪੁਲਿਸ ਨੇ ਜਿਹੜੇ, ਸੌਰੀ ਕਮਿਸ਼ਨਰ ਆਫ ਪੁਲਿਸ ਨੇ ਜਿਹੜੇ, ਸੀਪੀ ਨੇ ਜਿਹੜੇ ਉੱਥੇ ਦੇ, ਉਹਨਾਂ ਨੇ ਉਹਨਾਂ ਦੀਆਂ ਮੰਗਾਂ ਮੰਨ ਲਈਆਂ ਜੀ। ਇੱਕ ਮੰਗ ਬਸ ਉਹ ਉੱਪਰ ਭੇਜ ਰਹੇ ਨੇ, ਜਿਹੜੀ ਸ਼ਹੀਦ ਦੀ ਮੰਗ ਉਹਨਾਂ ਨੇ ਕੀਤੀ ਆ। ਤੇ ਪੰਜਾਬ ਅੱਜ ਬੰਦ ਦਾ ਸੱਦਾ ਸੀਗਾ, ਪੰਜਾਬ ਬੰਦ ਨਹੀਂ ਕੀਤਾ ਬਾਈ ਜੀ ਉਹਨਾਂ ਨੇ, ਪਰ ਅੰਮ੍ਰਿਤਸਰ ਬੰਦ ਕਰਤਾ ਸੀ ਅੱਜ। ਅੰਮ੍ਰਿਤਸਰ ਮੁਕੰਮਲ ਬੰਦ ਰਿਹਾ ਅੱਜ। ਤੇ ਨਾਲ ਦੀ ਨਾਲ ਉਹਨਾਂ ਨੇ ਸੰਸਕਾਰ ਕਰਨ ਤੋਂ ਮਨਾ ਕੀਤਾ ਹੋਇਆ ਸੀ ਜਦੋਂ ਤੱਕ ਉਹਨਾਂ ਦੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ। ਉਹਨਾਂ ਨੂੰ ਹੁਣ ਉਹਨਾਂ ਨੇ ਕਹਿਤਾ ਕਿ ਅਸੀਂ ਤੁਹਾਨੂੰ ਸਿਕਿਉਰਿਟੀ ਦਿੰਦੇ ਹਾਂ ਪੂਰੀ। ਅੰਮ੍ਰਿਤਪਾਲ, ਭਾਈ ਅੰਮ੍ਰਿਤਪਾਲ ਨੇ ਜਿਹੜੇ, ਉਹਨਾਂ ਨੂੰ ਕਿਹਾ ਗਿਆ ਕਿ ਆਸਵੰਦ ਨੇ ਉਹ, ਕਿ ਉਹਨਾਂ ਤੇ ਕਾਰਵਾਈ ਜੋ ਵੀ ਬਣਦੀ ਹੋਊਗੀ, ਜਿੱਦਾਂ ਦੀ ਵੀ ਪੁੱਛਗਿੱਛ ਕਰ ਸਕਦੇ ਆ, ਉਹ ਕਰਨਗੇ ਬਾਈ ਜੀ। ਜੀ ਹਾਂਜੀ ਹਾਂਜੀ ਭਾਈ। ਚਲੋ ਇਹ ਤਾਂ ਵੈਸੇ ਜਿਹੜੀ ਸ਼ਿਵ ਸੇਨਾ ਹੈਗੀ ਹੈ ਭਾਈ, ਇਹਦਾ ਕੋਈ ਆਧਾਰ ਤਾਂ ਹੈ ਨਹੀਂਗਾ ਨਾ, ਤਾਂ ਇਹ ਪੋਲਿਟਿਕਸ ਵਿੱਚ ਨੇ ਆਪਣੇ ਪੰਜਾਬ 'ਚ ਆਪਾਂ ਦੇਖੀਏ ਨਾ, ਇਹ ਹੈਗੇ ਤਾਂ ਭਾਈ ਪਲਾਂਟਡ ਹੀ ਆ ਸਾਰੇ ਨਾ, ਜੋ ਮੈਂ ਦੇਖ ਰਿਹਾ, ਕਿਉਂਕਿ ਪਿੱਛੋਂ ਤਾਂ ਇਹਨਾਂ ਨੂੰ ਕਿਸੇ ਦੀ ਸ਼ਹਿ ਹੈਗੀ ਉਹ ਨਾ। ਬਿਲਕੁਲ। ਤੇ ਹੁਣ ਜਿਵੇਂ ਆਪਾਂ ਦੇਖ ਰਹੇ ਹਾਂ ਭਾਈ 6 ਮਹੀਨੇ ਸਾਲ ਤੋਂ ਦੇਖ ਰਹੇ ਆਪਾਂ
ਵੀ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਨਾ ਜੀ ਹੁਣ ਜਿਹੜੇ ਇਹ ਲੀਡਰ ਸੀਗੇ ਭਾਈ ਤੁਹਾਡੇ ਸਾਹਮਣੇ ਹੀ ਆ ਮੈਨੂੰ ਲੱਗਦਾ ਵੀ ਜਿਹੜੇ ਸ਼ਿਵ ਸੇਨਾ ਵਾਲੇ ਵੀ ਸੀਗੇ ਤੇ ਕੁਝ ਆਪਣੇ ਵੀ ਸੀਗੇ ਤੇ ਮੈਂ ਹੀ ਰਿਜ਼ਲਟ ਆਊਗਾ ਤੁਹਾਨੂੰ ਜਿਵੇਂ ਆ ਮੌਤਾਂ ਹੋ ਰਹੀਆਂ ਨਾ ਜੀ ਜੀ ਕੰਮ ਤੁਹਾਨੂੰ ਪਤਾ ਹੀ ਉਹ ਤੋਂ ਸਟਾਰਟ ਹੋਇਆ ਸੀ ਕਬੱਡੀ ਪਲੇਅਰ ਤੋਂ ਹਨਾ ਹਾਂ ਬਿਲਕੁਲ ਕਰਦੇ ਹੀ ਦੇਖੋ ਕਿੰਨੀਆਂ ਮੌਤਾਂ ਹੋ ਗਈਆਂ ਸਿੱਧੂ ਦੀ ਨਵਜੀਤ ਆਪਣਾ ਰੀਲ ਸਿੱਧੂ ਦੀ ਨਾ ਬਿਲਕੁਲ ਬਾਅਦ ਚ ਹੁਣ ਇਹਦਾ ਹੁਣ ਬਾਕੀ ਜਿਹੜੇ ਹੋਰ ਵੀ ਭਾਈ ਇਹ ਸੋਸ਼ਲ ਮੀਡੀਆ ਤੇ ਮੈਨੂੰ ਟੱਪਦੇ ਆ ਨਾ ਬਹੁਤ ਪਿੱਛੇ ਸਾਡੀ ਏਜੰਸੀਆਂ ਹੈਗੀਆਂ ਨੇ ਉਹਨਾਂ ਦਾ ਭਾਈ ਹੁਣ ਜਿਹੜੇ ਇਹਨਾਂ ਨੂੰ ਵਰਤਿਆ ਜਾਊਗਾ ਮੇਰੇ ਹਿਸਾਬ ਨਾਲ ਨਾ ਮਾਹੌਲ ਖਰਾਬ ਕਰਨ ਵਾਸਤੇ ਨਾ ਤੇ ਇਹ ਚੀਜ਼ਾਂ ਦਾ ਕੀ ਫਾਇਦਾ ਜੀ ਨਾ ਉੱਥੇ ਹੁਣ ਕੀ ਮਤਲਬ ਇਹਦੇ ਪਰਿਵਾਰ ਨੂੰ ਹੁਣ ਵੀ ਚਲੋ ਹਨਾ ਤੇ ਚਲਾ ਗਿਆ ਕਿਸੇ ਦੇ ਪਹਿਲਾਂ ਵੀ ਪਰਿਵਾਰ ਦੇ ਮੁੰਡੇ ਮਰੇ ਆ ਨਾ ਜੀ ਇਹ ਤਾਂ ਮਤਲਬ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਿਹੜੇ ਸੋਸ਼ਲ ਮੀਡੀਆ ਤੇ ਐਵੇਂ ਬਿਆਨ ਦੇਈ ਜਾਂਦੇ ਉਹਦਾ ਕੋਈ ਫਾਇਦਾ ਨਹੀਂ ਹੈਗਾ ਨਾ ਤੇ ਮੇਰੇ ਹਿਸਾਬ ਨਾਲ ਉਹ ਤੋਂ ਗਰੇਜ ਕਰਨਾ ਚਾਹੀਦਾ ਤੇ ਬਾਕੀ ਆਪਣਾ ਇਹਨਾਂ ਨੂੰ ਪੁੱਛਣਾ ਸੀ ਭਾਈ ਨੂੰ ਵੀ ਕੀ ਮਾਹੌਲ ਆ ਜੀ ਉੱਥੇ ਕੀ ਨਿਊਜ਼ ਆ ਇਸ ਚੀਜ਼ ਬਾਰੇ ਲੋਕੀ ਕਿੱਦਾਂ ਲੈ ਰਹੇ ਆ ਵੀ ਆਪਣੇ ਹਿੰਦੂ ਕਮਿਊਨਿਟੀ ਵਾਲੇ ਆ ਹਨਾ ਸਿੱਖ ਕਮਿਊਨਿਟੀ ਵਾਲੇ ਹਾਂਜੀ ਬਿਲਕੁਲ ਜ਼ਰੂਰ ਜੀ ਆਪਾਂ ਗੱਲ ਕਰਦੇ ਹਾਂ ਬਿਲਕੁਲ ਬਹੁਤ ਸ਼ੁਕਰੀਆ ਤੁਹਾਡੀ ਕਾਲ ਲਈ ਜੀ ਆਈ ਥਿੰਕ ਆਪਣੇ ਨਾਲ ਪਟਨਾਗਰ ਸਾਹਿਬ ਹੁਣੀ ਜੁੜ ਗਏ ਆ 7380 ਤੁਸੀਂ ਇੱਥੇ ਹੋ ਹਾਂਜੀ ਭਾਈ ਸਤਿ ਸ੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਨਹੀਂ ਉਹ ਨਹੀਂ ਹੈਗੇ ਸੌਰੀ ਨਹੀਂ ਜੀ ਜੀ ਭਾਈ ਜੀ ਹਾਂਜੀ ਮੈਂ ਜਿੱਥੇ ਤੱਕ ਦੇਖਦਾ ਜਿਹੜੀ ਹਿੰਦੂ ਕਮਿਊਨਿਟੀ ਆ ਉਹਨਾਂ ਨੂੰ ਕੋਈ ਪ੍ਰੋਬਲਮ ਨਹੀਂ ਹੈ ਮਤਲਬ ਨਾ ਬਿਲਕੁਲ ਜਿੰਨੀ ਪ੍ਰੋਬਲਮ ਆ ਇਹਨੂੰ ਸ਼ਿਵ ਸੈਨਾ ਨੂੰ ਨਾ ਤਾਂ ਇਹਨਾਂ ਦੇ ਕੋਈ ਡੱਕੇ ਦੀ ਦੇਣ ਹੈ ਹਿੰਦੂ ਕਮਿਊਨਿਟੀ ਨੂੰ ਨਾ ਕੋਈ ਹੋਰ ਕੰਮਕਾਰ ਦੇ ਵਿੱਚ ਨਾ ਸਹੀ ਹੈ ਪਿਛਲੇ ਦਿਨਾਂ ਦੇ ਵਿੱਚ ਜਿਹੜੀ ਸ਼ਬਦਾਵਲੀ ਬੋਲੀ ਹੈ ਸੂਰੀ ਨੇ ਹਾਂ ਜੀ ਕਿੰਨੀ ਗੰਦੀ ਬੋਲਦਾ ਰਿਹਾ 2% ਨੂੰ ਮਸਲ ਕੇ ਰੱਖ ਦੂੰ ਕਦੇ ਜੀ ਆਪਣੇ ਹਿੰਦੂ ਪਰਿਵਾਰ ਮੈਨੂੰ ਇੱਕ ਪੁੱਤ ਦੇਣ ਆਪਦਾ ਮੈਂ ਤੇ ਹਿੰਦੂ ਸਾਰੇ ਦੇਖਣਗੇ ਕੋਈ ਹੋਰ ਨਹੀਂ ਦਿਖੂ ਕਦੇ NRIਆਂ ਨੇ ਜਨਾਨੀਆਂ ਤੇ ਧੀਆਂ ਭੈਣਾਂ ਅਸੀਂ ਸਾਂਭਾਂਗੇ ਜੀ ਪਰ ਹੱਦ ਹੋ ਗਈ ਤੂੰ ਇੰਨੀ ਬਕਵਾਸਬਾਜ਼ੀ ਕਰ ਰਿਹਾ ਮਾੜੀ ਮੋਟੀ ਬੰਦੇ ਨੂੰ ਸ਼ਰਮ ਕਰਨੀ ਚਾਹੀਦੀ ਆ ਨਾ ਤੇ ਸਭ ਤੋਂ ਵੱਧ ਮਾਹੌਲ ਖਰਾਬ ਕਰ ਰਹੇ ਨੇ ਉਹਦੀ ਬਾਈ ਜੇ ਸਿਕਿਉਰਿਟੀ ਘੱਟਦੀ ਸੀਗੀ ਨਾ ਥੋੜੇ ਜੇ ਉਹਦੇ ਤੋਂ ਸਿਕਿਉਰਿਟੀ ਦੇ ਵਿੱਚੋਂ ਕੁਝ ਬੰਦੇ ਲੈ ਲਏ ਸੀਗੇ ਫਿਰ ਐਦਾਂ ਦੇ ਬਿਆਨ ਦੇਗੀ ਤਾਂ ਤੁਹਾਨੂੰ ਪਤਾ ਸਿਕਿਉਰਿਟੀਆਂ ਲੈਂਦਾ ਸੀ ਨਾ ਉਹ ਹੁਣ ਵੀ ਤਾਂ 15 ਬੰਦੇ ਦਿੱਤੇ ਹੋਏ ਸੀਗੇ ਤੇ ਉਹ ਪਹਿਲੇ 20 ਸੀਗੇ ਉਹਨਾਂ ਤੋਂ 5 ਲੈ ਲਏ ਸੀ ਇਹਨਾਂ ਨੇ ਕਿਉਂਕਿ ਸਿਕਿਉਰਿਟੀਆਂ ਦੇ ਵਿੱਚ ਇਹੋ ਜਿਹੇ ਬੰਦਿਆਂ ਦਾ ਬਚਾਅ ਨਹੀਂ ਹੁੰਦਾ ਜੀ ਜਦੋਂ ਬੰਦੇ ਕੋਈ ਸੋਚ ਕੇ ਆਉਂਦਾ ਵੀ ਬੰਦੇ ਨੂੰ ਉਹਨੂੰ ਖਤਮ ਕਰਨਾ ਇਹ ਬੰਦਾ ਗੰਦ ਪਾ ਰਿਹਾ ਕਮਿਊਨਿਟੀ ਦੇ ਵਿੱਚ ਉਹਦਾ ਤਾਂ ਬਚਾਅ ਨਹੀਂ ਹੁੰਦਾ ਸਿਕਿਉਰਿਟੀ ਨੂੰ ਬਚਾ ਸਕਦੀ ਹੈ ਨਾ ਬਿਲਕੁਲ ਜੀ ਹਾਂਜੀ ਤੇ ਕਿਉਂਕਿ ਉਹਦੇ ਮੁੰਡੇ ਨੇ ਕਹੇ ਜੇ ਬਿਆਨ ਦਿੱਤੇ ਅਜੇ ਵੀ ਨਹੀਂ ਹਟਦਾ ਉਹ ਗਾਲਾਂ ਕੱਢ ਕੇ ਕਹਿ ਰਹੇ ਆ ਨਾ ਹੁਣ ਜੇ ਆਪਾਂ ਗੱਲ ਕਰਦੇ ਆ ਆਪਣੇ ਮਹਾਰਾਸ਼ਟਰ ਦੀ ਉੱਥੇ ਦੇਖੋ ਵੀ ਸ਼ਿਵ ਸੈਨਾ ਵਾਲਿਆਂ ਨੇ ਉੱਥੋਂ ਸਾਰੇ ਬਿਹਾਰ ਹੀ ਵਿੜਾ ਦਿੱਤੇ ਫਿਰ ਉਹ ਕਹਿੰਦੇ ਵੀ ਸਾਡੀ ਮਰਾਠੀ ਬੋਲਣੀ ਚਾਹੀਦੀ ਹੈ ਤਾਂ ਹਿੰਦੀ ਦੀ ਕਦੇ ਨਹੀਂ ਕਰਦੇ ਜੀ ਬਿਲਕੁਲ ਇਹ ਸਾਡਾ ਪੰਜਾਬ ਆ ਪੰਜਾਬ ਦੇ ਵਿੱਚ ਪੰਜਾਬੀ ਬੋਲੀ ਹੋਣੀ ਚਾਹੀਦੀ ਆ ਹਿਮਾਚਲ ਦੇ ਹਿਮਾਚਲੀ ਬੋਲਦੇ ਨੇ ਤੇ ਇਧਰ ਹਰਿਆਣੇ ਦੇ ਆਪਣੀ ਲੈਂਗੁਏਜ ਬੋਲਦੇ ਨੇ ਅਗਰ ਕਿਸੇ ਨੂੰ ਤਾਂ ਪ੍ਰੋਬਲਮ ਹੋਣੀ ਚਾਹੀਦੀ ਜੇ ਪੰਜਾਬੀ ਦਾ ਪੰਜਾਬੀਅਤ ਦੀ ਗੱਲ ਕਰੋ ਨਾ ਆਪਾਂ ਹੋਰ ਸਟੇਟ ਦੇ ਵਿੱਚ ਜੇ ਜਾ ਕੇ ਕਹੀਏ ਤਾਂ ਉੱਥੇ ਪੰਜਾਬੀ ਬੋਲਣੀ ਚਾਹੀਦੀ ਫਿਰ ਗੱਲ ਵੱਖਰੀ ਆ ਉਹ ਬਿਆਨ ਤਾਂ ਅਜੇ ਵੀ ਤੈਨੂੰ ਹਟਦੇ ਨਹੀਂ ਗੱਲ ਤਾਂ ਬਸ ਪਿੱਛੇ ਉਹਦਾ ਅਮਰਤਪਾਲ ਦੇ ਪਏ ਨੇ ਤਕਲੀਫ ਇਹ ਆ ਵੀ ਅਮਰਤਪਾਲ ਸੰਚਾਰ ਕਰ ਰਿਹਾ ਲੋਕਾਂ ਨੂੰ ਸਿੱਧੇ ਰਾਹ ਪਾ ਰਿਹਾ ਬਸ ਹਿੰਦੂ ਕਮਿਊਨਿਟੀ ਦੇ ਮੁੰਡੇ ਜੰਗ ਮੁੰਡੇ ਲਾ ਰਹੇ ਨੇ ਅਮਰਤਪਾਲ ਦੇ ਨਾਲ ਇਹਨਾਂ ਨੂੰ ਇਹਨਾਂ ਚੀਜ਼ਾਂ ਦੀ ਤਕਲੀਫ ਆ ਵੀ ਸਾਡੀ ਤਾਂ ਰੋਟੀ ਪਾਣੀ ਬੰਦ ਹੋ ਜਾਊ ਉਹ ਸਿਕਿਉਰਿਟੀ ਦਾ ਜਿੰਨੀ ਮਰਜ਼ੀ ਉਹ ਲੈ ਲੈਣ ਸਿਕਿਉਰਿਟੀ ਨਹੀਂ ਕੰਮ ਕਰਦੀਆਂ ਹੁੰਦੀਆਂ ਬੰਦੇ ਦੇ ਵਿੱਚ ਆਪ ਦੇ ਵਿੱਚ ਗੱਲ ਸੁਣਨੀ ਚਾਹੀਦੀ ਹੈ ਜਿਹਨੇ ਠੋਕਿਆ ਚਾਹੇ ਕੋਈ ਆਪਦੀ ਪਰਸਨਲ ਐਮਰਜੈਂਸੀ ਜਾਂ ਕਿਵੇਂ ਵੀ ਅਗਲੇ ਨੇ ਪੁਲਿਸ ਦੇ ਵਿੱਚ ਆ ਕੇ ਠੋਕਿਆ ਹਨਾ ਤੇ ਪਰ ਇਹਨਾਂ ਨੂੰ ਬਾਜ ਆਇਆ ਚਾਹੀਦਾ ਇਹ ਪੰਜਾਬ ਦਾ ਮਾਹੌਲ ਤਾਂ ਸਭ ਨੂੰ ਪਤਾ ਖਰਾਬ ਕਰਨ ਲੱਗੇ ਰਹੇ ਤੇ ਹੁਣ ਉੱਧਰ ਪਤਾ ਲੱਗਿਆ ਵੀ ਅਮਰਤਪਾਲ ਤੇ ਵੀ ਉਹਨਾਂ ਨੇ ਪਤਾ ਨਹੀਂ ਕਿਦਾ ਨਜ਼ਰਬੰਦ ਕੀਤਾ ਕੋਈ ਗੱਲਬਾਤ ਏਦਾਂ ਦੀ ਹੋਈ ਆ ਜਿਹੜਾ ਕੰਮ ਕਰਨਾ ਪ੍ਰਸ਼ਾਸਨ ਉਹ ਤਾਂ ਕਰ ਨਹੀਂ ਰਿਹਾ ਦੂਜੇ ਪਾਸੇ ਨੂੰ ਤੁਰ ਪੈਂਦੇ ਆ ਤੇ ਇੱਕ ਪਾਸੇ ਤਾਂ ਕਹਿੰਦੇ ਵੀ ਸਾਨੂੰ ਇਨਸਾਫ ਨਹੀਂ ਮਿਲਣਾ ਜੇ ਸਾਨੂੰ ਇਨਸਾਫ ਨਹੀਂ ਮਿਲਣਾ ਤਾਂ ਸਿੱਖਾਂ ਦਾ ਹੁਣ ਤੱਕ ਇਨਸਾਫ ਨਹੀਂ ਮਿਲਿਆ ਸੀ ਤਾਂ ਇਨਸਾਫ ਦੀ ਗੱਲ ਕਰ ਰਹੇ ਆ ਨਾ ਇਹ ਲਵੋ ਬਾਈ ਜੀ ਗੱਲ ਮੇਰਾ ਗੱਲ ਥੋੜਾ ਖਰਾਬ ਹੈ ਤੇ ਗੱਲਬਾਤ ਨਹੀਂ ਗੱਲਬਾਤ ਥੈਂਕ ਯੂ ਜੀ ਹਾਂਜੀ ਜੈਕ ਜੀ ਇੱਥੇ ਹੀ ਆਂਦੇ ਜੀ ਮੈਂ ਜੀ ਹਾਂਜੀ ਸੌਰੀ ਆਈ ਥਿੰਕ ਤੁਹਾਨੂੰ ਕਾਲ ਵੀ ਸੁਣਦੀ ਪਈ ਨਾ ਹਾਂਜੀ ਦੈਟਸ ਓਕੇ ਕੋਈ ਗੱਲ ਨਹੀਂ ਤੁਸੀਂ ਗੱਲਬਾਤ ਆਪਾਂ ਕਰ ਰਹੇ ਹਾਂ ਤੇ ਉਸ ਤੋਂ ਪਹਿਲਾਂ ਆਪਾਂ ਅੱਗੇ ਚੱਲੀਏ ਮੈਂ ਆਪਣੇ ਸੁਨੇਹੇ ਵਾਲੀ ਹੈ ਵੀਰ ਬਿਲਕੁਲ ਹਾਂਜੀ ਆਪਾਂ ਥੋੜੀ ਜਿਹੀ ਮਸ਼ਹੂਰੀ ਲੈ ਕੇ ਆ ਗਏ ਜੀ ਵਾਪਸ ਤੇ ਫਿਰ ਆਪਾਂ ਮਯੰਕ ਭਟਨਾਗਰ ਜੀ ਨੂੰ ਵੀ ਜੋੜਦੇ ਆ ਨਾਲ ਤੇ ਜੈਕ ਹੁਣਾਂ ਤੋਂ ਲੈਂਦੇ ਆ ਅਪਡੇਟ ਪੰਜਾਬ ਦੀ ਕੀ ਵਾਪਰ ਰਿਹਾ ਤੇ ਜਿਹੜਾ ਨਜ਼ਰਬੰਦ ਕੀਤਾ ਜੀ ਅਮਰਤਪਾਲ ਹੁਣਾਂ ਨੂੰ ਉਹਨਾਂ ਦੇ ਜਿੱਥੇ ਉਹ ਠਹਿਰੇ ਹੋਏ ਸੀਗੇ ਮੋਗੇ ਜ਼ਿਲ੍ਹੇ ਦੇ ਵਿੱਚ ਉੱਥੇ ਨਜ਼ਰਬੰਦ ਕਰ ਦਿੱਤਾ ਗਿਆ ਤੇ ਉਹਦੀ ਵੀ ਅਪਡੇਟ ਲੈਣੇ ਆ ਆਪਾਂ ਥੋੜੀ ਬਹੁਤ ਮੈਂ ਸਵੇਰੇ ਗੱਲਬਾਤ ਕਰਨ ਦੀ ਟਰਾਈ ਕੀਤੀ ਸੀ ਅਮਰਤਪਾਲ ਹੁਣਾਂ ਨਾਲ ਅਮਰਤਪਾਲ ਹੁਣੀ ਕੱਲ ਹਰਿਆਣੇ ਜਾ ਰਹੇ ਸੀਗੇ
ਇੱਕ ਆਪਣੇ ਜਾਟ ਜਿਹੜੇ ਮਨੋਜ ਸਿੰਘ ਦੋਹਨ ਨੇ, ਜਿਨ੍ਹਾਂ ਨੇ ਬਹੁਤ ਲੋਕਾਂ ਉਹਨਾਂ ਦੇ ਨਾਲ ਰਲ ਕੇ ਬਹੁਤ ਲੋਕ ਸਿੱਖ ਧਰਮ ਅਪਣਾਇਆ ਉਹਨਾਂ ਨੇ ਆ ਕੇ, ਤੇ ਉਹਨਾਂ ਦੀ ਗੱਲਬਾਤ ਹੋਈ। ਉਹਨਾਂ ਨੇ ਇੱਕ ਰੈਲੀ ਰੱਖੀ ਹੋਈ ਸੀਗੀ ਅੰਮ੍ਰਿਤਪਾਲ ਦੇ ਹੱਕ ਦੇ ਵਿੱਚ, ਤੇ ਤਕਰੀਬਨ ਕਹਿੰਦੇ ਨੇ ਕਿ ਅੱਜ ਰਾਤ ਤੱਕ ਹੀ ਉੱਥੇ 50,000 ਤੋਂ 1 ਲੱਖ ਬੰਦਾ ਇਕੱਠਾ ਹੋ ਚੁੱਕਿਆ ਸੀਗਾ। ਜਿਹੜੀ ਰੈਲੀ ਰੋਕਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਮਨੋਜ ਸਿੰਘ ਦੋਹਨ ਦਾ ਵੀ ਬਿਆਨ ਆਇਆ ਜੀ ਕਿ ਇਹ ਜਿਹੜਾ ਕੰਮ ਹੈ ਪ੍ਰਸ਼ਾਸਨ ਨੂੰ ਨਹੀਂ ਕਰਨਾ ਚਾਹੀਦਾ ਸੀਗਾ। ਕੱਲ ਸਾਡੇ ਕੋਲ ਇੱਥੇ 2 ਲੱਖ ਦੇ ਨੇੜੇ ਤੇੜੇ ਬੰਦਾ ਇਕੱਠਾ ਹੋ ਰਿਹਾ, ਤੇ ਭਾਈ ਅਮਰਤਪਾਲ ਨਾਲ ਗੱਲ ਹੋਈ ਉਹਨਾਂ ਦੀ। ਭਾਈ ਅਮਰਤਪਾਲ ਨੇ ਕਿਹਾ ਕਿ ਜਿੰਨਾ ਵੀ ਅਸੀਂ ਕਰ ਸਕੇ, ਜੇ ਇਹਨਾਂ ਨੇ ਸਾਨੂੰ ਇਜਾਜ਼ਤ ਦਿੱਤੀ ਤਾਂ ਅਸੀਂ ਜ਼ਰੂਰ ਉੱਥੇ ਪਹੁੰਚਾਂਗੇ। ਬਾਕੀ ਅਪਡੇਟਸ ਆਪਾਂ ਲੈਣੇ ਆ ਜੀ ਮਸ਼ਹੂਰੀਆਂ ਤੋਂ ਬਾਅਦ। ਅਸੀਂ ਆਗੇ ਜੀ ਵਾਪਸ जी। बंगला मोटर कार दिला दे, एक नहीं दो 4 दिला दे। जी हाँ, मोटर कार का तो मालूम नहीं, लेकिन आपको आपके बंगले तक पहुंचाएंगे जीएनई मॉर्गेजेस के मयंक भटनागर जी। हर तरह की मॉर्गेजेस में करते हैं स्पेशलाइज, वो रेजिडेंशियल हो, कमर्शियल हो, प्राइवेट हो, फर्स्ट या सेकंड मॉर्गेजेस, और या फिर आप हैं फर्स्ट टाइम होम बायर। मयंक भटनागर जी 6477022023 647 702 2023। थोड़ी सी दो लिफ्ट करा। ਲਾਇਸੈਂਸ ਨੰਬਰ 10394। ਜੀਟੀਏ ਦੇ ਵਿੱਚ ਤੁਸੀਂ ਲੋਕਲ ਰੀਅਲਟਰ ਦੇ ਭਾਲ ਵਿੱਚ ਸੀ ਤਾਂ ਨਾਮ ਚਿੱਤੇ ਰੱਖੋ ਰਾਜਤੂਰ 416 823 1921 4168231921। ਤੁਸੀਂ ਨਵੇਂ ਇਨਵੈਸਟਮੈਂਟ ਪ੍ਰਾਪਰਟੀ ਵੇਖਣੀ ਚਾਹੁੰਦੇ ਹੋ, ਤੁਸੀਂ ਪੁਰਾਣਾ ਘਰ ਬਾਏ ਕਰਨਾ, ਸੈਲ ਕਰਨਾ ਚਾਹੁੰਦੇ ਹੋ, ਨਵੇਂ ਪ੍ਰੋਜੈਕਟ ਦਾ ਹਰ ਇੱਕ ਦਾ ਐਕਸੈਸ ਹੁੰਦਾ ਇਹਨਾਂ ਕੋਲ। ਰਾਜਤੂਰ ਦੇ ਕੋਲ 416 823 1921 4168231921। ਸ਼ੁਰੂ ਤੋਂ ਲੈ ਕੇ ਅੰਤ ਤੱਕ ਤੁਹਾਡੀ ਪੂਰੀ ਮਦਦ ਕਰਨਗੇ। ਰਾਜਤੂਰ 416 823 1921। ਤੁਸੀਂ ਘਰਾਂ ਦੇ ਵਿੱਚ ਕੋਈ ਰੈਨੋਵੇਸ਼ਨ ਦਾ ਕੰਮ ਕਰਵਾਉਣਾ ਚਾਹੁੰਦੇ ਹੋ, ਲੀਗਲ ਬੇਸਮੈਂਟ ਬਣਾਉਣੀ ਚਾਹੁੰਦੇ ਹੋ, ਵਾਸ਼ਰੂਮ ਅਪਗ੍ਰੇਡ ਕਰਵਾਉਣੇ ਨੇ, ਕਿਚਨ ਅਪਗ੍ਰੇਡ ਕਰਵਾਉਣੀ ਹੈ, ਜਾਂ ਘਰ ਦੇ ਵਿੱਚ ਨਵੀਂ ਫਲੋਰਿੰਗ ਪਵਾਉਣੀ ਹੈ, ਤਾਂ ਨਾਮ ਚੇਤੇ ਰੱਖੋ KHK ਬਿਲਡਰ 647 381 8680 6473818680। ਤੁਹਾਡੇ ਘਰ ਆ ਕੇ ਫ੍ਰੀ ਐਸਟੀਮੇਟ ਦੇ ਕੇ ਜਾਣਗੇ। ਡੀਲ ਬਣਾਉਣ ਤੋਂ ਬਾਅਦ ਦਾ ਜੈਕ ਸ਼ੋ ਦਾ ਨੇਮ ਲਿਓ, ਤੁਹਾਨੂੰ ਹੋਰ ਡਿਸਕਾਊਂਟ ਦੇਣਗੇ। KHK ਬਿਲਡਰ 647 381 8680 6473818680। ਜੇ ਤੁਹਾਨੂੰ ਮੌਰਗੇਜ ਦੀ ਲੋੜ ਹੈ ਤਾਂ ਇੱਕ ਵਾਰੀ ਜ਼ਰੂਰ ਬੰਦੀ ਭਰਾ ਨਾਲ ਗੱਲ ਕਰੋ। Purchase, refinance, first time home buyer, new construction, self-employed, owner operator ਜਾਂ truck driver, private loan, second mortgage। ਸਾਨੂੰ ਇੱਕ ਵਾਰੀ ਜ਼ਰੂਰ ਨੰਬਰ ਕਮਾ ਲਿਓ 4165688314 416 568 8314। 10 ਸਾਲ ਤੋਂ ਐਕਸਪੀਰੀਅੰਸ ਹੈ ਮਨਦੀਪ ਰਾਏ ਦਾ। Call today, GTA Financial। ना पैसा पैसा करिया कर, एवे ना तू डरिया कर। ਤੁਸੀਂ ਜੀਟੀਏ 'ਚ ਨਵਾਂ ਪੁਰਾਣਾ ਘਰ ਖਰੀਦਣਾ ਚਾਹੁੰਦੇ ਹੋ, ਵੇਚਣਾ ਚਾਹੁੰਦੇ ਹੋ, ਕੋਈ ਡਿਟੈਚ, ਸੈਮੀ, ਟਾਊਨ ਹੋਮ ਜਾਂ ਕੋਈ ਇਨਵੈਸਟਮੈਂਟ ਪ੍ਰਾਪਰਟੀ ਬਾਏ ਕਰਨੀ ਹੈ, ਸੈਲ ਕਰਨੀ ਹੈ, ਕੋਂਡੋ ਬਾਏ ਕਰਨਾ, ਸੈਲ ਕਰਨਾ, ਕੋਈ ਅਪਾਰਟਮੈਂਟ ਬਿਲਡਿੰਗ ਬਾਏ ਕਰਨੀ ਹੈ, ਸੈਲ ਕਰਨੀ ਹੈ, ਕਾਲ ਕਰੋ ਤਰਨ ਅਰੋੜਾ 647 928 1056 6479281056। ਤੁਹਾਨੂੰ ਸ਼ੁਰੂ ਤੋਂ ਲੈ ਕੇ ਐਂਡ ਤੱਕ ਤੁਹਾਡੀ ਪੂਰੀ ਮਦਦ ਕਰਨਗੇ ਤਰਨ ਅਰੋੜਾ 647 928 1056। ਤੁਸੀਂ ਲੋਕਲ ਰੀਅਲਟਰ ਦੀ ਭਾਲ ਦੇ ਵਿੱਚ ਸੀ ਤਾਂ ਇੱਕ ਨਾਮ ਚੇਤੇ ਰੱਖੋ ਰਜਿੰਦਰ ਬਾਤਿਸ਼। ਹੋਮ ਲਾਈਫ ਪੈਰਾਡਾਈਜ਼ ਰਿਐਲਟੀ ਨਾਲ ਕੰਮ ਕਰਦੇ ਨੇ ਰਜਿੰਦਰ ਬਾਤਿਸ਼। 647 853 8000 647853 8000। ਰਜਿੰਦਰ ਬਾਤਿਸ਼ ਜੀ ਕਹਿੰਦੇ ਕਿ ਅਸੀਂ ਪੈਕੇਜ ਲਈ ਕੰਮ ਨਹੀਂ ਕਰਦੇ, ਕਮਿਸ਼ਨ ਲਈ ਕੰਮ ਨਹੀਂ ਕਰਦੇ, ਕਲਾਇੰਟ ਦੀ ਵੱਧ ਤੋਂ ਵੱਧ ਸੇਵਿੰਗ ਕਰਵਾ ਕੇ ਦਿੰਦੇ ਨੇ। ਰਜਿੰਦਰ ਬਾਤਿਸ਼ 647 853 8000। ਤੁਸੀਂ ਕੋਈ ਘਰ ਖਰੀਦਣਾ ਚਾਹੁੰਦੇ ਹੋ, ਵੇਚਣਾ ਚਾਹੁੰਦੇ ਹੋ, ਕਿਸੇ ਪਾਸੇ ਇਨਵੈਸਟਮੈਂਟ ਕਰਨੀ ਹੈ, ਘਰ ਰੀਸੇਲ ਕਰਨਾ, ਕਾਲ ਕਰੋ ਰਜਿੰਦਰ ਬਾਤਿਸ਼ 647853 8000। ਤੁਸੀਂ ਕੈਨੇਡਾ 'ਚ ਨਵੇਂ ਹੋ, ਪੁਰਾਣੇ ਹੋ, ਗੁੱਡ ਕ੍ਰੈਡਿਟ ਹੈ ਚਾਹੇ ਬੈਡ ਕ੍ਰੈਡਿਟ ਹੈ, ਤੁਸੀਂ ਮੋਰਗੇਜ ਦੇ ਲਈ ਅਪਲਾਈ ਕਰਨਾ ਚਾਹੁੰਦੇ ਹੋ, ਕਿੰਨੀ ਮੋਰਗੇਜ ਦੇ ਲਈ ਕੁਆਲੀਫਾਈ ਕਰੋਗੇ, ਕੀ ਪੇਪਰ ਵਰਕ ਹੋਣਾ ਚਾਹੀਦਾ, ਸਾਰੀਆਂ ਗੱਲਾਂ ਦਾ ਜਵਾਬ ਜਾਣਨ ਲਈ ਕਾਲ ਕਰੋ ਕਰਨ ਕੌਰ ਪੱਡਾ 416 710 20 416 710 2020। ਕਰਨ ਕੌਰ ਪੱਡਾ ਤੁਹਾਨੂੰ ਵਧੀਆ ਬੈਂਕ ਤੋਂ ਵਧੀਆ ਟਰਮ ਐਂਡ ਕੰਡੀਸ਼ਨ ਤੇ ਵਧੀਆ ਇੰਟਰਸਟ ਰੇਟ ਲੈ ਕੇ ਦੇਣਗੇ। ਕਰਨ ਕੌਰ ਪੱਡਾ 416 710 20 ਤੁਸੀਂ ਇੰਡੀਆ, ਅਮਰੀਕਾ, ਪਾਕਿਸਤਾਨ ਕਿਤੇ ਵੀ ਜਾਣਾ ਚਾਹੁੰਦੇ ਹੋ ਤਾਂ ਸਸਤੀਆਂ ਹਵਾਈ ਟਿਕਟਾਂ ਲਈ ਸੰਪਰਕ ਕਰੋ ਕੋਮਲ ਜੀ ਨੂੰ 905 239 7711। ਆਲ ਲਿੰਕ ਟਰੈਵਲ ਨਾਲ ਕੰਮ ਕਰਦੇ ਕੋਮਲ ਜੀ 905 239 7711। ਤੁਸੀਂ ਕਿਤੇ ਵਕੇਸ਼ਨ ਤੇ ਜਾਣਾ ਚਾਹੁੰਦੇ ਹੋ ਤਾਂ ਵਕੇਸ਼ਨ ਦੇ ਪੈਕੇਜ ਲੈਣ ਲਈ ਕਾਲ ਕਰੋ 905 239 7711। ਵਧੀਆ ਤੇ ਸਸਤੀਆਂ ਹਵਾਈ ਟਿਕਟਾਂ ਲਈ ਕਾਲ ਕਰੋ 905 239 7711। ਹਾਂਜੀ, ਆਪਾਂ ਇੱਕ ਕਾਲ ਜੋੜ ਲੈਣੇ ਆ 8518। ਤੁਸੀਂ 에ਅਰ ਤੇ ਹੋ। ਸਤਿ ਸ਼੍ਰੀ ਅਕਾਲ ਵੀਰਾਂ ਨੂੰ। ਸਤਿ ਸ੍ਰੀ ਅਕਾਲ ਜੀ। ਹਾਂਜੀ ਵੀ ਠੀਕ ਠਾਕ ਹੋ ਜੈਗਵੀਰ? ਤੁਹਾਨੂੰ ਸਤਿ ਸ਼੍ਰੀ ਅਕਾਲ, ਮੌਜਾਂ ਕਰ ਰਹੇ ਇੰਡੀਆ। ਹਾਂਜੀ ਜੈਗ ਬਾਈ ਜੀ ਸਤਿ ਸ਼੍ਰੀ ਅਕਾਲ ਜੀ। ਹਾਂਜੀ ਸੁਣ ਰਹੇ, ਮੈਂ ਕਿਹਾ ਤੁਸੀਂ ਧੁੰਦ ਦੁਬਾਰੇ ਭੁੱਲ ਜਾਓ, ਇੱਥੇ ਤਾਂ ਨੈਤੀ ਧੁੰਦਾਂ ਲੜਾਈਆਂ।
ਹਾਂਜੀ ਇਹ ਚਲੋ ਵਧੀਆ ਲੱਗਿਆ ਉਹਨਾਂ ਦੀ ਆਵਾਜ਼ ਸੁਣ ਕੇ। ਮੈਂ ਬਿਜੀ ਸੀ, ਮੈਂ ਤੁਹਾਨੂੰ ਕਾਲ ਕਰਨਾ। ਹਾਂਜੀ ਹਾਂਜੀ ਥੈਂਕ ਯੂ ਵੈਰੀ ਮਚ। ਦੇਖੋ ਵੀ ਜੇ ਜੋ ਕੁਛ 84 ਵੇਲੇ ਹੋਇਆ ਹੁਣ ਉਹ ਨਾ ਤੁਸੀਂ ਮਾਈਂਡ ਨਾ ਕਰਿਓ। ਨਹੀਂ ਦੱਸੋ ਤੁਸੀਂ। ਇਹ ਮੈਂ ਕੋਈ ਗਲਤ ਨਹੀਂ ਕਹਿ ਰਹੀ ਤੇ ਨਾ ਮੈਂ ਕਿਸੇ ਦੇ ਖਿਲਾਫ ਹਾਂ, ਤੇ ਆਪਾਂ ਸਾਰੇ ਸੇਮ ਹੀ ਆ। ਉਹ ਹੁਣ ਜੋ ਨਾ ਪੰਜਾਬ ਦਾ ਮਾਹੌਲ ਖਰਾਬ ਕਰਨ ਲਈ ਹੋ ਰਿਹਾ ਵੀਰ। ਹਾਂਜੀ ਹਾਂਜੀ ਇਹ ਕੁਛ ਨਹੀਂ, ਪ੍ਰਾਪੇਗੰਡਾ ਹੈ। ਆਪਾਂ ਨਾ ਲੋਕ ਬਹੁਤ ਛੇਤੀ ਮਗਰ ਲੱਗ ਜਾਂਦੇ, ਫਲਾਨਾ ਐ ਕਰਦਾ। ਕੁਛ ਨਹੀਂ ਕਰਦਾ ਵੀਰ ਜੀ। ਤੁਸੀਂ ਦੇਖੋ ਉਹਦਾ ਫੈਸਲਾ ਨਾ ਥੋੜੇ ਚਿਰ ਨੂੰ ਨਿਕਲੂ, ਤੁਸੀਂ ਮੈਨੂੰ ਕਹੋ ਹਾਂ ਭੈਣ ਵੀ ਉਹ, ਮੈਂ ਨਹੀਂ ਕਹਿੰਦੀ ਵੀ ਮੈਂ ਕੋਈ ਫਿਲਾਸਫਰ ਹਾਂ ਜਾਂ ਕੁਛ ਹੈ, ਪਰ ਉਹ ਮਾਹੌਲ ਖਰਾਬ ਕਰਨ ਲਈ ਕਰ ਰਿਹਾ ਜੀ। ਹਾਂਜੀ ਤੇ ਕਿਉਂਕਿ ਜੇ ਇੰਨੇ ਮੁੰਡੇ ਪੰਜਾਬ ਦੇ ਜਾਂ ਘਰਾਂ ਦੇ ਘਰ ਬਰਬਾਦ ਹੋ ਚੁੱਕੇ, ਜਿਨ੍ਹਾਂ ਦੇ ਹੋ ਚੁੱਕੇ, ਉਹਨਾਂ ਨੂੰ ਪੁੱਛੋ। ਮੇਰੇ ਭੂਆ ਜੀ ਦਾ ਜਵਾਈ ਵਿਚਾਰਾ ਪੜ੍ਹਿਆ ਲਿਖਿਆ ਮੁੰਡਾ ਘਰੋਂ ਲੈ ਗਏ ਸੀ ਤੇ ਉਹਨੂੰ ਜੀਪ 'ਚ ਕਹਿੰਦੇ ਤੈਨੂੰ ਪੁੱਛਣਾ ਹੀ ਹੈ, ਤੇ ਵਿਚਾਰਾ ਕਦੇ ਵੀ ਉਹਨੇ ਕੋਈ ਇਹੋ ਜਿਹੀ ਗੱਲ ਨਹੀਂ। ਟੀਚਰ ਸੀ ਤੇ ਜਦੋਂ ਉਹਨੂੰ ਮੋਗੇ ਲਗਾਈ ਤੇ ਉਹਨੂੰ ਉਹਨਾਂ ਨੇ ਫਾਂਸੀ ਦਿੱਤਾ, ਫਾਹੇ ਦਿੱਤਾ ਸੀ, ਤੇ ਮੁੜ ਕੇ ਕਹਿੰਦੇ ਉਹਦੀ ਬਾਡੀ ਨਹੀਂ ਖਾਈ ਸਾਨੂੰ। ਅੱਛਾ। ਤੇ ਮੇਰੇ ਭੂਆ ਜੀ ਦੇ ਲੜਕੀ ਨੇ 3 ਬੱਚੇ ਪਾਲੇ। ਉਹਦਾ ਬੇਟਾ ਅੱਜ ਇੰਗਲੈਂਡ ਹੈ ਤੇ 2 ਬੇਟੀਆਂ ਬਹਿਆਂ। ਅੱਛਾ। ਸਾਰੀ ਜ਼ਿੰਦਗੀ ਉਹ ਟੀਚਰ ਸੀ, ਟੀਚ ਕਰ ਨਹੀਂ ਗਈ ਕਿ ਇਹਨਾਂ ਨੂੰ ਮਤਲਬ ਉਹਦੇ ਮਨ ਨੂੰ ਇੰਨਾ ਦੁੱਖ ਲੱਗਿਆ ਵੀ ਮੇਰੀ ਜ਼ਿੰਦਗੀ ਖਤਮ ਹੋ ਗਈ। ਅੱਜ ਉਹ ਖੁਸ਼ ਹੈ। ਤੇ ਮੈਂ ਤਾਂ ਇਹ ਕਹਿੰਦੀ ਹਾਂ ਵੀ ਜਿਨ੍ਹਾਂ ਨਾਲ ਹੋਈਆਂ, ਕਈ ਦੇਖੋ ਆਪਣੇ ਘਰਾਂ ਦੇ ਘਰ ਕਈ ਵਿਖਾਉਂਦੇ, ਕਈ ਵਾਰ ਮਾਤਮਾ ਇੰਨੀ ਏਜ ਦੀਆਂ ਹੋਈਆਂ ਵਿਚਾਰਿਆਂ ਕੋਲ ਕੁਛ ਨੀ, ਭੀਖ ਮੰਗਦੀਆਂ ਉਹ, ਹਨਾ। ਹਾਂਜੀ ਹਾਂਜੀ ਤੇ ਦੇਖੋ ਵੀ ਜੇ ਉਹਦੇ ਚ ਫੈਸਲਾ ਆਪਾਂ ਕੁਛ ਨੀ ਕਰਾ ਸਕਦੇ। ਜਿਹੜੇ ਆਪਣੇ ਨਾ ਕਰਾਪਟ ਲੋਕ ਬੈਠੇ ਮੂਹਰੇ, ਆਪਣੇ ਚ ਉਹ ਲੋਕ ਇਹੋ ਜਿਹਾ ਕੁਛ ਕਰਾਉਂਦੇ, ਬੋਲਣ ਨਹੀਂ ਦਿੰਦੇ, ਚੰਗੇ ਬੰਦਿਆਂ ਨੂੰ ਕੰਮ ਕਰ ਨਹੀਂ ਦਿੰਦੇ, ਉਹਨਾਂ ਚ ਕੁਛ ਨੀ ਹੋਊਗਾ ਜਿੰਨਾ ਚਿਰ ਆਪਾਂ ਸਾਰਿਆਂ ਨੂੰ ਏਕਤਾ ਨਹੀਂ ਵੀਰ। ਏਕਤਾ ਦੀ ਲੋੜ ਹੈ। ਜੇ ਏਕਤਾ ਤਾਂ ਇੱਕ ਘਰ ਚ ਪੰਜਾਂ ਦਾ ਹੈ ਨੀ ਵੀਰ, ਆਪਾਂ ਉੱਥੇ ਕਿਵੇਂ ਕਹਿ ਸਕਦੇ ਹਾਂ, ਹਨਾ। ਹਾਂਜੀ। ਚੰਗੇ ਲੋਕ ਵੀ ਬੈਠੇ ਆ, ਪੰਜੇ ਉਂਗਲਾਂ ਇੱਕੋ ਜਿਹੀਆਂ ਨਹੀਂ, ਮਾੜੇ ਵੀ ਬੈਠੇ ਆ, ਤੇ ਜਿਹੜੇ ਚੰਗੇ ਲੋਕ ਆ ਉਹਨਾਂ ਨੂੰ ਅੰਦਰੇ ਅੰਦਰ ਖਰਾਬ ਕੀਤਾ ਜਾ ਰਿਹਾ। ਹਾਂਜੀ ਜੀ ਮੇਰੀ ਤਾਂ ਇਹੀ ਵੀਰ ਸੋਚ ਹੈ। ਤੇ ਆ ਧੁੰਦ ਦੀ ਤੁਸੀਂ ਗੱਲ ਕਰਦੇ ਸੀ ਨਾ, ਸਾਡੇ ਸਿਟੀ 'ਚ ਬਹੁਤ ਹੁੰਦੀ ਹੈ ਇਹ। ਹਾਂਜੀ। ਜਦੋਂ ਹੁੰਦੀ ਹੈ ਨਾ, ਮੈਂ ਨਹੀਂ ਕਹਿੰਦੀ ਵੀ ਕਿਸੇ ਨੂੰ ਪਤਾ ਨਾ, ਮੈਂ ਟਿਪ ਦਿੰਦੀ ਇੱਕ। ਤੁਹਾਡੀ ਗੱਡੀ ਦੇ ਵਿੱਚ ਨਾ ਇੱਕ ਬਟਨ ਹੁੰਦਾ ਜਿਹਦੇ ਨਾਲ ਤੁਹਾਡੇ ਫਰੰਟ ਤੇ ਫੇਸ ਤੇ 에ਅਰ ਆਉਂਦੀ ਨਾ, ਤੁਸੀਂ ਹੀਟ ਆਨ ਕਰ ਲਓ, ਮਾੜੀਆਂ ਮਾੜੀਆਂ ਦੋਨੇ ਵਿੰਡੋ ਖੋਲੋ ਡਰਾਈਵਰ ਸਾਈਡ ਟਾਈਨੀ ਵਿੱਚ, ਤੇ ਤੁਹਾਡੀ ਸਾਰੀ ਫਾਗ ਚਲੀ ਜਾਊ ਵਹੀਕਲ ਤੋਂ। ਹਾਂਜੀ। ਸਾਡੇ ਫਾਗ ਬਹੁਤ ਹੁੰਦੀ ਹੈ, ਪਰ ਯੂ ਹੈਵ ਟੂ ਬੀ ਕੇਅਰਫੁਲ। ਪਰ ਚਲੀ ਜਾਂਦੀ ਹੈ ਧੁੱਪ, ਕਿਉਂਕਿ ਵੈਦਰ ਹੈ ਕਿ ਨਾ ਗਰਮੀ ਹੈ ਸਰਦੀ ਦੋਨੀ। ਹਾਂਜੀ ਜੀ। ਇੰਡੀਆ ਤਾਂ ਮੈਨੂੰ ਯਾਦ ਹੈ, ਮੇਰੀ ਬੇਟੀ ਤੇ ਮੈਂ 2007 ਚ ਗਏ ਸੀ, ਚੰਡੀਗੜ੍ਹ ਰਹੇ ਸੀ, ਤੇ ਜਦੋਂ ਅਸੀਂ ਅੰਮ੍ਰਿਤਸਰ ਨੂੰ ਜਾ ਰਹੇ ਸੀ ਤੇ ਜਲੰਧਰ ਕੋਲੇ ਜਾ ਕੇ ਬਲੀਕ ਕਰੋ, ਡਰਾਈਵਰ ਕਹਿੰਦਾ ਮੈਂ ਚਲਾ ਨਹੀਂ ਸਕਦਾ ਭੈਣ, ਵੀ ਡੇਂਜਰਸ ਆ, ਕਹਿੰਦਾ ਵੀ ਵੈਰੀ ਵੈਰੀ ਸੈਡ। ਤੇ ਉੱਥੇ ਤਾਂ ਦੀਦਾ ਹੀ ਕੁਛ ਨਹੀਂ ਹੁੰਦਾ। ਨਹੀਂ, ਇੱਧਰ ਵੀ ਬਹੁਤ ਜ਼ਿਆਦਾ ਵਾਨ, ਵੁੱਡਬ੍ਰਿਜ, ਨਿਊ ਮਾਰਕੀਟ, ਅਰੋਰਾ, ਸਾਰੇ ਪਾਸੇ ਬਹੁਤ ਸੰਘਣੀ ਧੁੰਦ ਹੋ ਰਹੀ ਹੈ। ਸੋ ਬੀ ਕੇਅਰਫੁਲ। ਸਾਰੇ ਜਿਹੜੇ ਲਿਸਨਰਸ ਹੁੰਦੇ ਨੇ, ਇੱਕ ਦੂਜੇ ਨੂੰ ਪਲੀਜ਼ ਦੱਸ ਵੀ ਦਿਆ ਕਰੋ, ਆਪਦੇ ਰਿਲੇਟਿਵਸ ਨੂੰ, ਆਪਣੇ ਫਰੈਂਡਸ ਨੂੰ। ਅਮਨ ਭੈਣੇ ਬਹੁਤ ਸ਼ੁਕਰੀਆ ਤੁਹਾਡੀ ਕਾਲ ਲਈ ਜੀ, ਬਹੁਤ ਸ਼ੁਕਰੀਆ। ਹਾਂਜੀ ਜੀ, ਮੈਂ 1-2 ਲਾਈਨਾਂ ਬੋਲੂੰਗੀ। ਜੀ ਜੀ ਜੀ। ਕਹਿੰਦੇ ਗਰੀਬ मांगे तो भीख, अमीर मांगे तो चंदा, जी, करोड़पति मांगे तो दोनी, राइट, अरबपति मांगे तो संबंधी, जहाँ सभी लोग अपने अपने हिसाब से भीख मांगते हैं जनाब, कराम किस बात का है। जी जी। मतलब कहने लिए अपन चंगे काम करने चाहिए जिंदगी च, पता नहीं किन्ने मिनट सैकंड की जिंदगी है। बिल्कुल बिल्कुल। किसी नाल लड़ना नहीं चाहिए, ਇਹੋ ਜਿਹੀਆਂ ਗੱਲਾਂ ਨਹੀਂ ਕਰਨੀਆਂ ਚਾਹੀਦੀਆਂ। ਬਾਕੀ ਤੁਹਾਨੂੰ ਗੁਰੂ ਨਾਨਕ ਦੇਵ ਜੀ ਦੇ ਜਨਮ ਦਿਨ ਦੀਆਂ ਬਹੁਤ ਬਹੁਤ ਵਧਾਈਆਂ। ਉਹਨਾਂ ਨੇ ਸਾਨੂੰ ਇੱਥੋਂ ਤੱਕ ਸਾਡੀ ਕੌਮ ਨੂੰ ਪਹੁੰਚਾਇਆ। ਜੀ, ਮੈਂ ਆਪਾਂ ਗੱਲ ਕਰਦੇ ਹਾਂ, ਇੱਥੇ ਵੀ ਗੱਲ ਕਰਦੇ ਹਾਂ ਜੀ। ਜੀ ਬਹੁਤ ਸ਼ੁਕਰੀਆ ਅਮਨ ਭੈਣੇ, ਬਹੁਤ ਸ਼ੁਕਰੀਆ ਜੀ। ਇਹ ਤੋਂ ਪਹਿਲੇ ਆਪਾਂ ਅੱਗੇ ਵਧੀਏ, ਆਪਾਂ ਕਾਲਸ ਵੀ ਲੈਣੇ ਆ ਜੀ। ਪਲੀਜ਼ ਹੋਲਡ ਰੱਖ ਲਿਓ, ਬਸ 2 ਮਿੰਟ ਚ ਆਪਾਂ ਤੁਹਾਨੂੰ ਔਨ 에ਅਰ ਕਰਦੇ ਹਾਂ। ਪ੍ਰਤਾਪ ਰੈਨੋਵੇਸ਼ਨ ਵਾਲਿਆਂ ਤੋਂ ਤੁਸੀਂ ਲੀਗਲ ਬੇਸਮੈਂਟ, ਨਿਊ ਡਰਾਈਵੇ, ਕਿਚਨ ਅਪਗ੍ਰੇਡਸ ਜਾਂ ਕੋਈ ਫਲੋਰਿੰਗ, ਹੋਰ ਵੀ ਕਿਸੇ ਤਰ੍ਹਾਂ ਦਾ ਕੰਮ ਕਰਾਉਣਾ ਚਾਹੁੰਦੇ ਹੋ ਤਾਂ ਤੁਸੀਂ 647 609 7474 ਤੇ ਕਾਲ ਕਰ ਸਕਦੇ ਹੋ ਜੀ। 647 ਜਿਹੜਾ ਏਰੀਆ ਕੋਡ ਆ ਟੋਰਾਂਟੋ ਦਾ, ਤੇ 6097474 ਤੇ ਤੁਸੀਂ ਗੱਲਬਾਤ ਕਰ ਸਕਦੇ ਹੋ ਪ੍ਰਤਾਪ ਰੈਨੋਵੇਸ਼ਨ ਵਾਲਿਆਂ ਨਾਲ। ਕਿਸੇ ਵੀ ਤਰ੍ਹਾਂ ਦਾ ਕੋਈ ਵੀ ਕੰਮ ਕਰਾਉਣਾ ਚਾਹੁੰਦੇ ਹੋ, ਬੇਸਮੈਂਟ ਜਾਂ ਫਲੋਰਿੰਗ ਜਾਂ ਕਿਚਨ ਅਪਗ੍ਰੇਡ ਕਰਾਉਣੀ ਹੈ, ਕੁਝ ਵੀ ਕਰਾਉਣਾ, ਤੁਸੀਂ ਪ੍ਰਤਾਪ ਰੈਨੋਵੇਸ਼ਨ ਨੂੰ ਸੰਪਰਕ ਕਰ ਸਕਦੇ ਹੋ। ਵੀਲ ਪਲਾਜ਼ਾ ਵਾਲਿਆਂ ਦਾ ਨੰਬਰ ਦੇ ਦਾਂ ਜੀ। ਜੇ ਟਾਇਰਾਂ ਜੀਪਾਂ ਦੇ ਆਪਣਾ ਚੇਂਜ ਕਰਾਉਣੇ ਨੇ ਟਾਇਰ, ਵਿੰਟਰ ਆ ਰਹੀ ਹੈ, ਵਿੰਟਰ ਟਾਇਰ ਪਵਾਉਣੇ ਨੇ, ਬਹੁਤ ਵਧੀਆ ਡੀਲਾਂ ਲਾਈਆਂ ਹੋਈਆਂ ਇਹਨਾਂ ਨੇ। 647 906
2792 ਦ ਜੈਕ ਸ਼ੋ ਦਾ ਹਵਾਲਾ ਦਵਾਂਗੇ ਤੁਹਾਨੂੰ, ਹੋਰ ਇਸ ਤੋਂ ਬਾਅਦ ਡਿਸਕਾਊਂਟ ਦੇਣਗੇ। ਪਹਿਲੇ ਗੱਲ ਕਰ ਲਿਓ, ਉਸ ਤੋਂ ਬਾਅਦ ਜੈਕ ਸ਼ੋ ਦਾ ਹਵਾਲਾ ਦਿਓ ਜੀ। ਤੇ ਨਾਲ ਦੀ ਨਾਲ ਇਹ ਕਹਿੰਦੇ ਨੇ ਗੁੱਡ ਕ੍ਰੈਡਿਟ ਬੈਡ ਕ੍ਰੈਡਿਟ ਕੋਈ ਵੀ ਕ੍ਰੈਡਿਟ ਦੀ ਕੋਈ ਪ੍ਰੋਬਲਮ ਨਹੀਂ ਹੈਗੀ, ਫਾਈਨੈਂਸ ਵੀ ਕਰ ਦੇਣਗੇ ਤੇ ਕਿਸ਼ਤਾਂ ਬਣਾ ਦੇਣਗੇ। ਤੁਸੀਂ ਜਿੱਦਾਂ ਦੇ ਵੀ ਰਿਮ ਪਾਉਣੇ ਚਾਹੁੰਦੇ ਹੋ ਤੁਹਾਡੇ ਨਾਲ ਪਾ ਲੈਣੇ। 647 ਤੁਹਾਡੀ ਗੱਡੀਆਂ 'ਚ ਪਾ ਲੈਣੇ, ਤੁਹਾਡੇ 'ਚ ਨਹੀਂ ਪਾਣੇ, ਸੌਰੀ। 647 906 2792 ਤੇ ਤੁਸੀਂ ਕਾਲ ਕਰ ਸਕਦੇ ਹੋ ਜੀ। ਤੇ ਨਾਲ ਦੀ ਨਾਲ ਗੁਰਸਾਹਿਬ ਬਰਾੜ, ਜੇ ਨਵੇਂ ਆਏ ਹੋ ਆਪਣਾ ਇੰਡੀਆ ਤੋਂ ਨਵੇਂ ਆਏ ਹੋ, ਕਿਤੇ ਵੀ ਹੋਰ ਨਵੇਂ ਆਏ ਹੋ, ਇੰਸ਼ੋਰੈਂਸ ਚਾਹੁੰਦੇ ਹੋ ਇਕੱਠੀ ਕਰਾ ਲਓਗੇ, ਘਰ ਦੀ, ਆਟੋ ਦੀ ਤੇ ਨਾਲ ਦੀ ਨਾਲ ਆਪਦੀ, ਤੇ ਇਹ ਬਹੁਤ ਵਧੀਆ ਡੀਲ ਦੇ ਦਿੰਦੇ ਨੇ। 647 937 0080 647 937 0080 ਤੇ ਤੁਸੀਂ ਗੁਰਸਾਹਿਬ ਬਰਾੜ ਨੂੰ ਤੁਸੀਂ ਕਾਲ ਕਰ ਸਕਦੇ ਹੋ ਜੀ। ਆਪਾਂ ਮਯੰਕ ਭਟਨਾਗਰ ਹੋਣਾ ਨੂੰ ਵੀ ਜੋੜਦੇ ਹਾਂ ਜੀ, ਨਾਲ ਨਾਲ ਆਪਾਂ ਕਾਲਸ ਵੀ ਲੈਂਦੇ ਹਾਂ। ਦੋ ਤਿੰਨ ਹੋਰ ਅਪਡੇਟਸ ਮਨੋਜ ਭਾਈ ਦੀਆਂ ਆਈਆਂ ਨੇ, ਮਨੋਜ ਦੋਹਨ ਹੋਣਾ ਦੀਆਂ, ਉਹਨਾਂ ਨੂੰ ਵੀ ਉਹਨਾਂ ਨੇ ਆਈਸੋਲੇਸ਼ਨ 'ਚ ਹੀ ਰੱਖਿਆ ਹੋਇਆ ਜੀ, ਉਹਨਾਂ ਤੇ ਵੀ ਨਜ਼ਰ ਰੱਖੀ ਜਾ ਰਹੀ ਹੈ। ਤੇ ਨਾਲ ਦੀ ਨਾਲ ਆਪਾਂ ਹੋਰ ਅੱਗੇ ਗੱਲਬਾਤ ਕਰਦੇ ਹਾਂ। ਗੁਰੂ ਨਾਨਕ ਦੇਵ ਕਦੋਂ ਤੋਂ ਲੱਗ ਗਿਆ, ਇਹਦੇ ਬਾਰੇ ਵੀ ਗੱਲਬਾਤ ਕਰਦੇ ਹਾਂ। ਗੁਰੂ ਨਾਨਕ ਦੇਵ ਜੀ ਉਹ ਕਹੀ ਜਾਂਦੇ ਆਪਾਂ, ਇਹ ਦੇਵ ਕਦੋਂ ਤੋਂ ਲੱਗ ਗਿਆ? ਗੁਰੂ ਨਾਨਕ ਸਾਹਿਬ ਤਾਂ ਮੈਂ ਸਮਝ ਸਕਦਾ, ਪਰ ਦੇਵ ਮੈਨੂੰ ਅੱਜ ਤੱਕ ਕਦੇ ਪੱਲੇ ਨਹੀਂ ਪਈ। ਕੋਈ ਕਾਲਰ ਜਿਹੜੇ ਸੁਣ ਰਹੇ ਹੋਣ, ਸੁਹਿਰਦ ਹੋਣ, ਜਿਹਨਾਂ ਨੂੰ ਜ਼ਿਆਦਾ ਪਤਾ ਹੋਵੇ, ਪਲੀਜ਼ ਸਾਨੂੰ ਆ ਕੇ ਦੱਸਿਓ। ਇਹ ਦੇਵ ਗੁਰੂ ਅਰਜਨ ਦੇਵ ਤੇ ਗੁਰੂ ਨਾਨਕ ਦੇਵ, ਦੇਵ ਤਾਂ ਹੈ ਨਹੀਂ ਸੀਗੇ, ਅਕਾਲ ਪੁਰਖ ਖੁਦ ਆਪ ਉਹ ਨੇ ਭੇਜੇ ਹੋਏ, ਹਨਾ, ਖੁਦ ਆਪ ਅਕਾਲ ਪੁਰਖ। ਤੇ ਇਹ ਦੇਵ ਕਦੋਂ ਤੋਂ ਲੱਗ ਗਿਆ ਜ਼ਰੂਰ ਦੱਸਿਓ। 905 405 0002 ਤੇ ਜੈਗ ਤੋਂ ਆਪਾਂ ਅਪਡੇਟ ਲੈਂਦੇ ਆ। ਇਹ ਤੋਂ ਪਹਿਲਾਂ ਜੇ ਮਯੰਕ ਭਟਨਾਗਰ ਹੋਣੀ ਆਪਣਾ ਜੁੜ ਗਏ ਤਾਂ ਮਯੰਕ ਭਟਨਾਗਰ ਹੋਣ ਲਵਾਂਗੇ, ਤੇ ਉਸ ਤੋਂ ਬਾਅਦ ਜੈਗ ਹੋਣਾ ਤੋਂ ਅਪਡੇਟ ਲੈਂਦੇ ਆ, ਤੇ ਨਾਲ ਦੀਆਂ ਤੁਹਾਡੀਆਂ ਕਾਲਸ ਔਨ 에ਅਰ ਕਰਦੇ ਆ ਜੀ। ਜੀ ਹਾਂਜੀ ਜੈਗ ਜੀ, ਜੈਗ ਹੋਣੀ ਮੈਨੂੰ ਲੱਗਦਾ ਜੈਗ, ਹਾਂਜੀ ਹਾਂਜੀ ਜੈਗ ਮੈਂ ਤਾਂ ਜਿਹਦੀ ਕਾਲ ਤਾਂ ਨਹੀਂ ਲੱਗੀ, ਨਹੀਂ ਹਲੇ ਨਹੀਂ, ਦੱਸ ਦੂੰਗਾ ਜੀ ਆ ਕੇ, ਨੋ ਵਰੀਜ਼। ਮਸ਼ਹੂਰੀ ਪੈ ਰਹੀ ਆਪਾਂ, ਕੋਈ ਗੱਲ ਨਹੀਂ, ਸਪਾਂਸਰ ਨੂੰ ਆਪਾਂ ਛੱਡਦੇ ਨਹੀਂ ਪਿੱਛੇ। ਜੈਗ ਆਪਾਂ ਤੁਸੀਂ ਚਾਹਵਾਂ ਨਾ ਪਰਵਾਹ ਕਰੋ, ਆਪਾਂ ਅਗਲੇ ਘੰਟੇ 'ਚ ਲੈ ਲਾਂਗੇ ਜੇ ਇਸ ਘੰਟੇ ਨਾ ਆਏ। ਕਿਉਂਕਿ ਸ਼ਾਇਦ ਉਹਦਾ ਮੈਸੇਜ ਮੈਨੂੰ ਆਇਆ ਸੀ ਕਹਿੰਦੇ ਕਾਲ ਕਰ ਰਹੇ ਆ, ਬਟ ਐਨੀਵੇ ਕੋਈ ਗੱਲ, ਉਦੋਂ ਕਾਲ ਬਿਜ਼ੀ ਸੀਗੀਆਂ ਜੈਗ ਜੀ। ਸੋ ਜਿਹੜੀ ਆਪਾਂ ਗੱਲ ਕਰਕੇ ਹਟੇ ਆ, ਪਹਿਲਾਂ ਤਾਂ ਸੂਰੀ ਸਾਹਿਬ ਦੀ ਗੱਲ ਕੀਤੀ ਹੈ ਜਿਹੜੀ ਜੀ। ਕੱਲ ਮੈਂ ਲੁਧਿਆਣੇ ਸੀਗਾ, ਜਦੋਂ ਮੈਨੂੰ ਨਿਊਜ਼ ਪਤਾ ਲੱਗੀ, ਉੱਥੇ ਫੋਨ ਆਇਆ ਮੇਰੇ ਫਰੈਂਡ ਦਾ, ਕਿਹਾ ਗੱਲ ਹੋ ਗਈ। ਪਰ ਕਿਉਂਕਿ ਆਮ ਤੌਰ ਤੇ ਜਿਹੜਾ ਜ਼ਿਆਦਾ ਕੋਈ ਜਿਹੜੇ ਹਿੰਦੂ ਲੀਡਰ ਜਾਂ ਸ਼ਿਵ ਸੈਨਾ ਵਾਲੇ ਆ, ਇਹਨਾਂ ਵੱਲੋਂ ਕੋਈ ਜ਼ਿਆਦਾ ਕੋਈ ਕਾਰਵਾਈ ਕੀਤੀ ਜਾਂਦੀ ਤਾਂ ਲੁਧਿਆਣੇ ਦੇ ਵਿੱਚ ਕੀਤੀ ਜਾਂਦੀ ਹੈ ਆਮ ਤੌਰ ਤੇ, ਕਿਉਂਕਿ ਲੁਧਿਆਣੇ ਦਾ ਸੰਬੰਧ ਸੀ। ਹਾਂਜੀ ਹਾਂਜੀ, ਬਟ ਆਈ ਥਿੰਕ ਸੰਬੰਧਿਤ ਸੀਗੇ ਅੰਮ੍ਰਿਤਸਰ ਤੋਂ ਸ਼ਵਿੰਦਰ ਇਹ। ਅੱਛਾ, ਹਾਂਜੀ, ਉੱਥੋਂ ਦੇ ਲੋਕਲ ਸੀਗੇ ਸ਼ਾਇਦ, ਮੈਨੂੰ ਇਹ ਪਤਾ ਲੱਗਿਆ। ਤੇ ਫਿਰ ਜਿਹੜਾ ਮੰਦਿਰ ਵਾਲਾ ਜਿਹੜਾ ਸੀਗਾ ਕਿ ਉੱਥੇ ਲੋਕਾਂ ਨੇ ਦੀਵਾਲੀ ਤੋਂ ਬਾਅਦ ਤਸਵੀਰਾਂ ਜਿਹੜੀਆਂ ਜਿਹਦੇ ਵਿੱਚ ਭਗਵਾਨ ਰਾਮ ਹੋ ਗਏ ਜਾਂ ਜਿਹੜੇ ਵੀ ਹਿੰਦੂ ਦੇਵੀ ਦੇਵਤੇ, ਤੇ ਜਿਨ੍ਹਾਂ ਦੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਤੇ ਗੁਰੂ ਨਾਨਕ ਜੀ ਦੀ ਵੀ ਤਸਵੀਰਾਂ ਨਾਲ ਉਹਦੇ ਵਿੱਚ ਸ਼ਾਮਲ ਸੀ, ਤੇ ਉਹਨੂੰ ਲੈ ਕੇ ਜਿਹੜਾ ਕੌਜ਼ ਦੇਖਿਆ ਜਾਵੇ ਤਾਂ ਕੌਜ਼ ਬੜਾ ਵਧੀਆ ਸੀ ਉਹ, ਤੇ ਤੁਸੀਂ ਉਹਨੂੰ ਬਾਹਰ ਬੇਅਦਬੀ ਸੁੱਟਿਆ ਹੋਇਆ ਉਹਨੂੰ ਚੁੱਕਿਆ ਜਾਵੇ। ਬਟ ਉਸ ਤੋਂ ਬਾਅਦ ਜਿਹੜੀ ਸੰਦੀਪ ਸਿੰਘ ਨਾਂ ਦਾ ਵਿਅਕਤੀ ਆ ਜਿਹਦੇ ਦਸਤਾਰ ਸਜਾਈ ਹੋਈ, ਸੋ ਉਹਦੇ ਵੱਲੋਂ ਸ਼ਰੇਆਮ ਪੁਲਿਸ ਦੀ ਮੌਜੂਦਗੀ ਦੇ ਵਿੱਚ ਬਿਨਾਂ ਕਿਸੇ ਡਰ ਤੋਂ ਗੋਲੀਆਂ ਚਲਾਈਆਂ ਜਾਂਦੀਆਂ, ਤੇ ਬਾਅਦ ਵਿੱਚ ਹਸਪੀਟਲ ਜਾ ਕੇ ਜਿੱਥੇ ਸੁਰੇਸ਼ ਸ਼ੂਰੀ ਆ ਉਹਦੀ ਜਿਹੜੀ ਮੌਤ ਹੋ ਜਾਂਦੀ ਆ। ਤੇ ਮਾਹੌਲ ਆ ਜਿਹੜਾ ਉਸ ਤੋਂ ਬਾਅਦ ਜੋ ਅੱਜ ਹੋਇਆ ਇੱਥੇ ਪੰਜਾਬ ਦੇ ਵਿੱਚ, ਉਹ ਇਹ ਹੈ ਕਿ ਅਮਰਤਪਾਲ ਸਿੰਘ ਜਿਹੜੇ ਵਾਰਸ ਪੰਜਾਬ ਦੇ ਜਥੇਬੰਦੀ ਦੇ ਜਿਹੜੇ ਪ੍ਰਧਾਨ ਨੇ, ਉਹ ਸਿੰਘਾਂ ਵਾਲਾ ਪਿੰਡ ਆ ਮੋਗਾ ਤੋਂ, ਤੁਸੀਂ ਬਾਘਾ ਪੁਰਾਣਾ ਜਾਣਦੇ ਹੋ, ਰਸਤੇ ਦੇ ਵਿੱਚ ਆਉਂਦਾ ਪਿੰਡ ਸਿੰਘਾਂ ਵਾਲਾ ਜੀ। ਤੇ ਉੱਥੇ ਰੁਕੇ ਹੋਏ ਸੀਗੇ, ਤੇ ਜਿੱਥੇ ਬਹੁਤ ਵੱਡੀ ਫੋਰਸ ਬਾਅਦ ਵਿੱਚ ਆਈ ਕਿ ਉਹਨਾਂ ਨੇ ਅੱਗੇ ਜਲੰਧਰ ਵਗੈਰਾ ਜਾਣਾ ਸੀ ਪ੍ਰੋਗਰਾਮ ਦੇ ਨਗਰ ਕੀਰਤਨ ਦੇ ਉੱਪਰ, ਉੱਥੇ ਜਾਣ ਤੋਂ ਉਹਨਾਂ ਨੂੰ ਰੋਕਿਆ ਗਿਆ। ਸੋ ਉਹਨਾਂ ਨੇ ਇੱਕ ਘਰ ਦੇ ਵਿੱਚ ਜਿੱਥੇ ਉਹ ਠਹਿਰੇ ਹੋਏ ਸੀ ਉੱਥੇ ਨਜ਼ਰਬੰਦ ਕੀਤਾ ਗਿਆ। ਹਾਲ ਤੱਕ ਕੋਈ ਅਪਡੇਟ ਨਹੀਂ ਆਈ ਕਿ ਉਹਨਾਂ ਨੂੰ ਉੱਥੋਂ ਜਾਣ ਦਿੱਤਾ ਗਿਆ ਜਾਂ ਨਹੀਂ ਜਾਣ ਦਿੱਤਾ ਗਿਆ, ਬਟ ਮਾਹੌਲ ਆ ਜਿਹੜਾ ਪੰਜਾਬ ਦਾ ਉਹ ਖਰਾਬ ਹੋਣ ਜਾ ਰਿਹਾ। ਜੈਗ ਨਾ ਹੋਵੇ ਖਰਾਬ, ਅਕਾਲ ਪੁਰਖ ਕਰੇ ਨਾ ਹੋਵੇ, ਏਦਾਂ ਦੀ ਗੱਲ ਕੋਈ ਵੀ, ਕਿਉਂਕਿ ਇਹ ਪਰਸਨਲ ਰੰਜਿਸ਼ ਵੀ ਹੋ ਸਕਦੀ ਹੈ। ਤੇ ਪਰਸਨਲ ਰੰਜਿਸ਼ ਦੇ ਵਿੱਚ ਹਾਂ ਇਹ ਆ ਕਿ ਲੋਕਾਂ ਨੂੰ ਮੌਕਾ ਮਿਲ ਜਾਂਦਾ, ਲੋਕਾਂ ਨੂੰ, ਕਿਉਂਕਿ ਅੰਮ੍ਰਿਤਪਾਲ ਗੱਲ ਕਰ ਰਿਹਾ, ਜਦੋਂ ਮੈਨੂੰ ਨਾ ਸਮਝ ਨਹੀਂ ਆਉਂਦੀ ਇੱਕ ਗੱਲ, ਜਦੋਂ ਚਲੋ ਖਾਲਿਸਤਾਨ ਦੀ ਗੱਲ ਮੈਂ ਦੁਬਾਰਾ ਇੱਕ ਵਾਰੀ ਨਾ ਪਾਸੇ ਰੱਖ ਕੇ ਉਹਨਾਂ ਦੀ ਬਾਕੀ ਕੀ ਗੱਲ ਗਲਤ ਕਰ ਰਿਹਾ, ਮੈਨੂੰ ਅਜੇ ਤੱਕ ਨਾ ਅੰਮ੍ਰਿਤਪਾਲ ਦੀ ਕੀ ਗੱਲ ਗਲਤ ਕੀਤੀ ਉਹਨੇ ਕਿਹਾ ਨਸ਼ੇ ਛੱਡ ਕੇ ਗੁਰੂ ਵਾਲੇ ਬਣ ਜਾਓ, ਕੀ ਗਲਤ ਕਰ ਰਿਹਾ?
ਆਪਾਂ ਕੁਐਸਚਨ ਕੀਤਾ ਸੀਗਾ ਅੰਮ੍ਰਿਤਪਾਲ ਨੂੰ ਯਾਦ ਆ ਜੈਕ ਤੁਸੀਂ ਕੁਐਸਚਨ ਕੀਤਾ ਸੀਗਾ ਤੁਹਾਡੇ ਇੱਕ ਸਰੋਤੇ ਨੇ ਆਏ ਕੁਐਸਚਨ ਕੀਤਾ ਸੀਗਾ ਕਿ 2 ਬਾਟਿਆਂ ਦੇ ਵਿੱਚ ਅੰਮ੍ਰਿਤ ਛਕਾਇਆ ਜਾਂਦਾ ਬਿਲਕੁਲ ਹਨਾ ਉਹ ਵੀ ਗੱਲ ਕਲੀਅਰ ਕੀਤੀ ਅੰਮ੍ਰਿਤਪਾਲ ਨੇ ਮੇਰੀ ਫੋਨ ਤੇ ਜਦੋਂ ਗੱਲਬਾਤ ਹੋਈ ਉਦੋਂ ਵੀ ਗੱਲਬਾਤ ਕਲੀਅਰ ਕੀਤੀ ਉਹਨਾਂ ਨੇ ਤੇ ਬਾਅਦ ਚ ਵੀ ਉਹਨਾਂ ਨੇ ਟੀਵੀ ਤੇ ਵੀ ਗੱਲਬਾਤ ਕਲੀਅਰ ਕੀਤੀ ਆ ਕਿ ਕੇਸਗੜ੍ਹ ਸਾਹਿਬ ਤਾਂ ਇਦਾਂ ਦਾ ਕੁਝ ਨਹੀਂ ਹੁੰਦਾ ਅਕਾਲ ਤਖਤ ਸਾਹਿਬ ਇਦਾਂ ਦਾ ਕੁਝ ਨਹੀਂ ਹੁੰਦਾ ਜਿੱਥੇ ਹੋ ਰਿਹਾ ਉਹ ਤੁਸੀਂ ਦੇਖੋ ਜਾ ਕੇ ਜਿਹੜੇ ਸਿੰਘ ਸਾਨੂੰ ਕੁਐਸਚਨ ਕਰ ਰਹੇ ਨੇ ਉਹਨਾਂ ਨੇ ਕਿਹਾ ਵੀ ਤੁਸੀਂ ਦੇਖੋ ਜਾ ਕੇ ਬਈ ਕੱਲਾ ਮੈਂ ਥੋੜੀ ਕੋਈ ਠੇਕਾ ਲੈ ਲਿਆ ਮੈਂ ਆਪਦਾ ਕੰਮ ਕਰ ਰਿਹਾ ਠੀਕ ਹੈ ਮੈਂ ਆਪਦਾ ਕੰਮ ਕਰ ਰਿਹਾ ਮੈਂ ਲੋਕਾਂ ਨੂੰ ਪ੍ਰੇਰਿਤ ਕਰ ਰਿਹਾ ਤੇ ਤੁਸੀਂ ਉਹਦੀ ਉਸ ਤੋਂ ਇਲਾਵਾ ਗੱਲ ਨੂੰ ਕਿਹੜੀ ਨੂੰ ਗਲਤ ਸਮਝ ਰਹੇ ਹੋ ਅੱਜ ਐਡੀ ਵੱਡੀ ਫੋਰਸ ਲਗਾਈ ਗਈ ਆ ਉਸ ਬੰਦੇ ਵਾਸਤੇ ਜਿਵੇਂ ਕਿ ਪਤਾ ਨਹੀਂ ਕਿਹਨੂੰ ਫੜਨਾ ਹੁੰਦਾ ਤੇ ਮੈਨੂੰ ਸਮਝ ਨਹੀਂ ਆਈ ਨਾਲ ਦੀ ਨਾਲ ਜੈਗ ਇੱਕ ਹੋਰ ਗੱਲ ਜਿਹੜੀ ਕਿ ਉੱਭਰ ਕੇ ਆ ਰਹੀ ਆ ਸੂਰੀ ਦੇ ਕਤਲ ਕੇਸ ਦੇ ਵਿੱਚ ਉਹ ਇਹ ਆ ਰਹੀ ਆ ਕਿ ਲੰਡਾ ਹਰੀਕੇ ਨਾਂ ਦਾ ਇਹਦੇ ਪਿੰਡ ਦਾ ਨਾਮ ਹੈ ਜੀ ਲੰਡਾ ਹਰੀਕਾ ਉਹਦਾ ਨਾਂ ਤਾਂ ਕੀ ਰੱਖਣਾ ਕਿਸੇ ਨੇ ਲੰਡਾ ਤੇ ਇਹਦੇ ਪਿੰਡ ਦਾ ਨਾਮ ਆ ਲੰਡਾ ਹਰੀਕਾ ਕੈਨੇਡਾ ਦੇ ਵਿੱਚ ਹੀ ਰਹਿ ਰਿਹਾ ਹੋ ਸਕਦਾ ਸੁਣ ਵੀ ਰਿਹਾ ਹੋਇਆ ਆਪਾਂ ਨੂੰ ਤੇ ਉਹਨੇ ਜ਼ਿੰਮੇਵਾਰੀ ਲਈ ਆ ਫੇਸਬੁੱਕ ਤੇ ਪੋਸਟ ਪਾ ਕੇ ਕਿ ਇਹਨੂੰ ਮੈਂ ਕਤਲ ਕੀਤਾ ਜੀ ਮੈਂ ਇਹਦੀ ਜ਼ਿੰਮੇਵਾਰੀ ਲੈਣਾ ਮੈਂ ਕਰਵਾਇਆ ਸੌਰੀ ਕਤਲ ਆਪ ਨਹੀਂ ਕੀਤਾ ਮੈਂ ਕਰਵਾਇਆ ਤੇ ਰਤੇਸ਼ ਲੱਖੀ ਹੋਣੀ ਜਿਹੜੇ ਕਿ ਬਹੁਤ ਨਾਮੀ ਪੱਤਰਕਾਰ ਨੇ ਬਹੁਤ ਸੀਨੀਅਰ ਪੱਤਰਕਾਰ ਨੇ ਉਹਨਾਂ ਨੇ ਕੁਝ ਦਿਨ ਪਹਿਲੇ ਹੀ ਇਹ ਵੀਡੀਓ ਪਾ ਕੇ ਦੱਸਤਾ ਸੀ ਕਿ ਲੰਡੇ ਹਰੀਕਾ ਜਿਹੜਾ ਹੈਗਾ ਉਹ ਗੈਂਗਸਟਰ ਹੈ ਜੀ ਜਿਹਨਾਂ ਨੂੰ ਨਹੀਂ ਪਤਾ ਮੈਂ ਉਹ ਵੀ ਦੱਸਦਾ ਗੈਂਗਸਟਰ ਹੈ ਉਹ ਮੁੰਡਾ ਤੇ ਭੱਜ ਕੇ ਇੱਥੇ ਆਇਆ ਹੋਇਆ ਕੈਨੇਡਾ ਦੀ ਧਰਤੀ ਤੇ ਕਹਿੰਦੇ ਨੇ ਕਿ ਕੈਨੇਡਾ ਦੀ ਧਰਤੀ ਤੋਂ ਆਪਰੇਟ ਕਰ ਰਿਹਾ ਜਿਵੇਂ ਗੋਲਡੀ ਬਰਾੜ ਜਿਨ੍ਹਾਂ ਨੇ ਸਿੱਧੂ ਮੂਸੇਵਾਲੇ ਦਾ ਦਿੱਤੀ ਸੀ ਸਪਾਰੀ ਉੱਥੇ ਸਪਾਰੀ ਕਹਿੰਦੇ ਨੇ ਆਪਦੀ ਜਿਹੜੀ ਭਾਸ਼ਾ ਇਹਨਾਂ ਦੀ ਵਰਤਦੇ ਨੇ ਮੁੰਬਈ ਤੋਂ ਹੀ ਭਾਸ਼ਾ ਚੱਲੀ ਹੋਈ ਹੈ ਤੇ ਉਹੀ ਵਰਤਦੇ ਨੇ ਤੇ ਉਹਦੇ ਵਿੱਚ ਸ਼ਿਵਿੰਦਰ ਜਿਹੜੀ ਤੁਸੀਂ ਗੱਲ ਕੀਤੀ ਆ ਜੀ ਜੀ ਸ਼ਿਵਿੰਦਰ ਸੌਰਵੀ ਜਿਹੜੀ ਤੁਸੀਂ ਗੱਲ ਕੀਤੀ ਆ ਸੋ ਇਹਦੇ ਤੋਂ ਇੱਕ ਗੱਲ ਤਾਂ ਕਲੀਅਰ ਹੁੰਦੀ ਹੈ ਵੀ ਜਿਹੜਾ ਸੂਰੀ ਦਾ ਕਤਲ ਹੋਇਆ ਇਹ ਹਿੰਦੂ ਸਿੱਖ ਦਾ ਮਸਲਾ ਨਹੀਂਗਾ ਬਿਲਕੁਲ ਵੀ ਨਹੀਂਗਾ ਹਿੰਦੂ ਸਿੱਖ ਦਾ ਮਸਲਾ ਹੀ ਨਹੀਂ ਹੈਗਾ ਜੇ ਜੈਗ ਤੁਸੀਂ ਦੇਖੋ ਹੁਣ ਤੱਕ ਉਹ ਸਿੱਖਾਂ ਦੇ ਖਿਲਾਫ ਹੀ ਬੋਲਦਾ ਰਿਹਾ ਹਾਂ ਸ਼ਿਵਿੰਦਰ ਪਰ ਗੱਲ ਇਹ ਹੈ ਨਾ ਕਈ ਵਾਰੀ ਉੱਡਦਾ ਤੀਰ ਲੈਣ ਵਾਲੀ ਗੱਲ ਹੋ ਜਾਂਦੀ ਹੈ ਜੇ ਤੁਸੀਂ ਇੱਕ ਹੈਗੇ ਨੇ ਅਮਰਤਪਾਲ ਸਿੰਘ ਦੇ ਵਾਰਸ ਜਥੇਬੰਦੀ ਦੇ ਨੇ ਤੇ ਇੱਕ ਹੈਗੇ ਅਮਰਤਪਾਲ ਮਹਿਰੋ ਜਿਹੜੇ ਨਿਹੰਗ ਬਾਣੇ ਵਿੱਚ ਆ ਜੀ ਸੋ ਉਹ ਕਿਸੇ ਸਮਾਗਮ 'ਚ ਇਹ ਗੱਲ ਬੋਲ ਰਹੇ ਨੇ ਉਹਨਾਂ ਨੇ ਇਸ ਗੱਲ ਦੀ ਬੜੀ ਆਪਣੇ ਵੱਲੋਂ ਖੁਸ਼ੀ ਮਨਾਈ ਹੈ ਕਿ ਵਧੀਆ ਹੋ ਗਿਆ ਜੋ ਕੀਤਾ ਜਿਹੜੇ ਵੀ ਕੀਤਾ ਉਹ ਕਹਿੰਦਾ ਮੈਂ ਉਹਨੂੰ ਜਾਣਦਾ ਨਹੀਂ ਉਸ ਸਿੰਘ ਨੇ ਇਹ ਸ਼ਬਦ ਵਰਤਦੇ ਆ ਜੀ ਜੈਗ ਆਪਣੇ ਨਾਲ ਪਟਨਾਗਰ ਹੋਣੀ ਜੁੜ ਗਿਆ ਆਪਾਂ ਪਹਿਲਾਂ ਉਹਨਾਂ ਦੀ ਮਸ਼ਹੂਰੀ ਲੈ ਲਈਏ ਸਪਾਂਸਰ ਜਰੂਰ ਲੈ ਲਈਏ ਜੀ ਮਾਈਕ ਜੀ ਬਹੁਤ ਸ਼ੁਕਰੀਆ ਪਹਿਲੇ ਤਾਂ ਮਾਫੀ ਚਾਹਨਾ ਤੁਹਾਡੀ ਕਾਲ ਆਏਗੀ ਪਹਿਲੇ ਬਿਜ਼ੀ ਸੀਗਾ ਸ਼ੋਅ ਤੇ ਤੁਹਾਡੀ ਕਾਲ ਨਹੀਂ ਚੱਕ ਸਕਿਆ ਜੀ ਮਾਈਕ ਜੀ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਦੋਨੋਂ ਭਰਾਵਾਂ ਨੂੰ ਬਹੁਤ ਵਧੀਆ ਮਾਈਕ ਜੀ ਕੀ ਹਾਲ ਚਾਲ ਹੈ ਕਿੱਦਾਂ ਰਿਹਾ ਵੀਕ ਤੇ ਮੈਨੂੰ ਲੱਗਦਾ ਬਿਜ਼ੀ ਤੁਸੀਂ ਜ਼ਿਆਦਾ ਹੋਣੇ ਹੋ ਇਸ ਵੀਕ ਲੋਕਾਂ ਨੂੰ ਹੋਇਆ ਪਿਆ ਫਟਾਫਟ ਕਰਾ ਲਈਏ ਜੀ ਭਾਜੀ ਜੀ ਬਿਲਕੁਲ ਭਾਜੀ ਪਹਿਲਾਂ ਆਪਣੇ ਸਾਰੇ ਸਰੋਤਿਆਂ ਨੂੰ ਮੈਂ ਪਟਨਾਗਰ ਤੇ ਜੀਨੀ ਟੀਮ ਵੱਲੋਂ ਸਭ ਨੂੰ ਸਤਿ ਸ਼੍ਰੀ ਅਕਾਲ ਸਲਾਮ ਤੇ ਨਮਸਕਾਰ ਕਰਨਾ ਚਾਹੁੰਦਾ ਜੀ ਤੇ ਭਾਜੀ ਦੇਖੋ ਵੀਕ ਤਾਂ ਬਿਜੀ ਹੁੰਦਾ ਹੀ ਹੁੰਦਾ ਭਾਜੀ ਪੂਰਾ ਸਾਲ ਨਿਕਲ ਗਿਆ ਆਲਮੋਸਟ ਵੀ ਆਰ ਕਮਿੰਗ ਔਨ ਦ 11th ਮੰਥ ਆਫ ਦ ਈਅਰ ਸੋ ਡੈਫੀਨਿਟਲੀ ਭਾਜੀ ਇੱਕ ਵਧੀਆ ਸਾਲ ਹੈਗਾ ਹਾਊਐਵਰ ਕਾਫੀ ਚੈਲੰਜਸ ਸੀਗੇ ਐਂਡ ਉਹਨਾਂ ਨੂੰ ਪਾਰ ਕਰਕੇ ਜਿਹੜੇ ਹੈਗੇ ਆਪਣੇ ਭੈਣ ਭਰਾਵਾਂ ਨੂੰ ਪੂਰੀ ਹੈਲਪ ਕਰ ਰਹੇ ਤੇ ਭਾਜੀ ਅੱਜ ਥੋੜੀ ਜਿਹੀ ਗੱਲਬਾਤ ਜ਼ਰੂਰ ਕਰਨੀ ਚਾਹਾਂਗੇ ਆਪਣੇ ਨਵੰਬਰ ਸਪੈਸ਼ਲ ਬਾਰੇ ਜੀ ਬਿਲਕੁਲ ਕਿਉਂਕਿ ਜਿਹੜਾ ਨਵੰਬਰ ਸਪੈਸ਼ਲ ਆਪਾਂ ਲੈ ਕੇ ਆਏ ਹੈਗੇ ਆ ਭਾਜੀ ਉਹ ਐਕਸਕਲੂਸਿਵ ਲੈ ਕੇ ਆਏ ਹੈਗੇ ਆ ਔਨ ਹੋਮ ਇਕੁਇਟੀ ਲਾਈਨ ਆਫ ਕ੍ਰੈਡਿਟ ਤੇ ਸਰ ਜੀ ਦੇਖੋ ਸਰ ਸਭ ਤੋਂ ਵੱਧ ਕੇ ਕਾਲਸ ਆਈਆਂ ਨੇ ਓਵਰ ਦ ਲਾਸਟ ਮੰਥ ਐਂਡ ਹਾਫ ਜਿੱਥੇ ਆਪਣੇ ਭੈਣ ਭਰਾਵਾਂ ਨੂੰ ਇਸ਼ੂ ਆ ਰਹੇ ਨੇ ਪੈਸੇ ਤੇ ਲੈ ਕਰਕੇ ਜੀ ਐਂਡ ਕਿਉਂ ਆ ਰਹੇ ਨੇ ਪੈਸੇ ਤੇ ਲੈ ਕਰਕੇ ਕਿਉਂਕਿ ਜੇ ਤੁਸੀਂ ਇਨਵੈਸਟਰ ਬੈਕਗ੍ਰਾਉਂਡ ਨਾਲ ਗੱਲ ਕਰੀਏ ਤਾਂ ਉਹਨਾਂ ਨੂੰ ਪ੍ਰੋਬਲਮ ਆ ਰਹੀ ਆ ਕਿ ਉਹਨਾਂ ਦੀ ਕਲੋਜ਼ਿੰਗਸ ਨਹੀਂ ਹੋ ਪਾ ਰਹੀਆਂ ਨੇ ਉਹਨਾਂ ਨੂੰ ਪ੍ਰੋਬਲਮ ਆ ਰਹੀ ਹੈ ਕਿ ਉਹਨਾਂ ਦੀ ਜਿਹੜੀ ਹੈਗੀ ਅਪਰੀਜ਼ਲ 2-2.5 ਲੱਖ ਡਾਲਰ ਸ਼ਾਰਟ ਆ ਰਹੀ ਹੈ ਜੀ ਐਂਡ ਦੈਟ ਇਜ਼ ਅ ਬਿਗ ਪ੍ਰੋਬਲਮ ਬਿਕਾਜ਼ ਉਹਨਾਂ ਨੂੰ ਉਹ ਪੈਸਾ ਖੜੇ ਪੈਰ ਅਰੇਂਜ ਕਰਨਾ ਪੈਂਦਾ ਜੀ ਠੀਕ ਹੈ ਜੀ ਜੇ ਆਪਾਂ ਗੱਲ ਕਰੀਏ ਕਿਸੇ ਪਰਸਨਲ ਲੈਵਲ ਤੇ ਤੇ ਭਾਜੀ ਪਰਸਨਲ ਲੈਵਲ ਤੇ ਗੱਲ ਆ ਹੈਗੀ ਆ ਕਿ ਭੈਣ ਭਰਾ ਜਿਹੜੇ ਹੈਗੇ ਆ ਉਹ ਪੂਰੀ ਕੋਸ਼ਿਸ਼ ਕਰ ਰਹੇ ਕਿ ਆਪਣੇ ਕਰਜ਼ਿਆਂ 'ਚ ਨਾ ਡੁੱਬੀਏ ਪਰ ਕਾਫੀ ਜ਼ਿਆਦਾ ਜਿਹੜੇ ਹੈਗੇ ਆ ਨੈਕ ਟੂ ਨੈਕ ਅੱਜ ਕੱਲ੍ਹ ਐਕਸਪੈਂਸਿਸ ਹੋਏ ਹੋਏ ਨੇ ਬਿਲਕੁਲ ਜੇ ਗੱਲਬਾਤ ਕਰੀਏ ਆਪਣੇ ਇਦਾਂ ਦੇ ਵੀ ਭੈਣ ਭਰਾ ਆ ਰਹੇ ਨੇ ਜਿਹੜੇ ਪੇਰੈਂਟਸ ਹੈਗੇ ਆ ਜਿਹੜੇ ਆਪਣੇ ਬੱਚਿਆਂ ਵਾਸਤੇ ਯੂਨੀਵਰਸਿਟੀ ਕਾਲਜ ਦੀ ਜਿਹੜੀ ਨੈਕਸਟ ਈਅਰ ਦੀ ਫੀਸ ਹੈਗੀ ਜਨਵਰੀ ਦੀ ਉਹ ਉਹਨਾਂ ਨੂੰ ਥੋੜੀ ਜਿਹੀ ਸ਼ਾਰਟ ਪੜ ਰਿਹਾ
ਉੱਥੇ ਵੀ ਉਹਨਾਂ ਨੂੰ ਜਿਹੜੀ ਹੈਗੀ ਆ ਹੋਮ ਇਕੁਇਟੀ ਲਾਈਨ ਆਫ ਕ੍ਰੈਡਿਟ ਮਦਦ ਕਰ ਸਕਦੀ। ਜੀ ਜੀ ਤੇ ਦੇਖੋ ਸਰ, ਇਹਦਾ ਮਤਲਬ ਇਹ ਹੈਗਾ ਕਿ ਜਿਹੜੀ ਤੁਹਾਡੀ ਪ੍ਰਾਪਰਟੀ ਆ ਉਹ ਤੁਹਾਨੂੰ ਹੈਲਪ ਕਰਦੀ ਹੈ ਜਦ ਤੁਹਾਨੂੰ ਉਸ ਪੈਸੇ ਦੀ ਰਿਕੁਆਇਰਮੈਂਟ ਹੈ। ਜਦ ਤੁਸੀਂ ਘਰ ਖਰੀਦਿਆ ਸੀਗਾ ਅੱਜ ਤੋਂ ਜੈਸੇ 5 ਸਾਲ ਪਹਿਲਾਂ, at that time you were working for that property, now the property is working for you। ਤੇ ਆ ਚੀਜ਼ ਬਹੁਤ ਜ਼ਰੂਰੀ ਹੈਗੀ ਹੈ। ਕਿਉਂ? ਕਿਉਂਕਿ ਜਿੰਨੀ ਵੀ ਤੁਹਾਡੀ ਅਪਰੇਜ਼ਲ ਆਉਂਦੀ ਆ ਜੀ ਆਪਾਂ ਉਹਦਾ ਤੁਹਾਨੂੰ 75% ਤੱਕ ਦਬਾ ਸਕਦੇ ਹਾਂ, ਅਮਾਊਂਟ ਦਬਾ ਸਕਦੇ ਹਾਂ, ਮਾਈਨਸ ਯੋਰ ਮੌਰਗੇਜ ਅਮਾਊਂਟ ਟੂ ਅ ਮੈਕਸਿਮਮ $1 million। ਜੀ ਜੀ ਸਾਰਾ ਦਾ ਸਾਰਾ ਕੰਮ ਪ੍ਰੋਪਰ ਇੰਸਟੀਟਿਊਸ਼ਨ ਤੋਂ ਕਰਕੇ ਦਿੱਤਾ ਜਾਂਦਾ ਹੈਗਾ ਐਂਡ ਤੁਹਾਡੀ ਔਨ ਟਾਈਮ ਕਲੋਜ਼ਿੰਗ ਕਰਾ ਦਿੱਤੀ ਜਾਂਦੀ ਆ। ਜੇ ਤੁਹਾਡੇ ਕੋਲ ਕੋਈ ਵੀ ਮੌਰਗੇਜ ਹੈਗੀ ਹੈ, ਜੇ ਭਾਵੇਂ ਸੈਕੰਡ ਮੌਰਗੇਜ ਵੀ ਹੈਗੀ ਆ, ਉਹ ਅਸੀਂ ਪੇ ਆਫ ਕਰਾ ਕੇ ਜਿਹੜੀ ਹੈਗੀ ਆ ਤੁਹਾਡੀ ਲਾਈਨ ਆਫ ਕ੍ਰੈਡਿਟ ਬਣਾ ਸਕਦੇ ਹਾਂ, ਜਿੱਥੇ ਜਿਹੜਾ ਅਮਾਊਂਟ ਤੁਸੀਂ ਯੂਜ਼ ਕਰਦੇ ਹੋ ਉਨਾ ਹੀ ਤੁਹਾਨੂੰ ਵਿਆਜ ਪੈਂਦਾ ਹੈਗਾ ਜੀ। ਜੇ ਇੰਟਰਸਟ ਰੇਟ ਦੀ ਗੱਲ ਕਰੀਏ ਸਰ ਐਂਡ ਤੁਹਾਡੀ ਕੋਈ ਮੌਰਗੇਜ ਨਹੀਂ ਹੈਗੀ ਪ੍ਰਾਪਰਟੀ ਦੇ ਉੱਤੇ, ਤਾਂ ਰੇਟ ਸਾਡਾ ਐਕਸਕਲੂਸਿਵ ਹੈਗਾ ਜੀ ਪ੍ਰਾਈਮ ਪਲੱਸ ਹਾਫ ਵਿਚ 6.45%। ਜੀ ਐਂਡ ਜੇ ਸੈਕੰਡ ਪੋਜੀਸ਼ਨ ਤੇ ਲੈਣੇ ਆ ਤਾਂ ਉਹਦਾ ਰੇਟ ਸਰ ਸਾਡਾ ਸਟਾਰਟ ਹੋ ਰਿਹਾ ਜੀ 7.70 ਤੇ। ਜੀ ਜੇ ਕਿਸੇ ਦੀ ਇਨਕਮ ਸ਼ਾਰਟ ਹੈ, ਕ੍ਰੈਡਿਟ ਬਰੂਜ਼ ਦਾ ਨੋ ਇਨਕਮ ਤੇ ਹੋ, ਤਾਂ ਵੀ ਕੋਈ ਘਬਰਾਉਣ ਦੀ ਲੋੜ ਨਹੀਂ ਹੈਗੀ ਆ। ਤੁਹਾਡੀ ਲਾਈਨ ਆਫ ਕ੍ਰੈਡਿਟ ਅਸੀਂ ਸ਼ਰਤੀ ਜਿਹੜੀ ਹੈਗੀ ਅਪਰੂਵ ਕਰਾ ਸਕਦੇ ਹਾਂ। ਇਹਦੇ ਵਿੱਚ 25 ਸਾਲ ਜਾਂ 30 ਸਾਲ ਦਾ ਜਿਹੜਾ ਹੈਗਾ ਟਰਮ ਵੀ ਤੁਹਾਨੂੰ ਦਵਾ ਸਕਦੇ ਹਾਂ ਐਂਡ 15-20 ਦਿਨਾਂ ਦੇ ਵਿੱਚ ਪੂਰਾ ਤੁਹਾਡਾ ਕੰਮ ਹੋ ਸਕਦਾ ਹੈਗਾ ਜੀ। ਜੇ ਕੋਈ ਵੀ ਭੈਣ ਭਰਾ ਨੇ ਸਾਡੇ ਨਾਲ ਗੱਲਬਾਤ ਕਰਨੀ ਹੈ, ਕੋਈ ਵੀ ਕੰਸਲਟੇਸ਼ਨ ਲੈਣੀ ਆ, ਕੋਈ ਵੀ ਫ੍ਰੀ ਨਾਨ ਆਬਲੀਗੇਟਰੀ ਐਡਵਾਈਸ ਵੀ ਲੈਣੀ ਆ, ਤਾਂ ਨੰਬਰ ਭਾਜੀ ਆਪਣਾ ਇੱਕੋ ਹੀ ਇੱਕ ਹੈ ਜੀ 647 702 2023 647 702 2023 ਤੇ ਮੇਰੇ ਨਾਲ ਗੱਲਬਾਤ ਹੋ ਸਕਦੀ ਹੈ ਐਂਡ ਆਪਾਂ ਜਿਹੜੀ ਹੈਗੀ ਤੁਹਾਨੂੰ ਪੂਰੀ ਮਦਦ ਕਰ ਸਕਦੇ ਹਾਂ। ਮਾਈਕ ਜੀ ਨਾਲ ਇੱਕ ਗੱਲ ਹੋਰ ਦੱਸਿਓ ਕਿ ਬਾਹਰਲੇ ਸੂਬਿਆਂ ਦੇ ਤੋਂ ਵੀ ਜੇ ਕੋਈ ਕਰਾਉਣਾ ਚਾਹੁੰਦਾ ਉਹਦੀ ਵੀ ਮਦਦ ਕਰ ਦਿੰਦੇ ਹੋ ਜੀ? ਬਾਹਰਲੇ ਸੂਬਿਆਂ ਤੋਂ ਜੇ ਕੋਈ ਆਉਣਾ ਚਾਹੁੰਦਾ, ਕੋਈ ਮਦਦ ਲੈਣੀ ਚਾਹੁੰਦਾ, ਅਲਬਰਟਾ ਤੋਂ, ਕੋਈ ਸਸਕੈਚੁਅਨ ਤੋਂ, ਕੋਈ ਮੈਨੀਟੋਬਾ ਤੋਂ, ਉਹਨਾਂ ਦੀ ਵੀ ਮਦਦ ਕਰ ਸਕਦੇ ਹੋ? ਭਾਈ ਦੇਖੋ ਆਰ ਲਾਇਸੈਂਸ ਇਜ਼ ਓਨਲੀ ਪ੍ਰੋਵਿੰਸ਼ੀਅਲ, ਠੀਕ ਹੈ ਜੀ, ਤੇ ਉਹਦੇ ਵਿੱਚ ਆਪਾਂ ਔਨ ਅ ਕੇਸ ਬਾਈ ਕੇਸ ਬੇਸਿਸ ਦੇਖ ਸਕਦੇ ਹਾਂ ਕਿ ਬਈ ਵਿਲ ਦ ਲੈਂਡਰ ਵੁੱਡ ਐਕਸੈਪਟ ਇਟ ਔਰ ਨਾਟ, ਠੀਕ ਹੈ। ਐਂਡ ਜੇ ਉਹ ਕਰ ਸਕਾਂਗੇ that we can review it with them ਕਿ ਬਈ ਹੋ ਵੀ ਚੱਲ ਸਕਦੀ ਹੈ ਕਿ ਨਹੀਂ। ਅਦਰਵਾਈਜ਼ ਇਨ ਦ ਮੋਸਟ ਕੇਸਿਸ ਉਹਨਾਂ ਨੂੰ ਉੱਥੋਂ ਹੀ ਜਿਹੜਾ ਹੈਗਾ ਕੋਈ ਮੌਰਗੇਜ ਪ੍ਰੋਫੈਸ਼ਨਲ ਨੂੰ ਹਾਇਰ ਕਰਨਾ ਪੈਣਾ, ਹੀ ਕੈਨ ਹੈਲਪ ਯੂ ਵਿਦ ਦੈਟ, ਕਿਉਂਕਿ ਲਾਇਸੈਂਸਿਸ ਦੇ ਹਿਸਾਬ ਨਾਲ, ਸਪੈਸ਼ਲ ਦੇ ਹਿਸਾਬ ਨਾਲ ਇਟਸ ਓਨਲੀ ਪ੍ਰੋਵਿੰਸ਼ੀਅਲ ਸਰ। ਜੀ ਜੀ, ਬਹੁਤ ਸ਼ੁਕਰੀਆ। ਤੇ ਸਰ ਆਪਣੇ ਜਿਹੜੇ ਆਫਿਸਿਸ ਵੀ ਹੈਗੇ ਆ, ਆਪਣੇ ਆਫਿਸ ਨੂੰ ਵੀ ਐਕਸਟੈਂਡ ਕੀਤਾ ਹੈਗਾ, ਆਫਿਸ ਆਵਰਸ ਨੂੰ ਵੀ, ਕਿਉਂਕਿ ਕਾਫੀ ਸਰੋਤੇ ਜਿਹੜੇ 9 to 5 ਕੰਮ ਕਰਦੇ ਆ ਜਾਂ ਈਵਨਿੰਗ ਦੇ ਵਿੱਚ ਕੰਮ ਕਰਦੇ ਆ, ਤਾਂ ਆਪਾਂ ਨਵੇਂ ਆਵਰਸ ਹੈਗੇ ਆ ਜੀ ਮਿਸਾਗਾ ਆਫਿਸ ਦੇ 9 ਵਜੇ ਤੋਂ ਲੈ ਕੇ ਸ਼ਾਮ ਦੇ 7 ਵਜੇ ਤੱਕ, ਮੰਡੇ ਟੂ ਫਰਾਈਡੇ ਜੀ, ਸੈਟਰਡੇ ਨੂੰ 9 ਵਜੇ ਤੋਂ ਲੈ ਕੇ 6 ਵਜੇ ਤੱਕ ਜੀ, ਐਂਡ ਸੰਡੇ ਨੂੰ 12 ਤੋਂ 4 ਤੋਂ। ਆਪਾਂ 7 ਦਿਨ ਤੁਹਾਡੇ ਲਈ ਖੁੱਲੇ ਹੈਗੇ ਆ, ਤੁਸੀਂ ਵਾਕ ਇਨ ਵੀ ਕਰ ਸਕਦੇ ਹੋ। ਹਾਈਲੀ ਰეკਮੈਂਡ ਕਰਦੇ ਆ ਭਾਜੀ ਕਿ ਅਪਾਇੰਟਮੈਂਟ ਲੈ ਕੇ ਆਓ ਜਾਂ ਫੋਨ ਕਰਕੇ ਆਓ, ਕਿਉਂਕਿ ਇਹ ਨਾ ਹੋਵੇ ਤੁਹਾਨੂੰ ਲੰਬਾ ਵੇਟ ਕਰਨਾ ਪਵੇ ਐਂਡ ਤੁਹਾਨੂੰ ਪੂਰਾ ਟਾਈਮ ਨਾ ਦੇ ਪਈਏ। ਤਾਂ ਹਾਈਲੀ ਰეკਮੈਂਡ ਕਰਦੇ ਆ ਕਿ ਕੋਈ ਵੀ ਗੱਲਬਾਤ ਕਰਨੀ ਆ, ਕੋਈ ਵੀ ਕੰਸਲਟੇਸ਼ਨ ਲੈਣੀ ਆ, ਨੰਬਰ ਆਪਣਾ ਇੱਕੋ ਹੀ ਇੱਕ ਹੈ ਜੀ 647 702 2023 647 702 2023 ਤੇ। ਐਂਡ ਜੇ ਤੁਹਾਡਾ ਫੋਨ ਨਾ ਚੱਕ ਪਾਈਏ ਤਾਂ ਰਿਕੁਐਸਟ ਕਰਦੇ ਹਾਂ ਤੁਸੀਂ ਸਾਨੂੰ ਟੈਕਸਟ ਜਾਂ WhatsApp ਭੇਜ ਦਿਓ, ਵਿਦਿਨ 2 ਆਵਰਸ ਦੇ ਵਿੱਚ ਤੁਹਾਨੂੰ ਜਵਾਬ ਵੀ ਦਿੱਤਾ ਜਾਂਦਾ ਹੈਗਾ ਐਂਡ ਤੁਹਾਨੂੰ ਪੂਰੀ ਮਦਦ ਕੀਤੀ ਜਾਂਦੀ ਹੈ। ਨੰਬਰ ਸਾਰੀ ਗੱਲਬਾਤ ਦਾ ਇੱਕੋ ਹੀ ਇੱਕ ਹੈ ਜੀ 647 702 2023 647 702 2023 ਭਾਜੀ ਟਾਈਮ ਦੇਣ ਲਈ ਬਹੁਤ ਬਹੁਤ ਧੰਨਵਾਦ। ਬਹੁਤ ਸ਼ੁਕਰੀਆ ਮਾਇੰਕ ਜੀ। ਸੋ ਇਹ ਸਨ ਜੀ ਮਾਇੰਕ ਜੀ, ਕਿਸੇ ਵੀ ਤਰ੍ਹਾਂ ਦੀ ਮੌਰਗੇਜ ਦੇ ਬਾਰੇ ਗੱਲਬਾਤ ਕਰਨੀ ਚਾਹੁੰਦੇ ਹੋ 647 702 2023 ਤੇ ਕਰ ਸਕਦੇ ਹੋ ਜੀ। ਜੈਕ ਜੀ ਜੀ ਸੋ ਆਈ ਥਿੰਕ ਆਪਾਂ ਨੈਕਸਟ ਆਵਰ ਚ ਨਹੀਂ ਅਜੇ ਆਪਾਂ ਨਹੀਂ ਅਜੇ ਹੈਗਾ ਜੈਕ ਸ਼ੋ ਰਹਿੰਦਾ ਜੀ, ਅਜੇ ਆਪਣਾ 10 ਮਿੰਟ ਪਏ ਨੇ ਜੈਕ ਸ਼ੋ ਦੇ, ਤੁਸੀਂ ਕੰਟੀਨਿਊ ਰੱਖੋ, ਕੋਈ ਗੱਲ ਨਹੀਂ। ਤੁਸੀਂ ਭੱਜਣ ਦੀ ਗੱਲਾਂ ਕਰ ਰਹੇ ਹੋ, ਕੋਈ ਗੱਲ ਨਹੀਂ ਕੋਈ ਗੱਲ ਨਹੀਂ। ਨਹੀਂ ਭੱਜਦਾ ਨਹੀਂ, ਮੈਂ ਜੁੜਿਆ ਰਹਿਣਾ ਨਾਲ, ਏਦਾਂ ਦੀ ਗੱਲ ਜੀ। ਭੱਜਣ ਦਿੰਦੇ ਨਹੀਂ ਬਾਈ ਜੀ ਅਸੀਂ, ਜਿਹਨਾਂ ਲਾ ਲਈ ਦੀਆਂ ਨੂੰ ਭੱਜਣ ਨਹੀਂ ਦਈਦਾ, ਫਿਰ ਤਾਂ ਭਾਵੇਂ ਕੜੰਗੀ ਨਾਲ ਪਾਣੀ ਪੈ ਜਾਵੇ। ਤੁਹਾਨੂੰ ਆਵਾਜ਼ ਠੀਕ ਆ ਰਹੀ ਹੈ ਵੀਰੇ? ਮੇਰੀ ਆਵਾਜ਼ ਬਿਲਕੁਲ ਠੀਕ ਆ ਰਹੀ ਹੈ। ਆਪਾਂ ਗੱਲਬਾਤ ਕਰ ਰਹੇ ਸੀਗੇ ਅੰਮ੍ਰਿਤਪਾਲ ਹੁਣਾਂ ਤੇ, ਉਹਨਾਂ ਦੀ ਕੱਲ ਰੈਲੀ ਸੀਗੀ, ਜਿਵੇਂ ਮੈਂ ਦੱਸਿਆ ਜੀ ਹਰਿਆਣੇ ਦੇ ਵਿੱਚ ਉਹਨਾਂ ਦੀ ਰੈਲੀ ਸੀ। ਮਨੋਜ ਸਿੰਘ ਦੋਹਨ ਹੋਣਾ ਨੇ, ਜਾਟ ਜਿਹੜੇ ਭਾਈਚਾਰੇ ਤੋਂ ਸੰਬੰਧ ਰੱਖਦੇ ਨੇ,
ਉਹਨਾਂ ਨੇ ਰੈਲੀ ਰੱਖੀ ਹੋਈ ਸੀ, ਉਹਨਾਂ ਦੀ ਕਰਨਾਲ ਦੇ ਵਿੱਚ ਆਈ ਥਿੰਕ ਰੈਲੀ ਰੱਖੀ ਹੋਈ ਸੀਗੀ। 2 ਲੱਖ ਦੇ ਨੇੜੇ ਤੇੜੇ ਇਕੱਠ ਹੋ ਰਿਹਾ ਸੀ। ਆਲਰੇਡੀ ਇਕੱਠ ਹੋਣਾ ਸ਼ੁਰੂ ਹੋ ਚੁੱਕਿਆ ਸੀਗਾ। 50,000 ਤੋਂ 1 ਲੱਖ ਦੇ ਕਰੀਬ ਦੱਸਿਆ ਜਾ ਰਿਹਾ ਕਿ ਲੋਕ ਉੱਥੇ ਪਹੁੰਚ ਚੁੱਕੇ ਨੇ ਆਲਰੇਡੀ, ਜਿਹੜੀ ਕਿ ਕੱਲ ਸਵੇਰੇ ਸੰਬੋਧਨ ਕਰਨਾ ਸੀਗਾ ਭਾਈ ਅਮਰਤਪਾਲ ਸਿੰਘ ਖਾਲਸਾ ਉਹਨਾਂ ਨੇ, ਤੇ ਉਹਨਾਂ ਨੂੰ ਇਸ ਸੰਦਰਭ ਦੇ ਵਿੱਚ ਵੀ ਨਜ਼ਰਬੰਦ ਕੀਤਾ ਗਿਆ ਮੋਗੇ ਦੇ ਵਿੱਚ, ਜਿੱਥੇ ਜੈਗ ਹੁਣੀ ਦੱਸ ਕੇ ਹਟੇ ਨੇ ਕਿ ਕਿੱਥੇ ਐਡੀ ਵੱਡੀ ਫੋਰਸ ਭੇਜ ਕੇ ਉਹਨਾਂ ਨੂੰ ਨਜ਼ਰਬੰਦ ਕੀਤਾ ਗਿਆ। ਬਾਕੀ ਰਹੀ ਜੀ ਜਿਹੜੀ ਸੂਰੀ ਹੁਣਾਂ ਦਾ ਜਿਹੜਾ ਕਤਲ ਹੋਇਆ, ਸੂਰੀ ਹੁਣਾਂ ਨੇ ਮੈਨੂੰ ਨਹੀਂ ਲੱਗਦਾ ਆਪਦੀ ਜ਼ਿੰਦਗੀ ਦੇ ਵਿੱਚ ਕੋਈ ਇੱਕ ਵੀ ਚੱਜ ਦੀ ਗੱਲ ਕੀਤੀ ਜਦੋਂ ਤੋਂ ਉਹ ਸ਼ੁਰੂ ਹੋਏ। ਜੇ ਉਹਨਾਂ ਨੇ ਕੀਤੀ ਹੈ ਤਾਂ ਜ਼ਰੂਰ ਭੇਜਿਓ, ਆਪਾਂ ਉਹ ਤੇ ਗੱਲਬਾਤ ਜ਼ਰੂਰ ਕਰਾਂਗੇ। ਆ ਪਹਿਲੀ ਵਾਰੀ ਦੇਖਿਆ ਮੈਂ ਵੀ ਉਹ ਕਿਸੇ ਇਹੋ ਜਿਹੇ ਮੁੱਦੇ ਤੇ ਪਹੁੰਚੇ ਜਿੱਥੇ ਕੋਈ ਬੇਅਦਬੀ ਹੋਈ ਸੀ ਉਹਨਾਂ ਦੇ ਜਿਹੜੇ ਇਸ਼ਟ ਨੇ ਉਹਨਾਂ ਦੀ ਮੂਰਤੀਆਂ ਦੀ, ਤੇ ਉਹ ਉੱਥੇ ਪਹੁੰਚੇ ਨੇ। ਅਦਰਵਾਈਜ਼ ਮੈਂ ਕਦੇ ਨਹੀਂ ਦੇਖਿਆ ਸੀਗਾ। ਕਿਸੇ ਹੋਰ ਭੈਣ ਭਰਾ ਨੇ ਦੇਖਿਆ ਹੋਵੇ ਤਾਂ 905 405 0002 ਤੇ ਤੁਸੀਂ ਸਾਨੂੰ ਫੋਨ ਕਰਕੇ ਦੱਸ ਦਿਓ ਬਈ ਆਹ ਉਹਦੀਆਂ ਵੀਡੀਓਜ਼ ਪਈਆਂ ਨੇ, ਮੈਂ ਜ਼ਰੂਰ ਦੇਖੂੰਗਾ ਤੇ ਮਾਫੀ ਵੀ ਮੰਗ ਲੂੰਗਾ ਵੀ ਬਈ ਨਹੀਂ ਉਹਨਾਂ ਨੇ ਕੀਤੀਆਂ ਨੇ। ਬਟ ਹੁਣ ਤੱਕ ਜੋ ਮੈਂ ਸੁਣਿਆ ਉਹ ਅੱਜ ਤੱਕ ਸਿਰਫ ਸਿਕਿਉਰਟੀਆਂ ਲਈ ਉਹ ਬਿਆਨ ਹੀ ਦਿੰਦੇ ਆਏ ਨੇ। ਸ਼ਿਵ ਸੈਨਿਕ ਮੈਨੂੰ ਸਮਝ ਨਹੀਂ ਆਈ, ਸ਼ਿਵ ਸੈਨਿਕ ਵੀ ਉੱਥੇ ਅੱਜ ਵੀ ਜਿਹੜੇ ਨਾਰੇ ਲੱਗਦੇ ਸੀ ਉਹ ਜੈ ਸ਼੍ਰੀ ਰਾਮ ਦੇ ਲੱਗਦੇ ਸੀਗੇ। ਵੈਸੇ ਉਹ ਸ਼ਿਵ ਸੈਨਿਕ ਨੇ, ਸ਼ਿਵ ਦਾ ਵੀ ਨਾਮ ਮੈਨੂੰ ਲੱਗਦਾ ਬਦਨਾਮ ਕਰਦੇ ਨੇ, ਤੇ ਸੈਨਿਕ ਐਕਚੁਅਲ ਦੇ ਵਿੱਚ ਸ਼ਿਵਿੰਦਰ ਮੈਨੂੰ ਲੱਗਦਾ ਨਾ ਇਹ ਜਿਹੜੀ ਸ਼ਿਵ ਸੈਨਾ ਨਾ ਇਹ ਭਗਵਾਨ ਸ਼ਿਵ ਦੀ ਨਹੀਂ, ਇਹ ਜਿਹੜੇ ਕੀ ਉਹ ਸ਼ਿਵ ਸੀਗੇ ਕਿਹੜੇ ਹੋਏ ਸੀ ਇਹਨਾਂ ਦੇ ਇੱਕ ਬਾਲ ਠਾਕਰੇ ਜੀ ਹੁਣਾਂ ਦੀ ਹੈ ਜੀ ਇਹ। ਨਹੀਂ ਬਾਲ ਠਾਕਰੇ ਉਹਨਾਂ ਤਾਂ ਬਣਾਈ ਹੈ ਨਾ। ਹਾਂਜੀ ਹਾਂਜੀ। ਇੱਕ ਇਹਨਾਂ ਦਾ ਕੋਈ ਯੋਧਾ ਸੀ, ਕੋਈ ਰਾਜਾ ਸੀ ਸ਼ਾਇਦ, ਉਹਦੇ ਨਾਮ ਦੀ ਸ਼ਿਵ ਸੈਨਾ ਹੈ। ਅੱਛਾ ਅੱਛਾ ਅੱਛਾ। ਭਗਵਾਨ ਸ਼ਿਵ ਦੇ ਨਾਮ ਦੀ ਨਹੀਂ। ਉਹ ਠੀਕ ਹੈ। ਗੁੰਮਰਾਹ ਤਾਂ ਆਪਣਾ ਕੋਈ ਲਿਸਨਰ ਆ ਉਹ ਕਲੀਅਰ ਕਰ ਸਕਦੇ ਆ। ਅੱਛਾ। ਤੇ ਇਹਨਾਂ ਵੱਲੋਂ ਜਿਹੜੇ ਸੂਰੀ ਆ ਇਹਨਾਂ ਵੱਲੋਂ ਤਾਂ ਨਹੀਂ ਅੱਗੇ ਕਦੇ ਹੋਇਆ ਸੀਗਾ ਕਿ ਇਹਨਾਂ ਦੇ ਜਿਹੜੇ ਲੁਧਿਆਣਾ ਜਿਹੜਾ ਵਿੰਗ ਦੇ ਪ੍ਰਧਾਨ ਨੇ ਅਮਨ ਅਰੋੜਾ ਜਿਹੜੇ ਨੇ ਜੀ, ਉਹਨਾਂ ਨੇ ਅੱਗੇ ਤਕਰੀਬਨ 7-8 ਮਹੀਨੇ ਪਹਿਲਾਂ ਕੋਈ ਏਦਾਂ ਦਾ ਮੁੱਦਾ ਚੱਕਿਆ ਸੀ ਜਦੋਂ ਉੱਥੇ ਲੁਧਿਆਣੇ ਦੇ ਵਿੱਚ ਕਿਤੇ ਸੇਮ ਟਾਈਪ ਜਿਵੇਂ ਕਹਿ ਦੋ ਵੀ ਜੰਤਰੀਆਂ ਜਿਨ੍ਹਾਂ ਦੇ ਉੱਪਰ ਹਿੰਦੂ ਦੇਵੀ ਦੇਵਤਿਆਂ ਦੀਆਂ ਤਸਵੀਰਾਂ ਉਹ ਕੂੜੇ ਕਰਕਟ ਚੋਂ ਮਿਲੀਆਂ ਸੀ, ਉਦੋਂ ਉਹਨਾਂ ਨੇ ਮੁੱਦਾ ਚੱਕਿਆ ਸੀ ਅਮਨ ਅਰੋੜਾ ਨੇ। ਜੀ ਸੋ ਸੂਰੀ ਸਾਹਿਬ ਆਏ ਤਾਂ ਹਮੇਸ਼ਾ ਹੀ ਆਪਣੇ ਬਿਆਨਾਂ ਕਰਕੇ ਆ ਜਿਹੜੇ ਸਿੱਖਾਂ ਨੂੰ ਮਸਲਦੀਆਂ ਕੁਚਲਦੀਆਂ ਗੱਲਾਂ ਬਾਤਾਂ ਕਰਦੇ ਰਹੇ ਆ। ਬਟ ਜਦੋਂ ਇਸ ਕਤਲ ਦੇ ਵਿੱਚ ਜਦੋਂ ਸਿੱਖਾਂ ਦਾ ਸਿੱਧੇ ਰੂਪ ਦੇ ਵਿੱਚ ਕੋਈ ਹੱਥ ਨਹੀਂਗਾ, ਤੇ ਮੈਨੂੰ ਲੱਗਦਾ ਜਿਹੜੇ ਸਾਡੇ ਸਿੱਖ ਜਾਂ ਕੋਈ ਪ੍ਰਚਾਰਕ ਨੇ, ਕੋਈ ਪ੍ਰਬੰਧਕ ਨੇ ਜਾਂ ਮੋਦੀ ਨੇ, ਸੋ ਉਹਨਾਂ ਨੂੰ ਫਿਰ ਆਪਣੀ ਬਿਆਨਬਾਜ਼ੀ ਤੋਂ ਗੁਰੇਜ਼ ਕਰਨਾ ਚਾਹੀਦਾ, ਕਿਉਂਕਿ ਜਦੋਂ ਇਹਨਾਂ ਨੇ ਉਹ ਕੰਮ ਕਰਵਾਇਆ ਨਹੀਂ ਤੇ ਫਿਰ ਉਹ ਅੱਗੇ ਫਸਾਦ ਵਾਲੀ ਗੱਲ ਹੋ ਜਾਂਦੀ ਆ। ਜੀ, ਨਾਲ ਦੀ ਨਾਲ ਜਿਨ੍ਹਾਂ ਨੇ ਹੁਣੇ ਟਿਊਨ ਕੀਤਾ, ਆਪਾਂ ਇੱਕ ਤਾਂ ਸੂਰੀ ਸਾਹਿਬ ਤੇ ਗੱਲਬਾਤ ਕਰ ਰਹੇ ਸੀਗੇ, ਦੂਜਾ ਭਾਈ ਅਮਰਤਪਾਲ ਸਿੰਘ ਨੂੰ ਨਜ਼ਰਬੰਦ ਕੀਤਾ ਉਹਦੀ ਗੱਲਬਾਤ ਕਰ ਰਹੇ ਸੀਗੇ, ਤੀਜਾ ਮੈਂ ਇੱਕ ਕੁਐਸਚਨ ਪੁੱਛਿਆ ਸੀਗਾ ਭੈਣ ਹੋਣੀ ਉਹਨਾਂ ਨੇ ਕਿਹਾ ਗੁਰੂ ਨਾਨਕ ਦੇਵ ਜੀ ਦਾ ਜਿਹੜਾ ਗੁਰਪੁਰਬ ਹੈ ਉਹਦੀਆਂ ਮੁਬਾਰਕਾਂ, ਸਾਰੀ ਸਮੂਹ ਸਿੱਖ ਜਗਤ ਨੂੰ ਮੁਬਾਰਕਾਂ ਜੀ, ਜਿੱਥੇ ਇੱਥੇ ਵੀ ਸਿੱਖ ਨਾਮ ਲੈਵਾ ਵਸਦੇ ਨੇ, ਚਾਹੇ ਉਹ ਸਿੱਖ ਨੇ ਜਾਂ ਨਹੀਂ ਨੇ। ਹੋਰ ਵੀ ਇਹਨਾਂ ਨੇ ਅੱਜ ਕੱਲ੍ਹ ਮੂਰਤੀਆਂ ਬਣਾ ਕੇ ਝੂਲੇ ਵੀ ਚਲਾਉਣ ਲੱਗ ਗਏ। ਸੋ ਬੇਨਤੀ ਹੈ ਮੇਰੀ, ਗੁਰੂ ਨਾਨਕ ਸਾਹਿਬ ਨੂੰ ਝੂਲੇ ਨਾ ਚਲਾਓ। ਗੁਰੂ ਨਾਨਕ ਸਾਹਿਬ ਨੇ ਸ਼ਬਦ ਸਾਨੂੰ ਦਿੱਤਾ ਸੀਗਾ ਤੇ ਉਸ ਸ਼ਬਦ ਤੇ ਆਪਣਾ ਗੌਰ ਕਰ ਲਓ। ਤੇ ਆ ਜਿਹੜੇ ਵੱਡੇ ਸਾਡੇ ਉੱਘੇ ਪੱਤਰਕਾਰ ਨੇ ਜਿਹੜੇ, ਉਹ ਗੁਰੂ ਨਾਨਕ ਸਾਹਿਬ ਤੇ ਗੁਰੂ ਗੋਬਿੰਦ ਸਾਹਿਬ ਨੂੰ ਅੱਡ ਕਰਕੇ ਦੇਖਦੇ ਨੇ, ਉਹਨਾਂ ਨੂੰ ਵੀ ਮੈਂ ਬੇਨਤੀ ਕਰਦਾ ਨਾ ਇਦਾਂ ਕਰਿਆ ਕਰੋ, ਨਾ ਲੋਕਾਂ ਦੇ ਵਿੱਚ ਉਹ ਪਾਇਆ ਕਰੋ ਕਿ ਗੁਰੂ ਨਾਨਕ ਸਾਹਿਬ ਅੱਡ ਸੀਗੇ ਤੇ ਵਿਚਾਰਧਾਰਾ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਅੱਡ ਸੀਗੀ। ਉਹ ਜੋਤ ਸੀਗੀ, ਜੋਤ ਹੀ ਚੱਲੀ ਆ ਰਹੀ ਹੈ ਤੇ ਜੋਤ ਹੀ ਮੁੜ ਕੇ ਉਹਨਾਂ ਨੇ ਕਿਹਾ। ਆਪਾਂ ਕਾਲ ਲੈ ਲਈਏ, ਥੋੜਾ ਟਾਈਮ ਹੀ ਰਹਿ ਗਿਆ। 9806 ਤੁਸੀਂ ਏਅਰ ਤੇ ਹੋ, 9806 ਤੁਸੀਂ ਏਅਰ ਤੇ ਹੋ। ਬਾਈ ਹੁਣੀ ਕਿ ਮਤਲਬ ਮਿਊਟ ਲਾ ਕੇ ਗਏ ਹੋਏ ਨੇ। ਤਾਂ ਸੋ ਜੋਤ ਚੱਲੀ ਆ ਰਹੀ ਹੈ ਜੀ, ਤੇ ਗੁਰੂ ਸਾਹਿਬ ਆਪਾਂ ਜੋ ਗੁਰੂ ਗ੍ਰੰਥ ਸਾਹਿਬ ਨੂੰ ਵੀ ਉਹ ਕਰਦੇ ਆ ਤਾਂ ਜੋਤ ਹੀ ਕਹਿੰਦੇ ਆ। ਸੋ ਪਲੀਜ਼ ਇਹ ਤੇ ਧਿਆਨ ਰੱਖਿਆ ਕਰੋ, ਤੇ ਪਲੀਜ਼ ਇਹ ਦੱਸਿਓ ਕਿ ਗੁਰੂ ਨਾਨਕ ਦੇਵ ਕਦੋਂ ਤੋਂ ਲੱਗ ਗਿਆ। ਮੈਂ ਕੁਐਸਚਨ ਕੀਤਾ ਸੀਗਾ ਸਾਰਿਆਂ ਨੂੰ ਕਿ ਜਿੰਨੇ ਵੀ ਲਿਸਨਰਸ ਸਾਡੇ ਤੋਂ ਬਹੁਤ ਸੂਝਵਾਨ ਬੈਠੇ ਨੇ, ਸਾਡੇ ਲਿਸਨਰਸ ਨੇ ਜਿਹੜੇ, ਇਹ ਦੇਵ ਕਦੋਂ ਤੋਂ ਲੱਗਿਆ ਜੀ ਗੁਰੂ ਨਾਨਕ ਸਾਹਿਬ ਦੇ ਨਾਲ, ਪਲੀਜ਼ ਜ਼ਰੂਰ ਦੱਸਿਓ ਜੀ। ਬਾਈ ਜੀ 9806 ਤੁਸੀਂ ਆਉਣੇ ਹੋ ਜੀ। ਸਤਿ ਸ਼੍ਰੀ ਅਕਾਲ ਬਾਈ ਜੀ, ਕੀ ਹਾਲ ਚਾਲ? ਬਹੁਤ ਵਧੀਆ ਵੀਰੇ, ਕੀ ਬਣਦਾ, ਕਿਵੇਂ ਬਤਾ ਰਹੇ ਹੋ ਦਿਨ ਸੈਟਰਡੇ ਦਾ? ਅੱਜ ਤਾਂ ਮੌਸਮ ਵਧੀਆ ਬਾਈ ਜੀ ਹੈ ਨਾ? ਹਾਂਜੀ ਭਾਜੀ, ਭਾਜੀ ਗੱਲ ਪਤਾ ਕੀ, ਜਿਹੜਾ ਦੇਖੋ ਬੰਦਾ ਕਤਲ ਕੀਤਾ, ਬੰਦਾ ਫੜਿਆ ਗਿਆ ਹੈ ਨਾ, ਹਾਂਜੀ, ਉਸ ਬੰਦੇ ਨੂੰ ਕਲੀਅਰ ਕਰ ਦੇਣਾ ਚਾਹੀਦਾ ਵੀ ਕਿਹਦੇ ਕਾਰਨ ਕਰਕੇ ਮੈਂ ਮਾਰਿਆ ਆ। ਬਹੁਤ ਸੌਖਾ ਸਾਰਾ ਕੁਝ ਹੋ ਜਾਣਾ, ਜਿੱਦਾਂ ਚਾਹੇ ਵੀਡੀਓ ਬਣਾ ਦੇਵੇ, ਚਾਹੇ ਬਿਆਨ ਦੇ ਦੇਵੇ ਵੀ ਆਹ ਮੇਰੀ ਪਰਸਨਲ ਰੰਜਿਸ਼ ਸੀਗੀ ਜਾਂ ਧਾਰਮਿਕ ਤੌਰ ਤੇ ਗਲਤ ਬੋਲਦਾ ਸੀ, ਸੱਚਾ ਬਣ ਕੇ ਜਿਹੜੀ ਵੀ ਚੀਜ਼ ਹੈਗੀ ਆ, ਕਹਿਣ ਦਾ ਮਤਲਬ ਸਾਰਾ ਕੁਝ ਸਾਡਾ ਕਲੀਅਰ ਹੋ ਜਾਣਾ ਆ। ਤੇ ਜੇ ਬਾਕੀ ਆਪਾਂ ਜਿੱਦਾਂ
ਵੀ ਜ਼ਿੰਮੇਵਾਰੀ ਕੋਈ ਲੈ ਰਿਹਾ ਕੋਈ ਲੈ ਰਿਹਾ। ਇੱਕ ਤਾਂ ਉਹ ਭੰਬਲ ਭੂਸਾ ਹੋਰ ਮਤਲਬ ਕਹਿਣ ਦਾ ਮਤਲਬ ਜਿਹੜਾ ਵਿਰੋਧੀ ਚਾਹੁੰਦਾ ਹੁੰਦਾ ਨਾ ਭਾਜੀ ਉਹਨੂੰ ਮੌਕਾ ਮਿਲ ਜਾਂਦਾ ਉਹਨੂੰ ਮੌਕਾ ਮਿਲ ਜਾਂਦਾ ਬਈ। ਅਸੀਂ ਸਾਨੂੰ ਇਦਾਂ ਲੱਗਦਾ ਵੀ ਅਸੀਂ ਕ੍ਰੈਡਿਟ ਲੈ ਰਹੇ ਚੰਗਾ ਕਰ ਮਤਲਬ ਆਪਣੇ ਆਪ ਨੂੰ, ਪਰ ਉਹ ਕ੍ਰੈਡਿਟ ਲੈ ਕੇ ਜਾਂ ਅੱਪਲ ਤਾਂ ਸ਼ੋ ਹੀ ਨਹੀਂ ਕਰਨਾ ਚਾਹੀਦਾ ਭਾਜੀ। ਜਿੱਦਾਂ ਮਤਲਬ ਨਾ ਜੇ ਆਪਾਂ ਕੀ ਕਹਿੰਦੇ ਏਜੰਸੀਆਂ ਸਟੇਟਾਂ ਕੰਮ ਕਰਦੀਆਂ ਤੇ ਬੰਦੇ ਨੂੰ ਵੀ ਥੋੜਾ ਜਿਹਾ ਉਸ ਹਿਸਾਬ ਨਾਲ ਸੋਚਣਾ ਚਾਹੀਦਾ ਪਹਿਲੀ ਗੱਲ। ਪਰ ਮੇਰੇ ਹਿਸਾਬ ਨਾਲ ਤਾਂ ਉਹ ਵੀਰ ਦਾ ਰਿਮਾਂਡ ਲੈ ਲਿਆ ਆ, ਹੁਣ ਕਲੀਅਰ ਕਰ ਦੇਣਾ ਆ ਵਿਆਹ ਜੀ ਇਸ ਕਰਕੇ ਹੋਇਆ ਜਿੱਦਾਂ ਸੁੱਖੇ ਜਿੰਦੇ ਨੇ ਕਿਹਾ ਕੀਤਾ ਤਾਂ ਕੀਤਾ ਆ, ਨਹੀਂ ਕੀਤਾ ਤਾਂ ਨਹੀਂ ਕੀਤਾ, ਹਨਾ ਕਲੀਅਰ ਹੋ ਜਾਂਦਾ ਆ। ਅਮਰਤਪਾਲ ਵੀ ਉਹਨੂੰ ਵੀ ਕੋਈ ਟਰਬਲ ਨਹੀਂ ਆਊਗੀ। ਤੇ ਬਾਕੀ ਤੁਹਾਨੂੰ ਪਤਾ ਵੀ ਅਗਲੇ ਦਾ ਕਹਿਣਾ ਹੀ ਹੁੰਦਾ ਆ, ਬਹੁਤ ਚੀਜ਼ਾਂ ਕਈ ਚੀਜ਼ਾਂ ਹੁੰਦੀਆਂ ਆ, ਕਈ ਨਜਾਇਜ਼ ਵੀ ਉਹਦੇ ਵਿੱਚ ਹੁੰਦਾ ਆ। ਜਿੱਦਾਂ ਉਹ ਤਾਂ ਨਜਾਇਜ਼ ਆ, ਇਸ ਵੇਲੇ ਬੰਦਾ ਫੜ ਲਿਆ ਜਦ ਤੇ ਉਹ ਨਹੀਂ ਕਹਿੰਦਾ ਵੀ ਅਮਰਤਪਾਲ ਕਰਕੇ ਆ ਜਾਂ ਮੈਂ ਏਦਾਂ ਆ, ਤੇ ਉਦੋਂ ਤਾਂ ਕੋਈ ਤੁੱਕ ਨਹੀਂ ਬਣਦੀ ਉਹਨੂੰ ਲਿਜਾਣਾ, ਕਿਉਂਕਿ ਉਹ ਜੇ ਅਗਲਾ ਕਹਿੰਦਾ ਵੀ ਆ ਤਾਂ ਮੇਰਾ ਆਪਣਾ ਫਰਜ਼ ਬਣਦਾ ਨਾ ਵੀ ਮੈਂ ਕੀ ਕਰਨਾ ਕੀ ਨਹੀਂ ਕਰਨਾ। ਏਦਾਂ ਦਾ ਮੇਰਾ ਆਪਣਾ ਦਿਮਾਗ ਵੀ ਬੰਦ ਹੋਣਾ ਚਾਹੀਦਾ। ਇੱਕ ਤੁਸੀਂ ਬਿਆਨ ਸੁਣਿਆ ਸ਼ਹਿਨਾਜ਼ ਗਿੱਲ ਦੇ ਫਾਦਰ ਸਾਹਿਬ ਉੱਥੇ ਪਹੁੰਚੇ ਨੇ, ਉਹ ਬੜਾ ਬੋਲੇ ਉੱਥੇ। ਮੈਂ ਤਾਂ ਸੁਣ ਕੇ ਮੈਨੂੰ ਹਾਸਾ ਹੀ ਆਈ ਆ। ਮੈਂ ਵੀ ਉਹ ਉਲਟ ਬੋਲੇ ਜੀ ਭਾਜੀ ਉਹ। ਹਾਂ ਉਹ ਕਹਿੰਦਾ ਹਾਂ ਇੱਥੇ ਭੌਂਕਦਾ ਅਮਰਤਪਾਲ ਰੋਜ਼ ਸਾਡੇ ਬਾਬਾ ਜੀ ਮਰਾਤੇ। ਮੈਨੂੰ ਲੱਗਦਾ ਬੀਜੇਪੀ ਦਾ ਬੰਦਾ ਭਾਜੀ, ਉਹ ਬੀਜੇਪੀ ਨੂੰ ਪ੍ਰਮੋਟ ਕਰਦਾ ਆ ਤੇ ਉਹਦੇ ਤੇ ਵੀ ਵਾਰ ਹੋਇਆ ਸੀਗਾ ਭਾਜੀ, ਉਹਦੇ ਤੇ ਵੀ ਅਟੈਕ ਹੋਇਆ ਸੀਗਾ ਸ਼ਹਿਨਾਜ਼ ਦੇ ਫਾਦਰ ਸਾਹਿਬ ਤੇ ਵੀ। ਇਹ ਤਾਂ ਮੈਨੂੰ ਪਤਾ ਵੀ ਕਿੱਧਰ ਹੋਇਆ ਸੀ ਇੱਕ ਵਾਰੀ ਅਟੈਕ ਤੇ ਬਚਾਅ ਹੋ ਗਿਆ ਸੀਗਾ। ਉਹ ਬੰਦੇ ਨੇ ਉਹ ਬੰਦਾ ਦੂਜੇ ਪਾਸੇ ਹੋ ਜਾਂਦਾ ਭਾਜੀ ਟੋਟਲੀ ਜਿੱਦਾਂ ਨਾ ਕਹਿਣਾ ਮਤਲਬ ਉਹਨੇ ਇਹ ਨਹੀਂ ਦੇਖਣਾ ਵੀ ਉਹ ਕੁਝ ਚੰਗਾ ਬੋਲਦਾ ਨਹੀਂ ਬੋਲਦਾ। ਉਹ ਜਦੋਂ ਪਰਸੈਪਸ਼ਨ ਪਹਿਲਾਂ ਹੀ ਬਣਾਈ ਹੋ ਵੀ ਉਲਟਾ ਹੀ ਬੋਲਣਾ ਆਪਾਂ, ਇਹ ਬੰਦੇ ਨੇ ਉਲਟਾ ਹੀ ਬੋਲਣਾ ਹੁੰਦਾ। ਜੀ ਬਾਕੀ ਭਾਈ ਜਿਹੜਾ ਤੁਸੀਂ ਗੁਰੂ ਨਾਨਕ ਦੇਵ ਜੀ ਦੀ ਗੱਲ ਕਰਦੇ ਨਾ ਭਾਜੀ, ਹਾਂਜੀ ਇਹ ਤਾਂ ਜਿੱਦਾਂ ਨਾ ਦੇਵੀ ਦੇਵਤੇ ਹੁੰਦੇ ਸੀਗੇ ਪਹਿਲਾਂ ਨਾ ਜ਼ਿਆਦਾ ਦੇਵੀ ਦੇਵਤੇ ਕਹਿੰਦੇ ਹੁੰਦੇ ਸੀਗੇ, ਉਹਨਾਂ ਦੇ ਵਿੱਚੋਂ ਸ਼ਬਦ ਲਿਆ ਕੇ ਜੋੜ ਦਿੱਤਾ ਗਿਆ ਨਾਲ ਉਹਨਾਂ ਦੇ। ਜਦੋਂ ਆਪਾਂ ਨਾਲ ਦੇਵ ਲਾ ਲੈਣਾ ਆ ਉਹ ਥੋੜੀ ਜਿਹਾ ਉਹ ਚੀਜ਼ 'ਚ ਭਾਰ ਪੈ ਜਾਂਦਾ ਆ। ਨਾਨਕ ਸ਼ਬਦ ਤਾਂ ਆਪ ਹੀ ਭਾਰ ਪੈ ਜਾਂਦਾ ਬਹੁਤ। ਤੇ ਮੈਨੂੰ ਲੱਗਦਾ ਵੀ ਆਪਾਂ ਨੂੰ ਜੇ ਏਦਾਂ ਜੋੜਿਆ ਗਿਆ ਤਾਂ ਇਹ ਟ੍ਰੈਂਡ ਚੇਂਜ ਕਰਨਾ ਚਾਹੀਦਾ ਬਾਈ। ਇਹ ਭਾਰ ਆਪਾਂ ਦੇਵ ਤੋਂ ਹੀ ਕਿਉਂ ਪਾਉਣਾ? ਨਾਨਕ ਤਾਂ ਆਪ ਹੀ ਐਡਾ ਵੱਡਾ ਸ਼ਬਦ ਹੈ ਜਿੰਨਾ ਕੋਈ ਕਹੇ ਨਾ ਭਾਈ। ਸਾਡੇ ਲਈ ਤਾਂ ਨਾਨਕ ਹੀ ਆ, ਨਾਨਕ ਸਾਹਿਬ ਨਾਨਕ ਪਾਤਸ਼ਾਹ ਆ ਸਾਡੇ ਲਈ, ਜੋ ਮਰਜ਼ੀ ਕਹਿ ਲਓ ਹਨਾ। ਉਹਨਾਂ ਦੀ ਉਹ ਤਾਂ ਭਾਰ ਭਾਜੀ ਮੇਰੇ ਹਿਸਾਬ ਨਾਲ ਨਾਨਕ ਸਾਹਿਬ ਨੇ ਤਾਂ ਭਾਰ ਪਾਇਆ ਨਹੀਂ, ਸਾਡਾ ਹੌਲਾ ਕੀਤਾ ਭਾਰ ਤਾਂ ਪੁਜਾਰੀ ਨੇ ਪਾਇਆ। ਨਹੀਂ ਮੈਂ ਤਾਂ ਸ਼ਬਦ ਦੀ ਗੱਲ ਕੀਤੀ। ਹਾਂ ਮੈਂ ਸ਼ਬਦ ਦੀ ਗੱਲ ਕੀਤੀ ਤੁਹਾਡੇ ਨਾਲ। ਹਾਂ ਬਿਲਕੁਲ ਦੇਵ ਲਾ ਕੇ ਉਹ ਸ਼ਬਦ ਨੂੰ ਭਾਰਾ ਕਰਕੇ ਤੇ ਗੁਰੂ ਨਾਨਕ ਸਾਹਿਬ ਦੇ ਉਲਟ ਕੰਮ ਕਰਾ ਕੇ ਪੁਜਾਰੀ ਨੂੰ ਫਾਇਦਾ ਹੁੰਦਾ ਭਾਜੀ। ਉਹਦੀ ਝੋਲੀ ਭਾਰੀ ਹੁੰਦੀ ਆ ਤਾਂ ਲਾਉਂਦਾ ਉਹ, ਵਿਪਰਵਾਦ ਨੂੰ ਫਾਇਦਾ ਹੁੰਦਾ। ਬਿਲਕੁਲ ਸਹੀ ਗੱਲ ਕੀਤੀ ਹੈ ਬਾਈ ਤੁਸੀਂ, ਬਿਲਕੁਲ ਸਹੀ। ਦੂਜਾ ਭਾਜੀ ਤੁਸੀਂ ਵੀ ਮੇਰਾ ਸਵਾਲ ਜਾਂਦੇ ਹੋਏ ਦੇ ਕੇ ਜਾਇਓ ਵੀ ਗੁਰੂ ਨਾਨਕ ਸਾਹਿਬ ਦਾ ਜਨਮ ਦਿਨ ਕਦੋਂ ਸੀਗਾ ਤਾਂ ਅਸੀਂ ਕਦੋਂ ਮਨਾ ਰਹੇ ਆ, ਇਹ ਕਿਵੇਂ ਸ਼ੁਰੂ ਕਰਤਾ ਮਨਾਉਣਾ? ਹਾਂ ਬਿਲਕੁਲ। ਨਾਲੇ ਜਨਮ ਦਿਨ ਕਿਉਂ ਮਨਾਉਂਦੇ ਆ? ਜਨਮ ਦਿਨ ਤਾਂ ਵੈਸੇ ਜਨਮ ਦਿਨ ਤਾਂ ਉਹੀ ਹੋਇਆ ਨਾ ਜਿਹੜੇ ਦਿਨ ਪੈਦਾ ਹੋਇਆ ਸੀਗਾ, ਚਾਹੇ ਉਹ ਮੈਂ ਪੈਦਾ ਹੋਇਆ ਚਾਹੇ ਜਿਹੜਾ ਮਰਜੀ ਦੁਨੀਆ ਤੇ ਜਿਹੜਾ ਆਇਆ, ਉਹ ਜਨਮ ਦਿਨ ਤਾਂ ਉਸੇ ਦਿਨ ਹੁੰਦਾ। ਸੋ ਜਨਮ ਸਾਲ ਤਾਂ ਮੈਨੂੰ ਲੱਗਦਾ ਹੋ ਸਕਦਾ ਵੀ ਇਸ ਉਹਦੇ ਵਿੱਚ ਪੈਦਾ ਹੋਏ ਸੀਗੇ ਜੀ, ਹਨਾ। ਤੇ ਇਹ ਦਿਨ ਦਾ ਵਿਸਾਖ ਹੋਏ ਸੀ ਭਾਜੀ, ਅਪ੍ਰੈਲ ਚ ਵਿਸਾਖੀ ਦੇ ਅਪ੍ਰੈਲ ਚ ਹੋਇਆ ਤੇ ਆਪਾਂ ਨਵੰਬਰ ਚ ਮਨਾਉਂਦੇ ਆ। ਤੇ ਹੁਣ ਉਹ ਤਾਂ ਸਾਨੂੰ ਸਿੱਖ ਬਣਾ ਕੇ ਗਏ ਆ ਵੀ ਸਿੱਖ ਦਾ ਮਤਲਬ ਲਰਨਰ ਹੈ ਨਾ, ਅਕਲ ਲੈਣੀ ਹਰ ਦਿਹਾੜੀ ਆਪਾਂ। ਸਾਡੇ ਗੁਰੂਆਂ ਨੇ ਜੇ ਕਿਸੇ ਨੇ ਮਨਾਇਆ ਨਾ ਨਵੰਬਰ ਦੇ ਵਿੱਚ ਅਸਲ ਤਾਂ ਉਹ ਤਾਂ ਜਨਮ ਦਿਨ ਤੇ ਬਰਸੀਆਂ ਤੇ ਸਾਡੇ ਗੁਰੂ ਪਾਤਸ਼ਾਹ ਗੁਰਬਾਣੀ ਦਾ ਇਹ ਕਹਿੰਦੇ ਵੀ ਨਾ ਜਨਮਾਂ ਨਾਲ ਜਿਹੜੀਆਂ ਬਰਸੀਆਂ ਇਹਨਾਂ ਦਾ ਕੋਈ ਲੈਣ ਦੇਣ ਨੇ, ਪਰ ਫਿਰ ਵੀ ਚਲੋ ਰੱਖ ਲਓ ਵੀ ਠੀਕ ਹੈ, ਚਲੋ ਸ਼ਰਧਾ ਆਉਂਦੀ ਆ ਜਾਂ ਕੁਝ ਵੀ ਰੱਖ ਲਓ। ਐਟਲੀਸਟ ਉਹਨਾਂ ਦਾ ਵਿਸਾਖੀ ਦੇ ਵਿੱਚ ਜਨਮ ਦਿਨ ਆ ਐਕਚੁਅਲੀ ਇਤਿਹਾਸ ਦੇ ਵਿੱਚ, ਇਹ ਤੇ ਆਪਾਂ ਨਵੰਬਰ ਚ ਮਨਾਉਂਦੇ ਆ। ਇਹ ਵੀ ਪੁਜਾਰੀ ਨੇ ਲਿਆ ਕੇ ਬਾਲਿਆ ਜਾਂ ਦੋ ਚੀਜ਼ਾਂ ਜਾਂਦਾ। ਅਗਲੇ ਆਪਣਾ ਕੰਮ ਕਰਦੇ ਦੀਵਾਲੀ ਆ, ਹੁਣ ਦੀਵਾਲੀ ਦੇ ਨਾਲ ਬੰਦੀ ਛੋੜ ਦਾ ਕੀ ਲੈਣ ਦੇਣ ਆ? ਹੈਗਾ ਬੰਦੀ ਛੋੜ ਪਰ ਉਹ ਸੈਪਰੇਟ ਆ, ਇਹਨਾਂ ਨੇ ਨਾਲੇ ਚ ਵੜ ਦਿੱਤਾ। ਮਤਲਬ ਉਹ ਜਿੱਦਾਂ ਨਾ ਵੀ ਪੁਜਾਰੀ ਆ ਜਿਹੜਾ ਅਲੱਗ-ਅਲੱਗ ਵਰਦੀ ਚ ਜਾ ਕੇ ਬੈਠਾ ਆ, ਉਹ ਪੱਗ ਵਾਲਾ ਵੀ ਆ, ਬੋਦੀ ਵਾਲਾ ਵੀ ਆ ਤੇ ਟੋਪੀ ਵਾਲਾ ਵੀ ਆ। ਕਹਿਣ ਦਾ ਮਤਲਬ ਸੋਚ ਹੁੰਦੀ ਪੁਜਾਰੀ ਦੀ, ਇਹ ਚਾਹੇ ਕੋਈ ਟਰੱਕ ਡਰਾਈਵਰ ਆ, ਚਾਹੇ ਕੋਈ ਮੀਡੀਆ ਵਾਲਾ ਤੇ ਚਾਹੇ ਕੋਈ ਡਾਕਟਰ ਆ, ਪੁਜਾਰੀ ਕਿਸੇ ਚ ਵੀ ਸੋਚ ਆ ਸਕਦੀ। ਸਾਡੇ ਗੁਰੂਆਂ ਨੇ ਉਹ ਸੋਚ ਤੋਂ ਬਾਹਰ ਕੱਢਿਆ ਸੀਗਾ ਬਈ ਇਹਦਾ ਕੋਈ ਲੈਣ ਦੇਣ ਨਹੀਂ, ਆਪਣਾ ਕੰਮ ਕਰਨਾ ਬਸ ਆਪਾਂ। ਬਿਲਕੁਲ ਮੇਰੇ ਹਿਸਾਬ ਨਾਲ ਤਾਂ ਪੁਜਾਰੀ ਲੈ ਕੇ ਆਇਆ ਤੇ ਹੁਣ ਬਾਕੀ ਦੇਖ ਲਓ ਲੋਕਾਂ ਨੇ ਕਿੱਦਾਂ ਮਨਾਉਣੇ ਕਿੱਦਾਂ। ਆਪਾਂ ਜ਼ਰੂਰ ਗੱਲ ਕਰਾਂਗੇ, ਬੰਦੀ ਛੋੜ ਤੇ ਵੀ ਗੱਲ ਕਰਾਂਗੇ ਆਪਾਂ ਜ਼ਰੂਰ ਬਾਈ। ਤੁਸੀਂ ਤੁਹਾਡੇ ਕੋਲ ਨੌਲੇਜ ਵੀ ਹੈਗੀ, ਆਪਾਂ ਤੁਹਾਡੇ ਨਾਲ ਗੱਲਬਾਤ ਕਰਾਂਗੇ ਇਹਦੇ ਬਾਰੇ ਨਾ। ਬਹੁਤ ਸ਼ੁਕਰੀਆ ਤੁਹਾਡੀ ਕਾਲ ਲਈ, ਬਹੁਤ ਸ਼ੁਕਰੀਆ ਵੀਰੇ।
ਡਿਸਟਰਬੈਂਸ ਆ ਰਹੀ ਹੈ, ਮੈਨੂੰ ਲੱਗਦਾ ਬਾਈ ਹੁਣਾਂ ਦੀ ਕਾਲ ਦੇ ਵਿੱਚ ਡਿਸਟਰਬੈਂਸ ਹੋਣੀ Call ਹੈ ਸੀ ਉਹਨਾਂ ਦੀ, ਹਾਂਜੀ। ਹਾਂ ਜੈ ਕੀ ਕਹਿਣਾ ਚਾਹੁੰਦੇ ਜੀ? ਅਸੀਂ 1690 ਸੁਣ ਰਹੇ ਸਾਰੇ ਸਰੋਤਿਆਂ ਨੂੰ ਮੈਂ ਇੱਕ ਵਾਰੀ ਫੇਰ ਦੱਸਦਾ ਜੀ, ਆਪਾਂ ਦੂਜੇ ਘੰਟੇ 'ਚ ਸ਼ਾਮਲ ਹੋ ਚੁੱਕੇ ਹਾਂ ਤੇ ਸ਼ੋਅ ਦੇ ਸਾਡੇ ਇਕੱਠੇ ਸ਼ੋਅ ਚੱਲਦੇ ਰਹਿੰਦੇ ਨੇ ਜੀ, ਦ ਜੈਕ ਸ਼ੋਅ ਤੇ ਉਸ ਤੋਂ ਬਾਅਦ ਸੱਤ ਮੀਡੀਆ ਦਾ ਜਿਹੜਾ ਸ਼ੋਅ ਚੱਲਦਾ ਤਹਿਲਕਾ ਤੇ, ਜਿਹੜੇ ਤੁਸੀਂ ਸੁਣ ਰਹੇ ਹੋ ਅਲੱਗ-ਅਲੱਗ ਮਾਧਿਅਮਾਂ ਰਾਹੀਂ। ਸਵਾਗਤ ਇੱਕ ਵਾਰੀ ਫੇਰ ਤੁਹਾਡਾ, ਤੇ ਜਿਹੜੇ ਆਵਾਜ਼ ਦੀ ਦੁਨੀਆ ਨਾਲ ਜੁੜੇ ਹੋਏ ਨੇ ਸਾਰੇ ਸਰੋਤਿਆਂ ਦਾ, ਚਾਹੇ ਐਪ ਰਾਹੀਂ ਸੁਣ ਰਹੇ ਹੋ ਚਾਹੇ ਜਿੱਦਾਂ ਵੀ ਤੁਹਾਡੇ ਕੋਲ ਆਵਾਜ਼ ਪਹੁੰਚ ਰਹੀ ਹੈ, ਸਾਰੇ ਸਰੋਤਿਆਂ ਦਾ ਬਹੁਤ ਸਵਾਗਤ ਹੈ ਜੀ। ਮੈਂ ਸ਼ਿਵੰਦਰ ਸਿੰਘ ਪਵਾਰ ਤੇ ਮੇਰੇ ਨਾਲ ਨੇ ਮਨਦੀਪ ਸਿੰਘ ਰਾਏ। ਮਨਦੀਪ, ਆਪਾਂ ਦੂਜੇ ਘੰਟੇ 'ਚ ਵੈਸੇ ਇੱਥੇ ਦੀ ਗੱਲਬਾਤ ਕਰਾਂਗੇ, ਤੁਸੀਂ ਜਿਹੜੀ ਲੈ ਕੇ ਆਏ ਹੋ ਜੈਗ ਹੁਣਾਂ ਤੋਂ ਲੈ ਲਈਏ ਟਿੱਪਣੀ, ਫੇਰ ਆਪਾਂ ਇੱਥੇ ਦੀ ਗੱਲਬਾਤ ਕਰਦੇ ਹਾਂ। ਮਨਦੀਪ ਨਹੀਂ ਵੀਰ ਠੀਕ ਹੈ, ਬਿਲਕੁਲ ਵਧੀਆ ਗੱਲ ਵੀਰ ਕਰਕੇ ਗਏ ਕਿ ਸਵਾਲ ਇਹਨਾਂ ਦੇ ਨਾ ਵੈਲਿਡ ਹੁੰਦੇ। ਮੈਨੂੰ ਯਾਦ ਆ ਜਦੋਂ ਆਈ ਥਿੰਕ ਲਾਸਟ ਈਅਰ ਵੀ ਆਪਾਂ ਸ਼ੋਅ ਕੀਤਾ ਸੀ ਨਾ ਗੁਰਪੁਰਬ ਦੇ ਉੱਪਰ, ਉਦੋਂ ਵੀ ਵੀਰ ਨੇ ਸਵਾਲ ਕੀਤਾ ਸੀ ਇਹ ਕਿ ਆਪਾਂ ਨਵੰਬਰ ਜਾਂ ਇਹਨਾਂ ਵੀ ਦਿਨਾਂ ਦੇ ਵਿੱਚ ਕਿਉਂ ਮਨਾ ਰਹੇ ਹਾਂ। ਬਿਲਕੁਲ। ਸੋ ਆਈ ਥਿੰਕ ਉਸ ਦਿਨ ਮੈਂ ਪੂਰਾ ਫੁੱਲ ਸ਼ੋਅ ਕੀਤਾ ਸੀ ਤੇ ਇਕੱਲੇ ਇਹੀ ਵੀਰ ਸੀ ਜਿਨ੍ਹਾਂ ਨੇ ਮਤਲਬ ਇਹ ਸਵਾਲ ਰੇਜ਼ ਕੀਤਾ। ਸੋ ਸਰੋਤੇ ਆਪਣੇ ਦੇਖਦੇ ਆ, ਉਹ ਪੜ੍ਹਦੇ ਵੀ ਆ, ਵਿਚਾਰਦੇ ਵੀ ਆ, ਪਰ ਇਹ ਨਹੀਂ ਵੀ ਪੜ੍ਹ ਕੇ ਹਟ ਗਏ ਇਕੱਲਾ, ਉਹ ਕੁਐਸਚਨ ਵੀ ਪੁੱਟ ਕਰਦੇ ਕਿ ਅਸੀਂ ਕਿਹੜੇ ਪਾਸੇ ਨੂੰ ਤੁਰਦੇ ਜਾਂਦੇ ਆ। ਬਿਲਕੁਲ ਜੈ ਨਾਲੇ ਨਾ ਅਸੀਂ ਪਹਿਲਾਂ ਗੱਲ ਕਰਕੇ ਹਟਿਆ ਕਿ ਅਸੀਂ ਝੂਲੇ ਝਲਾਈ ਜਾਂਦੇ ਆ ਗੁਰੂ ਨਾਨਕ ਜੀ ਨੂੰ, ਮਤਲਬ ਕਿੱਧਰ ਨੂੰ ਜਾ ਰਿਹਾ, ਤੇ ਇਹਨਾਂ ਗੱਲਾਂ ਤੇ ਉੱਪਰ ਅਮਰਤਪਾਲ ਨੂੰ ਬੋਲਣਾ ਚਾਹੀਦਾ, ਨਾ ਕਿ ਕਿਤੇ ਉਹ ਸਾਈਆਂ ਦੇ ਪਿੱਛੇ ਪੈ ਜੇ, ਕਦੇ ਹੋਰ ਪਿੱਛੇ ਪੈ ਜੇ। ਨਹੀਂ, ਅਸੀਂ ਆਪਣੇ ਧਰਮ ਨੂੰ ਬਚਾ ਲਈਏ, ਇੰਨਾ ਹੀ ਬਹੁਤ ਆ। ਬਿਲਕੁਲ ਐਕਚੁਅਲੀ ਜੈ ਉਹਨੂੰ ਨਾ ਉਲਝਾਉਂਦੇ ਨੇ ਜਾ ਕੇ ਉੱਥੇ। ਦੇਖੋ ਜਿੱਥੇ ਵੀ ਜਾਂਦਾ ਮੀਡੀਆ ਜਮਾਵੜਾ ਇਕੱਠਾ ਹੋ ਜਾਂਦਾ, ਤੇ ਨਵੇਂ ਤੁਸੀਂ ਦੇਖੋ 70 ਚੈਨਲ ਤਾਂ ਮੈਂ ਹੀ ਦੇਖ ਲਏ ਜਿਹੜੇ ਲੈ ਕੇ ਪਹੁੰਚੇ ਹੋਏ ਨੇ ਉਹਦੇ ਕੋਲੇ ਮਾਈਕ ਮਨਦੀਪ ਜੈਕ, ਤੇ ਉਹ ਚੀਜ਼ ਉਹ ਫਿਰ ਜਦੋਂ ਉਹ ਉਦਾਂ ਦੇ ਕੁਐਸਚਨ ਕਰਦੇ ਨੇ, ਉਦਾਂ ਦੀ ਉਹ ਗੱਲ ਕਰੀ ਜਾਂਦਾ ਹਨਾ, ਉਹ ਤਾਂ ਗੁਰੂ ਨਾਲ ਜੋੜਦਾ ਪਿਆ। ਬਟ ਚਲੋ ਜਿੱਦਾਂ ਵੀ ਆ, ਬਟ ਮੇਰੇ ਹਿਸਾਬ ਦੇ ਨਾਲ ਜਿਹੜੇ ਸਾਡੇ ਇੱਥੇ ਲਿਸਨਰਸ ਨੇ ਜੀ, ਮੈਂ ਤੁਹਾਨੂੰ ਸਾਰਿਆਂ ਨੂੰ ਕੁਐਸਚਨ ਪੁੱਟ ਅਪ ਕੀਤਾ ਕਿ ਗੁਰੂ ਨਾਨਕ ਦੇਵ ਕਦੋਂ ਤੋਂ ਬਣ ਗਿਆ, ਤੇ ਜ਼ਰੂਰ ਦੱਸਿਓ ਕਿ ਗੁਰੂ ਨਾਨਕ ਦੇਵ ਕਿਉਂ ਕਹਿਣ ਲੱਗੇ। ਅਸੀਂ ਗੁਰੂ ਨਾਨਕ ਸਾਹਿਬ ਨੇ, ਗੁਰੂ ਨਾਨਕ ਜੀ ਕਹਿ ਦਿੰਦੇ ਆਪਾਂ ਕਿਉਂਕਿ ਅਸੀਂ ਵੱਡਿਆਂ ਨੂੰ ਜੀ ਲਾ ਦਿੰਦੇ ਆ, ਗੁਰੂ ਨਾਨਕ ਸਾਹਿਬ ਕਹਿ ਲਓ ਤੁਸੀਂ ਨਹੀਂ ਉਹਦੇ 'ਚ ਹੱਕ ਦੇ ਵਿੱਚ, ਪਰ ਕਿਉਂਕਿ ਸਾਡੇ ਪੇਰੈਂਟਸ ਸਾਨੂੰ ਉਦਾਂ ਹੀ ਪੜ੍ਹਾਉਂਦੇ ਨੇ, ਅਸੀਂ ਉਦਾਂ ਹੀ ਪੜ੍ਹੀ ਜਾਂਦੇ ਆ, ਗੁਰੂ ਨਾਨਕ ਦੇਵ ਜੀ ਉਹ ਕਹੀ ਜਾਂਦੇ ਆ, ਗੁਰੂ ਨਾਨਕ ਅਰਜਨ ਦੇਵ ਜੀ ਉਹ ਕਹੀ ਜਾਂਦੇ ਆ। ਸੋ ਪਲੀਜ਼ ਚੀਜ਼ਾਂ ਨੂੰ ਆਪਾਂ ਛੱਡੀਏ। 229806 ਵਾਲਾ ਨੇ ਬੜਾ ਵਧੀਆ ਇੱਕ ਹੋਰ ਕੁਐਸਚਨ ਰੇਜ਼ ਕੀਤਾ ਕਿ ਇਹ ਦਿਨ ਦੇ ਵਿੱਚ ਕਿਉਂ ਮਨਾਇਆ ਜਾਂਦਾ, ਵਿਸਾਖ ਦੇ ਦਿਨ ਤੇ ਉਹਨਾਂ ਦਾ ਜਿਹੜਾ ਗੁਰਪੁਰਬ ਆਉਂਦਾ ਉਹ ਵਿਸਾਖ ਦੇ ਦਿਨਾਂ ਚ ਆਉਂਦਾ। ਬੰਦੀ ਛੋੜ ਦੇ ਮੈਂ ਤੁਹਾਨੂੰ ਇੱਕ ਕੁਐਸਚਨ ਜ਼ਰੂਰ ਪੁੱਟ ਅਪ ਕਰਨਾ ਚਾਹੁੰਦਾ। 52 ਰਾਜੇ ਨਹੀਂ ਛੜਾਏ ਸੀਗੇ ਸਾਡੇ ਗੁਰੂ ਮਹਾਰਾਜ, ਕੋਈ ਰਾਜਿਆਂ ਵਾਸਤੇ ਨਹੀਂ ਉੱਥੇ ਬੈਠੇ ਹੋਏ ਸੀਗੇ ਕਿ ਰਾਜਿਆਂ ਨੂੰ ਮੈਂ ਛਡਾ ਕੇ ਲੈ ਕੇ ਜਾਣਾ, ਮੇਰੇ ਬੜੇ ਖੈਰ ਖਵਾ ਨੇ ਇਹ ਰਾਜਿਆਂ ਵਾਸਤੇ ਸਾਡੇ ਗੁਰੂਆਂ ਨੇ ਕਦੇ ਕੁਝ ਨਹੀਂ ਕੀਤਾ ਹੈਗਾ। ਮੈਂ ਤੁਹਾਨੂੰ ਕਲੀਅਰ ਕੱਟ ਗੱਲ ਦੱਸਦਾ, ਉੱਥੇ 52 ਕੈਦੀ ਸੀਗੇ, ਉੱਥੇ 52 ਕੈਦੀ ਸੀਗੇ ਜੀ, ਠੀਕ ਹੈ। ਆਪਣਾ ਗੁਰੂ ਹਰਗੋਬਿੰਦ ਸਾਹਿਬ ਨੇ, ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਨੇ ਉੱਥੇ, ਜਦੋਂ ਮੈਂ ਉਸ ਵਿਅਕਤੀ ਦਾ ਨਾਮ ਭੁੱਲ ਗਿਆ, ਉਹਨੂੰ ਮਥੁਰਾ ਦਾਸ ਜਾਂ ਜਿਹੜਾ ਵੀ ਉਹ ਨਾਮ ਸੀਗਾ ਬੰਦੇ ਦਾ, ਜਿਹਦੇ ਘਰ ਦੇ ਵਿੱਚ ਬਾਅਦ ਜੋ ਠਹਿਰੇ ਸੀ ਜਾ ਕੇ, ਜਿਹੜਾ ਉਹਨਾਂ ਨੂੰ ਰੋਟੀ ਤੱਕ ਪਹੁੰਚਾ ਰਿਹਾ ਸੀਗਾ, ਕਿਉਂਕਿ ਉਸ ਵਕਤ ਜਿਹੜਾ ਗਵਾਲੀਅਰ ਦਾ ਕਿਲਾ ਸੀ ਇਸ ਕਰਕੇ ਮਸ਼ਹੂਰ ਸੀਗਾ ਕਿਉਂਕਿ ਉਹ ਰੋਟੀ ਦੇ ਵਿੱਚ ਰਾਈਸਿਨ ਜਿਹੜੀ ਕਿ ਇੱਕ ਜ਼ਹਿਰ ਹੈ ਉਹ ਪਾ ਕੇ ਦਿੰਦੇ ਹੁੰਦੇ ਸੀਗੇ ਤਾਂ ਕਿ ਸਲੋਲੀ ਆਪੇ ਇਹ ਮਰ ਜਾਣ ਜਿਹੜੇ ਕੈਦੀ ਨੇ। ਸੋ ਉਹ ਪਾ ਕੇ ਦਿੰਦੇ ਸੀਗੇ ਤੇ ਗੁਰੂ ਹਰਗੋਬਿੰਦ ਪਾਤਸ਼ਾਹ ਨੇ ਮਨਾ ਕਰਤਾ ਸੀ ਕਿ ਮੈਂ ਇਹ ਨਹੀਂ ਖਾਣਾ। ਸੋ ਖਾਣਾ ਉਹਨਾਂ ਦੇ ਮਥੁਰਾ ਦਾਸ ਜਾਂ ਮੈਂ ਜੇ ਨਾਮ ਭੁੱਲ ਰਿਹਾ ਪਲੀਜ਼ ਮੈਨੂੰ ਕਰੈਕਟ ਕਰ ਦਿਓ, ਮੈਂ ਨਾਮ ਭੁੱਲ ਰਿਹਾ ਮੈਨੂੰ ਪਤਾ, ਤੇ ਮੈਂ ਮਾਫੀ ਪਹਿਲੇ ਮੰਗ ਲੈਂਦਾ ਜੀ, ਮੈਂ ਨਾਮ ਭੁੱਲ ਰਿਹਾ ਉਹਨਾਂ ਦਾ। ਉਹਨਾਂ ਨੂੰ ਕਿਹਾ ਉਹਨਾਂ ਨੇ ਵੀ ਮੈਨੂੰ ਗੇੜਾ ਲਵਾ ਗਵਾਲੀਅਰ ਦੇ ਕਿਲੇ ਦੇ ਵਿੱਚ ਕਿੰਨੇ ਕੈਦੀ ਨੇ, ਤਾਂ ਉਹਨਾਂ ਨੇ ਉੱਥੇ ਗਿਣਤੀ ਕੀਤੀ, ਉੱਥੇ ਉਹ 52 ਸੀਗੀ, 53ਵੇਂ ਗੁਰੂ ਸਾਹਿਬ ਸੀ। 52 ਰਾਜੇ ਨਹੀਂ ਛੜਾਏ ਸੀ, ਪਲੀਜ਼ ਆਪਦੇ ਬੱਚਿਆਂ ਨੂੰ 52 ਰਾਜੇ ਛੜਾਏ ਸੀ ਸਾਡੇ ਗੁਰੂ ਸਾਹਿਬ ਨੇ, ਐਦਾਂ ਨਾ ਦੱਸਿਆ ਕਰੋ। ਸਾਡੇ ਗੁਰੂ ਸਾਹਿਬ 52 ਰਾਜੇ ਛਡਾ ਕੇ ਲਿਆਏ ਸੀਗੇ। ਗੁਰੂ ਸਾਹਿਬ 52 ਰਾਜਿਆਂ ਨਾਲ ਕੀ ਕੰਮ ਸੀਗਾ ਗੁਰੂ ਸਾਹਿਬ ਦਾ? ਗੁਰੂ ਸਾਹਿਬ ਦਾ ਕਹਿੰਦਾ ਨੀਚਾ ਅੰਦਰ ਨੀਚ ਜਾਤ, ਮੈਂ ਤਾਂ ਨੀਚਾ ਤੋਂ ਵੀ ਨੀਚ ਨਾਲ ਬੈਠਾ ਹੋਇਆ, ਮੈਂ ਤਾਂ ਉਹਦੇ ਨਾਲ ਖੜਾ। ਸੋ ਪਲੀਜ਼ ਨਾ ਜੋੜਿਆ ਕਰੋ ਏਦਾਂ ਰਾਜਿਆਂ ਕਰਕੇ। ਗੁਰੂ ਸਾਹਿਬ ਨੇ ਗੁਰੂ ਸਾਹਿਬ ਨੇ ਸਾਡੇ ਅਕਬਰ ਬਾਦਸ਼ਾਹ ਨੂੰ ਬਿਠਾਤਾ ਸੀ, ਕਹਿੰਦੇ ਜਾ ਪਹਿਲੇ ਸੰਗਤ ਕਰਕੇ ਆ, ਪੰਗਤ ਕਰਕੇ ਆ, ਫੇਰ ਆਈ ਮੇਰੇ ਕੋਲੇ। ਸੋ ਪਲੀਜ਼ ਨਾ ਜੋੜਿਆ ਕਰੋ। ਤੇ ਗੁਰੂ ਨਾਨਕ ਦੇਵ ਕਿਉਂ ਲੱਗਦਾ ਪਲੀਜ਼ ਦੱਸਿਓ। ਆਪਾਂ ਜਾਇਜ਼ ਅੱਗੇ ਵਧਦੇ ਆ, ਮਨਦੀਪ ਨਾਲ ਗੱਲਬਾਤ ਕਰ ਰਹੇ ਆ। ਇੱਥੇ ਦੀ ਬਹੁਤ ਸਾਰੀਆਂ ਖਬਰਾਂ ਨੇ ਜਿਹੜੀਆਂ ਮਨਦੀਪ ਲੈ ਕੇ ਆਏ ਨੇ। ਇੱਥੇ ਬਹੁਤ ਕੁਝ ਹੋਇਆ ਵੀਕ ਦੇ ਵਿੱਚ, ਇਲੈਕਸ਼ਨਸ ਤੋਂ ਬਾਅਦ ਕੀ ਚੱਲ ਰਿਹਾ ਉਹਦੇ ਬਾਰੇ ਮਨਦੀਪ ਗੱਲਬਾਤ ਕਰਨੀ ਚਾਹੁੰਦੇ ਨੇ ਜੀ। ਮਨਦੀਪ ਆਪਾਂ ਮਸ਼ਹੂਰੀਆਂ ਬਾਅਦ ਚ ਲੈਣੇ ਆ ਮਨਦੀਪ, ਆਪਾਂ ਫੇਰ ਪਹਿਲੇ ਮਸ਼ਹੂਰੀਆਂ ਪਹਿਲਾਂ ਲੈਣੇ, ਆਪਾਂ ਥੋੜੀ ਬ੍ਰੇਕ ਜੀ ਲੈ ਲਈਏ ਜੀ ਆਪਾਂ ਪਹਿਲੇ ਫਿਰ ਮਸ਼ਹੂਰੀਆਂ ਲੈ ਲਈਏ ਜੀ। ਅਸੀਂ ਹਾਂਜੀ ਜਿੰਨੇ ਕਾਲ ਹੋਇਆ ਆਪਣੇ ਪਲੀਜ਼ ਵੇਟ ਕਰ ਲਿਓ 2 ਮਿੰਟ, ਆਪਾਂ ਤੁਹਾਡੀ ਕਾਲ ਚੱਕਦੇ ਆ। ਜੀ।
ਅਕਾਲ ਤਖਤ ਨੂੰ ਢਾਉਣ ਲਈ ਆਪਾਂ ਫੌਜਾਂ ਨੇ ਘੇਰੇ, ਚਾਰ ਦੇਸ਼ਾਂ ਨਾਲ ਲੜੇ 125 ਧੰਨ ਸਿੰਘਾਂ ਦੇ ਜੇਰੇ।